स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ ਤੇ ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਪੰਜਾਬ ਬੰਦ ਹੋਣ ਦੇ ਕਿਨਾਰੇ ਤੇ, ਸੇਵਾ ਕੇਂਦਰ ਬੰਦ, ਸਕੂਲ ਬੰਦ, ਆਂਗਨਵਾੜੀ ਸੈਂਟਰ ਬੰਦ, ਪਾਵਰ ਪਲਾਂਟ ਬੰਦ, ਇੱਥੋਂ ਤੱਕ ਕਿ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਨਵੇਂ ਪ੍ਰੋਜੈਕਟ ਆਉਣ ਵਾਲੇ ਵੀ ਬੰਦ, ਜਿਨ੍ਹਾਂ ਦੇ ਵਿੱਚੋਂ ਬਠਿੰਡਾ ਏਮਸ सब तो बड़ा प्रोजेक्ट है। आखिरकार ये सब कुछ बंद होने के पिछे नीति की है, नीति है या नीयत है? दोवें चीज़ों के विच वड्डा फर्क है। सरकार ये हुलारा दे रही है, सरकार ये कहती है कि इन्हां सारियां चीज़ों का कोई फायदा नहीं है, इन्हां चीज़ों ते वाधू खर्चा हो रहा है, इस करके लोगों के पैसे नूं बचाउण दे लई ये सब कुछ किया जा रहा है, लोगों नूं होर सहूलतां देण दे लई ये सब कुछ किया जा रहा है। जबकि विरोधी धिरां या पिछली सरकार जिहड़ी सी इस पार्टी दी वो कह रही है कि असीं इन्हां सारियां चीज़ों नूं अपने दमखम ते चलांदे सी, लोगों नूं वधो वध सहूलतां देण लई चलांदे सी, और सरकार सिर्फ ते सिर्फ बंद करन ते आई हुई है। इसे ते विचार चर्चा लेके हाजिर हुए हैं। सब तो पहले जान पछाण करा दें, फिर अगे बढ़ते हैं। एडवोकेट सुरजीत सिंह स्वैत साहब मौजूद ने, बुलार ने पंजाब कांग्रेस से, एडवोकेट गोविंदर मित्तल साहब बुलार ने आम आदमी पार्टी के, डॉक्टर दलजीत सिंह चीमा साहब सीनियर आगू ने श्रोमणी अकाली दल के, प्रोफैसर मनजीत सिंह जी सियासी माहर ने। बहुत बहुत स्वागत है सारे मेहमानों का। मैं सब तो पहला स्वैत साहब तुहाडे तो ही शुरुआत करांगा। ये बंद करन दी प्रथा कित्थों शुरू होगी? ਤੁਸੀਂ ਤਾਂ ਕਿਹਾ ਸੀ ਕਿ ਲੋਕਾਂ ਨੂੰ ਅਸੀਂ ਨੌਕਰੀਆਂ ਦੇਵਾਂਗੇ, ਕਿਤੇ ਗਲਤੀ ਤਾਂ ਨਹੀਂ ਲੱਗ ਰਹੀ? ਘਰ ਘਰ ਨੌਕਰੀ ਦੇਣ ਦਾ ਵਾਅਦਾ ਸੀ, ਘਰ ਘਰ ਨੌਕਰੀ ਲੈਣ ਦਾ ਵਾਅਦਾ ਨਹੀਂ ਸੀ। ਤੁਸੀਂ ਪਹਿਲਾਂ ਥਰਮਲ ਪਲਾਂਟ ਬੰਦ ਕੀਤਾ, ਤੁਸੀਂ ਸਕੂਲ ਬੰਦ ਕੀਤੇ, ਤੁਸੀਂ ਹੁਣ ਸੇਵਾ ਕੇਂਦਰ ਬੰਦ ਕਰ ਰਹੇ ਹੋ। ਇਹਦੇ ਪਿੱਛੇ ਤਰਕ ਸਮਝ ਨਹੀਂ ਆ ਰਿਹਾ। ਦੇਖੋ, ਜਿਹੜੀ ਤੁਸੀਂ ਨਾ ਇਹ ਰੱਟ ਲਾ ਰਹੇ ਹੋ ਬੰਦ 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 ਦੀ, ऐसी कोई गल नहीं है। कोई एक चीज दस दो जिहड़ी मैं कही है, ਉਹ ਬੰਦ ਨਹੀਂ ਹੈ। ਥਰਮਲ ਪਲਾਂਟ ਬੰਦ ਨਹੀਂ ਹੋਇਆ, ਜਿਹੜੇ ਪਹਿਲਾਂ ਸਕੂਲਾਂ ਦੇ ਬੰਦ ਨਹੀਂ ਹੋਇਆ, ਜਿਹੜੇ ਸੁਵਿਧਾ ਕੇਂਦਰ ਬੰਦ ਨਹੀਂ ਹੋ ਰਹੇ। ਥਰਮਲ ਪਲਾਂਟ ਜਿਹੜਾ ਬਠਿੰਡਾ ਬੰਦ ਕਰਨ ਦੇ ਉਹਦੇ ਕਾਰਨ ਦੱਸ ਰਹੇ ਮੈਂ ਉਹੀ ਕਹਿ ਰਿਹਾ ਨਾ, ਮੈਂ ਤਾਂ ਕੁਝ ਕਿਹਾ ਹੀ ਨਹੀਂ, ਮੈਂ ਤਾਂ ਸਿਰਫ ਇਹ ਕਿਹਾ ਕਿ ਤੁਸੀਂ ਬੰਦ ਕਰ ਰਹੇ ਹੋ। ਸਕੂਲਾਂ ਦੀ ਜਿਹੜੀ ਸਕੂਲਾਂ ਦੀ ਤੁਸੀਂ ਬੰਦ ਕਰਨ ਦੀ ਗੱਲ ਕੀਤੀ ਹੈ, ਉਹ ਨਹੀਂ, ਉਹ ਬੰਦ ਨਹੀਂ ਹੋਇਆ, ਰੈਸ਼ਨਲਾਈਜੇਸ਼ਨ ਹੋਈ ਹੈ, ਉਹ ਰੈਸ਼ਨਲਾਈਜੇਸ਼ਨ ਮਰਜਰ ਹੋਈ ਹੈ, ਉਹ ਮਰਜਰ ਹੋਈ ਹੈ। ਮਰਜਰ ਹੋਣ ਤੋਂ ਬਾਅਦ ਜਿਹੜੇ ਸਕੂਲ ਬੰਦ ਹੋਏ ਨਾ, ਉਹਦੇ ਵੀ ਕਾਰਨ ਅਸੀਂ ਦੇ ਚੁੱਕੇ। ਚਲੋ ਕਾਰਨ ਆਪਾਂ ਤੁਹਾਡੇ ਤੋਂ ਲੈ ਲੈਣੇ ਇੱਕ ਇੱਕ ਕਰਕੇ ਕਾਰਨ ਦੱਸ ਦਿਓ। ਜਿੱਥੋਂ ਤੱਕ ਆ ਸੇਵਾ ਕੇਂਦਰਾਂ ਦੀ ਗੱਲ ਹੈ, ਇਹਦੀ ਵੀ ਰੈਸ਼ਨਲਾਈਜੇਸ਼ਨ ਹੈ। ਕਿਉਂ ਜਿਹੜੇ ਹੈਗੇ ਆ 500 ਕੇਂਦਰ ਰੱਖ ਕੇ ਅਸੀਂ ਜਿਹੜੇ ਬਾਕੀ ਬੰਦ ਕਰ ਰਹੇ ਆ, ਉਹ ਹੈਗੇ ਨੇ ਚਿੱਟੇ ਹਾਥੀ। ਜਿਹੜਾ ਇਹ ਪ੍ਰੋਜੈਕਟ ਸੀਗਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ, ਉਹਨਾਂ ਦਾ ਕਹਿੰਦੇ ਨੇ ਕਿ ਮੇਰਾ ਡ੍ਰੀਮ ਪ੍ਰੋਜੈਕਟ ਸੀਗਾ, ਤੇ ਉਹ ਇਹ ਨਹੀਂ ਵਾਇਬਲ ਨਹੀਂ ਹੋ ਰਹੇ, ਚੱਲ ਨਹੀਂ ਰਹੇ। ਇਹ ਤੁਸੀਂ ਡਾਟਾ ਕੱਢ ਕੇ ਦੇਖ ਲਓ, ਸਾਰੇ ਜਿਹੜੇ ਡਿਪਟੀ ਕਮਿਸ਼ਨਰ ਤੋਂ ਰਿਪੋਰਟਾਂ ਲੈ ਕੇ, ਡਾਟੇ ਲੈ ਕੇ, ਚਲੋ ਮੈਂ ਜਿੱਥੇ ਇੱਕ ਮੈਨੂੰ ਫਾਰਮੂਲਾ ਦੱਸਿਓ, ਕਿਹੜਾ ਫਾਰਮੂਲਾ ਲਾ ਕੇ ਤੁਸੀਂ 500 ਸੈਂਟਰ ਪੂਰੇ ਪੰਜਾਬ ਦੇ ਵਿੱਚ ਕਹਿ ਰਹੇ ਹੋ ਕਿ ਬਹੁਤ ਨੇ? ਉਹ ਇਸ ਤਰ੍ਹਾਂ ਨੇ, ਕਿਉਂਕਿ ਪਿੰਡਾਂ ਦੇ ਵਿੱਚ ਜਿੱਥੇ ਆਬਾਦੀ ਘੱਟ ਹੈ, ਜਿੱਥੇ ਫੁੱਟਫਾਲ ਘੱਟ ਹੈ, ਜਿੱਥੇ ਜਿਹੜੇ ਸੇਵਾ ਲੈਣ ਵਾਲੇ ਲੋਕ ਹੀ 5-7 ਐਪਲੀਕੇਸ਼ਨਾਂ ਆਉਂਦੀਆਂ ਨੇ, ਉੱਥੇ ਇੰਨਾ ਖਰਚ ਕਰਨ ਦੀ ਕੀ ਲੋੜ ਹੈ? ਉੱਥੇ ਬਹੁਤ ਮਹਿੰਗਾ ਪੈਂਦਾ ਹੈ ਕੰਮ ਉਹ। ਜਿੱਥੇ ਜਿਹੜੇ ਵੱਡੇ ਪਿੰਡ ਨੇ, ਜਿੱਥੇ ਬਲਾਕ ਲੈਵਲ ਤੇ, ਡੀਸੀ ਜ਼ਿਲ੍ਹਾ ਲੈਵਲ ਤੇ, ਉਹ ਅਸੀਂ ਸੈਂਟਰ ਰੱਖ ਲਏ, 500 ਸੈਂਟਰ ਅਸੀਂ ਰੱਖ ਲਿਆ। ਉਹਦੇ ਨਾਲ ਅੱਛਾ, ਤੁਹਾਨੂੰ ਲੱਗਦਾ ਕਿ 500 ਸੈਂਟਰ ਪੂਰੇ ਪੰਜਾਬ ਦੇ ਲਈ ਬਹੁਤ ਨੇ? ਦੇਖੋ, ਜਿੱਥੇ 78 ਸੇਵਾਵਾਂ ਇੱਕ ਸੈਂਟਰ ਦਿੰਦਾ, ਜਨਮ ਦਾ ਸਰਟੀਫਿਕੇਟ, ਮੌਤ ਦਾ ਸਰਟੀਫਿਕੇਟ। ਇਹਦਾ ਕਾਰਨ ਹੈ, ਇਹਦਾ ਰੀਜ਼ਨ ਇਹ ਹੈ ਕਿ ਜਿੱਥੇ ਆਬਾਦੀ ਘੱਟ ਹੈ, ਜਿਨ੍ਹਾਂ ਪਿੰਡਾਂ ਦੇ ਵਿੱਚ ਸੇਵਾਵਾਂ ਬਹੁਤ ਥੋੜੀ ਲੋਕ ਆਉਂਦੇ ਨੇ ਲੈਣ, ਉੱਥੇ ਇੰਨਾ ਖਰਚ ਕਰਨ ਦਾ ਫਾਇਦਾ ਕੀ ਹੈ? ਹੁਣ ਸਰਕਾਰ ਦਾ ਪੈਸਾ ਵੇਸਟ ਕਰੀ ਜਾਓ, ਐਵੇਂ ਬਰਬਾਦ ਕਰੀ ਜਾਓ, ਤਾਂ ਫਾਇਦਾ ਕੀ ਹੈ? ਸਰਕਾਰ ਦਾ ਪੈਸਾ ਨਹੀਂ, ਲੋਕਾਂ ਦਾ ਪੈਸਾ। ਲੋਕਾਂ ਨੂੰ ਸਰਕਾਰ ਦਾ ਪੈਸਾ, ਲੋਕਾਂ ਦੇ ਪੈਸਾ ਹੁੰਦਾ ਨਾ, ਤੁਸੀਂ ਲੋਕਾਂ ਦੇ ਪੈਸਿਆਂ ਨਾਲ ਹੀ ਦਿੰਦੇ ਹੋ ਨਾ। ਜਿਹੜਾ ਸਰਕਾਰ ਕੋਲ ਪੈਸਾ ਹੁੰਦਾ ਹੈ, ਲੋਕਾਂ ਦੀ ਪੈਸਾ ਨਾ, ਅਸੀਂ ਲੋਕਾਂ ਦਾ ਪੈਸਾ ਕਿਉਂ ਬਰਬਾਦ ਕਰੀਏ? ਸਵੈਤ ਸਾਹਿਬ ਉਹੀ ਕਿਉਂ ਬਰਬਾਦ ਕਰੀਏ? ਲੋਕ ਜਿਹੜੇ ਨੇ ਉਹ ਸੇਵਾ ਲੈਣਾ ਚਾਹੁੰਦੇ ਨੇ, ਸਰਕਾਰ ਦਾ ਫਰਜ਼ ਹੁੰਦਾ ਕਿ ਸੇਵਾਵਾਂ ਦੇਣੀਆਂ ਲੋਕਾਂ ਨੂੰ। ਕੋਈ ਇਤਰਾਜ਼ ਨਹੀਂ ਹੈ, ਲੋਕਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਸਿਰਫ ਪਾਰਟੀਆਂ, ਸਰਦਾਰ ਸੁਖਬੀਰ ਸਿੰਘ ਬਾਦਲ ਸਭ ਤੋਂ ਵੱਧ ਇਹ ਹੈ ਕਿ ਮੇਰਾ ਡ੍ਰੀਮ ਪ੍ਰੋਜੈਕਟ ਸੀਗਾ, ਮੈਂ ਕਿਉਂ ਬੰਦ ਕੀਤਾ? ਉਹਦਾ ਆਪਣੀ ਈਗੋ ਹੈ, ਉਹਨਾਂ ਦੀ ਆਪਦੀ ਪਰਸਨਲ ਈਗੋ ਹੈ ਇਹ। ਲੇਕਿਨ ਅਸੀਂ ਇਹ ਚਿੱਟਾ ਹਾਥੀ ਸਰਕਾਰ ਦਾ ਜਿਹੜਾ ਪੈਸਾ, ਲੋਕਾਂ ਦਾ ਪੈਸਾ ਸੀ, ਬਰਬਾਦ ਥੋੜੀ ਕਰਨਾ ਹੈ। ਅੱਛਾ, ਚਲੋ ਇੱਕ ਨਾਲ ਹੀ ਇਹ ਵੀ ਗੱਲ ਦੱਸ ਦਿਓ ਕਿ ਜਿਹੜੇ ਮੁਲਾਜ਼ਮ ਹੁਣ ਬੇਰੋਜ਼ਗਾਰ ਹੋਣਗੇ, ਤੁਸੀਂ ਤਾਂ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਨਹੀਂ, ਉਹਨਾਂ ਨੂੰ ਐਡਜਸਟ ਕਰ ਰਹੇ ਨਾ ਉੱਥੇ ਜਿਹੜੇ ਦਿੱਲੀ ਸੈਂਟਰ ਨੇ, ਵੱਡੇ ਸੈਂਟਰ। ਇੱਕ ਲਾਈਨ ਵੀ ਦੱਸ ਦਿਓ ਜਿਹੜੀ ਤੁਸੀਂ ਪ੍ਰੈਸ ਨੋਟ ਦੇ ਵਿੱਚ ਇਹ ਕੱਢੀ ਹੋਵੇ ਕਿ ਜਿਹੜੇ ਮੁਲਾਜ਼ਮ ਹਟਣਗੇ ਉਹਨਾਂ ਨੂੰ ਐਡਜਸਟ ਕਰਾਂਗੇ। ਨਹੀਂ, ਦੇਖੋ, ਇਹ ਆਇਆ ਨਾਲ ਆਇਆ ਕਿ ਉਹਨਾਂ ਨੂੰ ਜਿਹੜੇ ਆਇਆ ਨਾ ਪ੍ਰੈਸ ਨੋਟ ਦੇ ਵਿੱਚ ਸਿਰਫ ਇਹ ਲਿਖਿਆ, ਮੈਂ ਪੜ੍ਹ ਦਿੰਦਾ ਵੱਡੇ ਸੈਂਟਰਾਂ ਦੇ ਵਿੱਚ, ਮੈਂ ਪੜ੍ਹ ਦਿੰਦਾ ਜਨਾਬ। ਪੰਜਾਬ ਸਰਕਾਰ ਵੱਲੋਂ 2147 ਸੇਵਾ ਕੇਂਦਰਾਂ ਦੇ ਵਿੱਚੋਂ 1647 ਕੇਂਦਰ ਬੰਦ ਕੀਤੇ ਜਾ ਰਹੇ ਨੇ। ਸੰਬੰਧਿਤ ਠੇਕੇਦਾਰ ਨੂੰ 180 ਦਿਨ ਦਾ ਨੋਟਿਸ ਭੇਜਣ ਦਾ ਫੈਸਲਾ ਲਿਆ ਗਿਆ। ਸਰਕਾਰ ਵਧੀਆ ਸਹੂਲਤਾਵਾਂ ਦੇਣ ਲਈ ਸਿਰਫ 500 ਸੇਵਾ ਕੇਂਦਰ ਖੋਲੇਗੀ। ਇਹਨਾਂ ਕੇਂਦਰਾਂ ਰਾਹੀਂ ਜਨਤਕ ਪੈਸੇ ਦੀ ਅਪਰਾਧਕ ਲੁੱਟ ਹੋਈ ਹੈ। ਬ੍ਰਹਮਿੰਦਰਾ ਬਸ ਇਹ 4 ਲਾਈਨਾਂ ਨੇ ਜਨਾਬ। ਪੂਰਾ ਹੈ ਨਹੀਂਗਾ ਇਹ ਪੂਰਾ। ਤੁਸੀਂ ਚਲੋ ਮੈਨੂੰ ਇਹ ਦੱਸ ਦਿਓ ਨਾ, ਐਡਜਸਟ ਕਿੱਥੇ ਕਰੋਗੇ, ਕਿਵੇਂ ਕਰੋਗੇ? ਦੇਖੋ, ਜਿੰਨੇ ਵੱਧ ਤੋਂ ਵੱਧ ਜਿੱਥੇ ਲੋੜ ਹੈ, ਜਿਹੜੇ 500 ਸੈਂਟਰ ਨੇ, ਉੱਥੇ ਜਿੱਥੇ ਲੋੜ ਹੈਗੀ ਹੈ, ਉਹ ਜਿਹੜੇ ਮੁਲਾਜ਼ਮ ਨੇ ਵੱਧ, ਉਹਨਾਂ ਨੂੰ ਉੱਥੇ ਕਰ ਲਿਆ ਜਾਊਗਾ। 2147 ਸੈਂਟਰਾਂ ਦੇ ਮੁਲਾਜ਼ਮ 500 ਸੈਂਟਰਾਂ 'ਚ ਐਡਜਸਟ ਹੋ ਜਾਣਗੇ? ਨਹੀਂ, ਦੇਖੋ, ਇਸ ਤਰ੍ਹਾਂ ਹੈ ਵੀ ਸਾਰੇ ਤਾਂ ਸ਼ਾਇਦ ਨਾ ਹੋ ਸਕਣ। ਮੈਂ ਨਹੀਂ ਕਹਿੰਦਾ ਸਾਰੇ ਸ਼ਾਇਦ ਨਾ ਹੋ ਸਕਣ। ਚਲੋ ਥੋੜਾ ਬਹੁਤ ਇੱਕ ਆਪਾਂ ਅਪਲਾਈ ਲੈ ਲਈਏ। ਹਾਂਜੀ ਚੀਮਾ ਸਾਹਿਬ, ਚਿੱਟੇ ਹਾਥੀ ਤੁਸੀਂ ਪਾਲ ਰੱਖੇ ਸੀਗੇ,
ਹੁਣ ਇਹ ਸਮਝ ਨਹੀਂ ਆਉਂਦਾ ਕਿ ਚਿੱਟੇ ਹਾਥੀ ਤੁਸੀਂ 10 ਸਾਲ ਪਾਲੇ ਕਿਵੇਂ? ਦੇਖੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ 10 ਸਾਲ ਨਹੀਂ ਤਾਂ ਹੁਣੇ ਹੋਏ ਸ਼ੁਰੂ। ਚਲੋ ਜਿੰਨੇ ਸਾਲ ਵੀ ਹੋਏ ਨੇ। ਪਹਿਲਾਂ ਤਾਂ ਮੈਂ ਸੋਇਆ ਸਾਹਿਬ ਨੂੰ ਪੁੱਛਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਆਰਮੀ ਦੇ ਕੈਪਟਨ ਰਹੇ ਆ ਕਿ ਖੋ ਦੀ ਟੀਮ ਦੇ ਕੈਪਟਨ ਰਹੇ ਆ? ਜਿਸ ਦਿਨ ਦੇ ਮੁੱਖ ਮੰਤਰੀ ਬਣੇ ਆ ਇੱਕ ਇੱਕ ਕਰਕੇ ਖੋਈ ਜਾਂਦੇ ਲੋਕਾਂ ਕੋਲ। ਦੇਣ ਦਾ ਜਿਹੜਾ ਕੰਮ ਹੈ ਉਹ ਬਿਲਕੁਲ ਬੰਦ ਹੈ ਤੇ ਖੋਣ ਦਾ ਕੰਮ ਜਿਹੜਾ ਉਹ ਲਗਾਤਾਰ ਚਾਲੂ ਹੈ। ਇਹ ਦੇਖੋ ਜਿਹੜਾ ਸੇਵਾ ਕੇਂਦਰ ਪੰਜਾਬ ਦੇ ਵਿੱਚ ਖੋਲ੍ਹੇ ਸੀ, ਬੜੀ ਵੱਡੀ ਸੋਚ ਦੇ ਤਹਿਤ ਖੋਲ੍ਹੇ ਗਏ ਸੀ। ਇਹਦੇ ਵਾਸਤੇ ਪਹਿਲਾਂ 2011 ਦੇ ਵਿੱਚ ਕਾਨੂੰਨ ਬਣਾਇਆ ਸੀ, ਰਾਈਟ ਟੂ ਸਰਵਿਸ ਐਕਟ, ਕਿ ਜਿਹੜੀ ਤਹਿਸੀਲਾਂ ਦੇ ਵਿੱਚ, ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦੀ ਖੱਜਲ ਖੁਆਰੀ ਹੁੰਦੀ ਹੈ, ਦਫ਼ਤਰਾਂ ਦੇ ਵਿੱਚ ਖੱਜਲ ਖੁਆਰੀ ਹੁੰਦੀ ਹੈ। ਇਹ ਲੋਕਾਂ ਦਾ ਅਧਿਕਾਰ ਹੈ ਕਿ ਅਸੀਂ ਦਫ਼ਤਰ ਦੇ ਵਿੱਚ ਜਾਈਏ ਤੇ ਸਾਡਾ ਕੰਮ ਹੋਣਾ ਚਾਹੀਦਾ ਔਰ ਸਮਾਂਬੱਧ ਤਰੀਕੇ ਦੇ ਨਾਲ ਕੰਮ ਹੋਣਾ ਚਾਹੀਦਾ। ਇਹ ਨਹੀਂ ਵੀ ਭਾਵੇਂ ਮੇਰੀ ਮਰਜ਼ੀ ਹੈ 6 ਮਹੀਨਿਆਂ ਨੂੰ ਬਣਾ ਦਿਆਂ ਸਰਟੀਫਿਕੇਟ, ਭਾਵੇਂ ਸਾਲ ਨੂੰ ਬਣਾ ਦਿਆਂ, ਭਾਵੇਂ ਮਹੀਨੇ 'ਚ ਬਣਾ ਦਿਆਂ। ਇਹਦੇ ਵਾਸਤੇ ਸਿਸਟਮ ਨੂੰ ਨਿਯਮਬੰਦ ਕੀਤਾ ਸੀ। ਪਹਿਲਾਂ ਰਾਈਟ ਟੂ ਸਰਵਿਸ ਐਕਟ ਪਾਸ ਕਰਕੇ ਕਮਿਸ਼ਨ ਬਣਾਇਆ। ਉਦੋਂ ਬਾਅਦ ਸਟੱਡੀ ਕੀਤਾ ਕਿ ਖੱਜਲ ਖੁਆਰੀ ਪੰਜਾਬ ਦੇ ਵਿੱਚ ਦਫ਼ਤਰਾਂ ਦੇ ਵਿੱਚ ਕਿੱਥੇ ਕਿੱਥੇ ਹੁੰਦੀ, ਔਰ ਇਹ ਜਿਹੜਾ ਲੋਕਾਂ ਨੂੰ ਜਾ ਕੇ ਕਈ ਦਿਨ ਕਚਹਿਰੀਆਂ ਦੇ ਵਿੱਚ ਜਾ ਕੇ ਬੈਠਣਾ ਪੈਂਦਾ, ਰਿਸ਼ਵਤਾਂ ਦੇਣੀਆਂ ਪੈਂਦੀਆਂ। ਇਹਦੇ ਵਾਸਤੇ ਇਹਨਾਂ ਦਾ ਬੋਝ ਜਿਹੜਾ ਇੱਕ DC ਦਫ਼ਤਰ ਦੇ ਲੈਵਲ ਦੇ ਉੱਤੇ ਸਰਵਿਸ ਕੇਂਦਰ ਖੁੱਲ੍ਹਿਆ, ਇਹ ਘਟਾ ਕੇ ਕਿਉਂ ਨਾ ਸਾਰੇ ਜ਼ਿਲ੍ਹੇ ਦੇ ਲੋਕੀ ਚੱਲ ਕੇ ਇੱਕ ਥਾਂ ਹੁੰਦੇ ਆ, ਆਪਾਂ ਇਹਨਾਂ ਸਰਵਿਸ ਸੈਂਟਰ ਨੂੰ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਵਿੱਚ ਬਣਾਈਏ ਤਾਂ ਜੋ ਘਰ ਦੇ ਨੇੜੇ ਲੋਕੀ ਜਿਹੜੇ ਆ ਉਹ 70-80 ਜਿਹੜੀਆਂ ਜ਼ਿਆਦਾ ਜ਼ਰੂਰੀ ਚੀਜ਼ਾਂ ਉਹ ਸੇਵਾ ਉੱਥੇ ਲੈ ਸਕਣ। ਉਹਦੇ ਤਹਿਤ ਸ਼ਹਿਰਾਂ ਦੇ ਵਿੱਚ ਵੀ ਬਣਾਏ ਗਏ, ਪਿੰਡਾਂ ਦੇ ਵਿੱਚ ਵੀ ਬਣਾਏ ਗਏ। ਠੀਕ ਹੈ। ਔਰ ਮੈਂ ਕਹਿੰਦਾ ਕਿ ਇੱਕ ਇਨਕਲਾਬ ਸੀ ਸਾਰੇ ਪੰਜਾਬ ਦੇ ਵਿੱਚ ਬਹੁਤ ਵੱਡਾ, ਕਿ ਘਰ ਬੈਠਿਆ ਤੁਸੀਂ ਉੱਥੇ ਜਾ ਕੇ ਕੋਈ ਵੀ ਬੰਦਾ ਜਾ ਕੇ ਖਿੜਕੀ ਤੇ ਪੈਸੇ ਜਮ੍ਹਾਂ ਕਰਾਏ ਕਿ ਅਸੀਂ ਲਾਇਸੈਂਸ ਬਣਾਉਣਾ, ਰੀਨਿਊ ਕਰਾਉਣਾ, ਅਸੀਂ ਕੋਈ ਆਪਣਾ ਜਾਤ ਦਾ ਸਰਟੀਫਿਕੇਟ ਬਣਾਉਣਾ, ਕੋਈ ਹੋਰ ਸਰਟੀਫਿਕੇਟ ਬਣਾਉਣਾ, ਸਭ ਤੋਂ ਤੇ ਸਮਾਂਬੱਧ ਤਰੀਕੇ ਦੇ ਨਾਲ ਉੱਥੇ ਪਿੰਡ 'ਚ ਜਾ ਕੇ ਪੈਸੇ ਜਮ੍ਹਾਂ ਕਰਾਵੇ ਔਰ ਆਪਣੇ ਆਪ ਜਾ ਕੇ ਜਿਹੜਾ ਸਮਾਂ ਦਿੱਤਾ ਉਹਦੇ 'ਚ ਜਾ ਕੇ ਉੱਥੋਂ ਫੜ ਜਾਵੇ। ਔਰ ਇਹ ਸੈਂਟਰ ਕੋਈ ਇੱਕ ਪਿੰਡ ਦਾ ਸੈਂਟਰ ਨਹੀਂ ਹੈ, ਇਹਦੇ ਵਾਸਤੇ ਬਕਾਇਦਾ ਗਰੁੱਪ ਬਣਾਏ ਗਏ ਸੀ ਕਿ ਜੇ 10 ਪਿੰਡਾਂ ਦਾ ਵੱਡਾ ਪਿੰਡ ਕੋਈ ਸੈਂਟਰ ਬਣਦਾ ਤੇ ਉੱਥੇ ਦੇ ਦਿਓ ਤਾਂ ਜੋ ਲੋਕਾਂ ਨੂੰ 4-5 ਕਿਲੋਮੀਟਰ ਤੋਂ ਆਸ-ਪਾਸ ਦੇ ਪਿੰਡਾਂ ਤੋਂ ਇਸ ਤੋਂ ਵੱਧ ਦੂਰੀ ਤੇ ਲੋਕਾਂ ਨੂੰ ਨਾ ਜਾਣਾ ਪਵੇ। ਔਰ ਐਡੀ ਸੋਹਣੀ ਇਹਦੀ ਆਲੀਸ਼ਾਨ ਇਮਾਰਤ ਬਣਾਈ ਹੈ, ਮਾਡਰਨ, ਇੱਕੋ ਸਾਰਿਆਂ ਨੂੰ ਨਕਸ਼ਾ ਦਿੱਤਾ। ਉਹਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਕੰਪਿਊਟਰ, ਸਰਵਰ, ਇੰਟਰਨੈਟ, ਹਰ ਚੀਜ਼ ਫੈਸਿਲਿਟੀ, ਔਰ ਜਿਹੜਾ ਸਟਾਫ ਵੀ ਉਹਦਾ A ਕਲਾਸ ਟ੍ਰੇਨਡ ਕਰਕੇ ਸਟਾਫ ਜਿਹੜਾ ਬਕਾਇਦਾ ਕਿਸ ਤਰੀਕੇ ਨਾਲ ਲੋਕਾਂ ਨੂੰ ਡੀਲ ਕਰਨਾ, ਬਿਠਾਉਣਾ, ਕਰਨਾ, ਹਰ ਸੁਵਿਧਾ ਉਹਦੇ ਵਿੱਚ ਪ੍ਰੋਵਾਈਡ ਕੀਤੀ। ਨਹੀਂ, ਪਰ ਜਿਹੜਾ ਸਰਕਾਰ ਹੁਣ ਤਰਕ ਦੇ ਰਹੀ ਹੈ ਕਿ ਫੁੱਟਫਾਲ ਨਹੀਂ, ਲੋਕ ਆਉਂਦੇ ਨਹੀਂ ਸੇਵਾਵਾਂ ਲੈਣ, ਦੇਖੋ ਸਰਕਾਰ ਨੂੰ ਮੈਂ ਇੱਕ ਤਾਂ ਇਹਨਾਂ ਨੂੰ ਇਹ ਬੇਨਤੀ ਕਰਦਾ ਕਿ ਇਹ ਜਿਹੜੀਆਂ ਸੇਵਾਵਾਂ ਪ੍ਰੋਵਾਈਡ ਕਰ ਰਹੇ ਆ ਇਹਦੇ ਉਹ ਪੈਸੇ ਲੈਂਦੇ ਆ, ਚਾਹੇ ਪਿੰਡ ਦਾ ਸੈਂਟਰ ਹੈ ਚਾਹੇ ਸ਼ਹਿਰ ਦਾ, ਹਰ ਇੱਕ ਸੇਵਾ ਦੇਣ ਦੇ ਪੈਸੇ ਲੱਗੇ ਹੋਏ। ਔਰ ਉਹ ਪੈਸੇ ਜਿਹੜੇ ਹੈਗੇ ਆ 2100 ਸੈਂਟਰਾਂ ਦੇ ਸਾਨੂੰ ਕਾਊਂਟ ਕਰਨੇ ਚਾਹੀਦੇ ਆ ਕਿ 2100 ਸੈਂਟਰ ਤੋਂ ਕਿੰਨੇ ਪੈਸੇ ਆਉਂਦੇ ਆ, ਉਹਦੇ ਨਾਲ ਅਸੀਂ ਕੋਈ ਪ੍ਰੋਫਿਟ ਨਹੀਂ ਕਮਾਉਣਾ, ਇਹ 2100 ਸੈਂਟਰ ਚਲਾਉਣਾ। ਜੇ ਇੱਕ ਸੈਂਟਰ ਹਾਲ ਦੀ ਘੜੀ ਕਿਤੇ ਘੱਟ ਕੰਮ ਕਰ ਰਿਹਾ ਤੇ ਦੂਸਰਾ ਉਹਦਾ ਵੱਧ ਕਰ ਰਿਹਾ, ਐਵਰੇਜ ਤਾਂ ਬਣ ਜਾਂਦੀ ਹੈ। ਇਸ ਕਰਕੇ ਇਹ ਸਰਕਾਰ ਦਾ ਕੋਈ ਨਫਾ ਕਮਾਉਣਾ ਇਹਦਾ ਮਕਸਦ ਨਹੀਂ ਹੈ, ਇਹਦਾ ਮਤਲਬ ਕਰਪਸ਼ਨ ਖਤਮ ਕਰਨਾ, ਸੁਵਿਧਾ ਲੋਕਾਂ ਨੂੰ ਦੇਣਾ। ਤੇ ਜਿਹੜਾ ਸਾਰਾ ਦਿਨ ਲੋਕੀ ਪਿੰਡਾਂ 'ਚ ਵਿਚਾਰੇ ਥੈਲੇ ਚੱਕ ਕੇ ਅੱਡਿਆਂ ਤੋਂ ਬੈਠ ਕੇ ਸ਼ਹਿਰਾਂ ਦੇ ਵਿੱਚ ਆਉਂਦੇ ਆ, ਦਫ਼ਤਰਾਂ ਦੇ ਵਿੱਚ ਕੰਮ ਕਰਨ ਵਾਸਤੇ ਆਉਂਦੇ ਆ, ਇਹ ਚੀਜ਼ਾਂ ਉਹ ਘਰਾਂ ਦੇ ਵਿੱਚ ਲੈ ਲੈਣ। 78 ਹਾਲੇ ਕੀਤੀਆਂ, ਇਹਦੇ 'ਚ ਹੋਰ ਬਹੁਤ ਕੁਝ ਐਡ ਕਰਨਾ ਸੀ। ਇਹ ਤਾਂ ਪਹਿਲੇ ਦਿਨ ਤੋਂ ਨੀਅਤ ਮਾੜੀ ਸੀ ਕਿ ਜਦੋਂ ਤੋਂ ਆਏ ਉਸੇ ਦਿਨ ਤੋਂ ਵਿੱਤ ਮੰਤਰੀ ਸਾਹਿਬ ਦਾ ਬਿਆਨ ਆਈ ਜਾਂਦਾ, ਜਿਵੇਂ ਈਰਖਾਨਾ ਬਾਕੀ ਚੀਜ਼ਾਂ ਬੰਦ ਕੀਤੀਆਂ, ਇਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤਾ, ਇਹ ਮੈਂ ਬੰਦ ਕਰਨੀ। ਇਹਨਾਂ ਨੇ ਇੱਕ ਦਿਨ ਵੀ ਡਿਵੋਟ ਨਹੀਂ ਕੀਤਾ ਕਿ ਜੇ ਕਿਤੇ ਘੱਟ ਹੈ ਤਾਂ ਕਿਉਂ ਘੱਟ ਆ, ਕੀ ਆਪਾਂ ਹੋਰ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉੱਥੇ ਆਪਾਂ ਦੇ ਸਕਦੇ ਹਾਂ, ਔਰ ਜਿਹੜੀਆਂ ਪਿੰਡਾਂ ਵਾਲੀਆਂ ਚੀਜ਼ਾਂ ਹੋਰ ਜਿਹੜੀਆਂ ਇਹਦੇ 'ਚ ਸ਼ਾਮਲ ਨਹੀਂ ਆ ਉਹ ਕਿਹੜੀਆਂ ਐਡ ਕੀਤੀਆਂ ਜਾ ਸਕਦੀਆਂ। ਕਿਉਂਕਿ ਜਦੋਂ ਅਸੀਂ ਸ਼ੁਰੂ ਕੀਤਾ ਸੀ ਹਾਲੇ ਥੋੜਾ ਸਮਾਂ ਚੱਲੇ ਆ, ਠੀਕ ਹੈ, ਇਹਦੀ ਨਾਲ ਅਸੀਂ ਸਟੱਡੀ ਕਰਦੇ ਸੀ ਇਹਦੇ 'ਚ ਹੋਰ ਕਿਹੜੀ ਚੀਜ਼ ਦੇਣੀ ਹੈ, ਕਿਹੜੀ ਚੀਜ਼ 'ਚ ਸੁਧਾਰ ਕਰਨਾ। ਇਹ ਮੇਰੇ ਕੋਲ ਰਿਪੋਰਟਾਂ ਨੇ ਸਾਰੇ, ਕਾਫੀ ਡਿਪਟੀ ਕਮਿਸ਼ਨਰ ਦੀਆਂ ਰਿਪੋਰਟਾਂ ਨੇ ਜਿਹੜੇ ਕਈ ਮਹੀਨਿਆਂ ਤੋਂ ਅਸੀਂ ਅਸੈਸ ਕੀਤਾ। ਪਹਿਲਾਂ ਇਹ ਨਹੀਂ ਕਿ ਸਡਨਲੀ ਇੱਕ ਦਿਨ ਜਾ ਕੇ ਬੰਦ ਕਰਤੇ ਅਸੀਂ, ਇਹ ਪਿਛਲੇ 7-8-10 ਮਹੀਨਿਆਂ ਦਾ ਜਿਹੜਾ ਹੈਗਾ ਅਸੈਸ ਕੀਤਾ ਕਿ ਹਰ ਜ਼ਿਲ੍ਹੇ ਦੇ ਵਿੱਚ ਹਰ ਜਿਹੜਾ ਇਹ ਸੈਂਟਰ ਹੈ, ਹਰੇਕ ਸੈਂਟਰ ਸੇਵਾ ਕੇਂਦਰ ਤੇ ਕਿੰਨੀ ਫੁੱਟਫਾਲ ਹੁੰਦੀ, ਕਿੰਨੇ ਲੋਕੀ ਆਉਂਦੇ ਨੇ। ਕਾਫੀ ਜ਼ਿਲ੍ਹਿਆਂ ਦੇ ਰਿਪੋਰਟਾਂ ਨੇ ਕਿ ਪੂਰੇ ਮਹੀਨੇ ਦੇ ਵਿੱਚ ਕਿਤੇ 5 ਐਪਲੀਕੇਸ਼ਨਸ ਆਈਆਂ, ਕਿਤੇ 10 ਐਪਲੀਕੇਸ਼ਨਸ ਆਈਆਂ।
ਸੋ ਇੰਨਾ ਜਿਹੜਾ ਘੱਟ ਜਿਹੜਾ ਵਰਤੋਂ ਦੀ ਹੋ ਰਹੀ ਹੈ ਤੇ ਖਰਚਾ ਵੱਧ ਕਿੰਨਾ ਜ਼ਿਆਦਾ ਹੋ ਰਿਹਾ ਹੈ। ਇਸੇ ਕਰਕੇ ਇਹਦਾ ਨੈਸ਼ਨਲ ਰੀਜ਼ਨ ਹੈ। ਬੇਨਤੀ ਕਰਦਾ ਚੀਮਾ ਸਾਹਿਬ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਡ੍ਰੀਮ ਪ੍ਰੋਜੈਕਟ ਸੀ, ਕੋਈ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਪ੍ਰੋਜੈਕਟ ਕਾਮਯਾਬ ਹੋਣ। ਜੇ ਕੋਈ ਪ੍ਰੋਜੈਕਟ ਕੋਈ ਸਕੀਮ ਗਲਤ ਸਾਬਤ ਹੋ ਗਈ ਹੈ ਤੇ ਉਹਨੂੰ ਬੰਦ ਕਰਨ ਦਾ ਫਿਰ ਨੁਕਸਾਨ ਜ਼ਿਆਦਾ ਹੋ ਰਿਹਾ। ਨੁਕਸਾਨ ਨਹੀਂ ਮੈਂ ਨਾ ਚੱਲਦੇ ਹੋਏ ਨੁਕਸਾਨ ਕਰਾਉਣ ਦੀ ਬਜਾਏ ਉਹਨੂੰ ਬੰਦ ਕੀਤਾ ਜਾਵੇ। ਕਈ ਤਰ੍ਹਾਂ ਦੇ ਸੈਂਟਰ ਨੇ, ਕੁਝ ਵੱਡੇ ਸੈਂਟਰ ਨੇ ਜਿੱਥੇ 12 ਬੰਦਿਆਂ ਦਾ ਸਟਾਫ ਹੈ, ਉੱਥੇ ਨਹੀਂ ਬੰਦ ਹੋਏ। ਦੋ ਸਥਾਨ ਜਿੱਥੇ 4 ਬੰਦਿਆਂ ਦਾ ਸਟਾਫ ਹੈ, ਜਿੱਥੇ ਘੱਟ ਸਟਾਫ ਦੀ ਲੋੜ ਸੀ ਉੱਥੇ ਬੰਦਾ ਵੀ ਇੱਕ ਹੀ ਹੈ। ਉੱਥੇ ਇਹ ਨਹੀਂ ਕਿ 12 ਬੰਦੇ ਬੈਠੇ ਆ। ਜਦ ਦੂਜੀ ਗੱਲ ਹੈ ਕਿ 8-9 ਮਹੀਨੇ ਤੋਂ ਤੁਹਾਡਾ ਰੌਲਾ ਪੈ ਰਿਹਾ ਵੀ ਜਿਹੜੇ ਵਿਚਾਰੇ ਲੜਕੇ ਲੱਗੇ ਉਹਨਾਂ ਨੂੰ ਤਨਖਾਹ ਤੁਸੀਂ ਰਿਲੀਜ਼ ਨਹੀਂ ਕਰ ਰਹੇ। ਚੀਮਾ ਸਾਹਿਬ ਜੇ ਤੁਸੀਂ ਉਹਨੂੰ ਤਨਖਾਹ ਨਹੀਂ ਦਿਓਗੇ ਤਾਂ ਕੰਮ ਤੁਸੀਂ ਉਤੋਂ ਕੀ ਐਕਸਪੈਕਟ ਕਰਦੇ ਹੋ? ਤਿੰਨ ਤਰ੍ਹਾਂ ਦੇ ਨੇ, ਟਾਈਪ 1, ਟਾਈਪ 2, ਟਾਈਪ 3। ਜਿਹੜੇ ਟਾਈਪ 3 ਦੇ ਨੇ ਪਿੰਡਾਂ ਦੇ ਜਿਹੜੇ ਹੈਗੇ ਨੇ ਜਿੱਥੇ ਫੁੱਟਬਾਲ ਬਿਲਕੁਲ ਨਹੀਂ ਹੈ, ਬਹੁਤ ਘੱਟ ਹੈ, ਨੈਗਲੀਜੀਬਲ ਹੈ, ਨਾ ਹੋਣ ਦੇ ਬਰਾਬਰ ਹੈ, ਸਿਰਫ ਉਹੀ ਬੰਦ ਹੋ ਰਹੇ। ਨਹੀਂ ਇਹ ਕਿੱਦਾਂ ਹੋ ਸਕਦਾ? 1647 ਸੈਂਟਰ ਹਾਂ ਪਿੰਡਾਂ ਦੇ ਨੇ, ਸੀ ਕੈਟਾਗਰੀ ਦੇ ਰਿਪੋਰਟਾਂ ਦੇ ਆਧਾਰ ਸਾਰੀਆਂ। ਹਾਂਜੀ ਮਿੱਤਲ ਸਾਹਿਬ, ਸਾਰੇ ਰਿਪੋਰਟਾਂ ਦੇ ਆਧਾਰ ਤੇ ਨੇ। ਹਰਪ੍ਰੀਤ ਜੀ ਗੱਲ ਇਹ ਆ ਕਿ ਜਿਸ ਤਰ੍ਹਾਂ ਦੀ ਇਹ ਸਰਕਾਰ ਚੱਲ ਰਹੀ ਆ, ਸਵੈ ਸਾਹਿਬ ਵੀ ਜਿਸ ਤਰ੍ਹਾਂ ਗਿਣਤੀਆਂ ਦੇ ਵਿੱਚ ਪਏ ਹੋਏ ਨੇ, ਜਦੋਂ ਸਰਕਾਰ ਬਣੀ ਆ ਇਹ ਇਦਾਂ ਲੱਗ ਰਿਹਾ ਕਿ ਸਰਕਾਰ ਇੱਕ ਟ੍ਰੇਡਿੰਗ ਕੰਪਨੀ ਕੈਪਟਨ ਅਮਰਿੰਦਰ ਸਿੰਘ ਚਲਾ ਰਹੇ ਨੇ, ਕੋਈ ਸਰਕਾਰ ਨਹੀਂ ਚੱਲ ਰਹੀ ਇਹ। ਤੇ ਜਿਹਦੇ ਮਤਲਬ ਵਿੱਤ ਮੰਤਰੀ ਜਿਹੜੇ ਹੈਗੇ ਨੇ, ਵਿੱਤ ਮੰਤਰੀ ਦੀ ਭੂਮਿਕਾ 'ਚ ਘੱਟ ਨੇ, ਇੱਕ ਮੁਨੀਮ ਦੇ ਤੌਰ ਤੇ ਵੱਧ ਨਜ਼ਰ ਆਉਂਦੇ ਨੇ ਕਿ ਕਿੱਥੋਂ ਲਾਭ ਹੋਣਾ ਕਿੱਥੋਂ ਹਾਨੀ ਹੋਣੀ ਆ। ਸਰਕਾਰਾਂ ਦਾ ਕੰਮ ਇਹ ਲਾਭ ਹਾਨੀਆਂ ਗਿਣਨਾ ਨਹੀਂ ਹੁੰਦਾ। ਸੰਵਿਧਾਨ ਦੇ ਵਿੱਚ ਸਰਕਾਰਾਂ ਦਾ ਕੰਮ ਵੈਲਫੇਅਰ ਸਟੇਟ ਦਾ ਕਨਸੈਪਟ ਹੈ। ਸੇਵਾਵਾਂ ਦੇਣੀਆਂ, ਸਰਕਾਰਾਂ ਨੇ ਸੇਵਾਵਾਂ ਦੇਣੀਆਂ ਨੇ, ਲੋਕਾਂ ਦੀ ਲੋਕ ਭਲਾਈ ਕਰਨੀ ਆ। ਪਹਿਲੀ ਗੱਲ ਤਾਂ ਇਹ ਆ। ਦੂਜੀ ਗੱਲ ਜਿਹੜੀ ਇਹਨਾਂ ਨੇ ਕਹੀ ਆ ਕਿ ਅਸੀਂ ਜਿਹੜੇ ਹੈਗੇ ਨੇ ਕਿ ਫੁੱਟਫਾਲ ਘੱਟ ਆ। ਸਵੈ ਸਾਹਿਬ ਨੇ ਹਜੇ ਤੱਕ ਕੋਈ ਵੀ ਇਦਾਂ ਦਾ ਜਿਹੜਾ ਹੈਗਾ ਆਬਾਦੀ ਦਾ ਕੋਈ ਕ੍ਰਾਈਟੇਰੀਆ ਨਹੀਂ ਦੱਸਿਆ ਕਿ ਕਿੰਨੀ ਆਬਾਦੀ ਤੱਕ ਅਸੀਂ ਰੱਖਿਆ ਪਿੰਡਾਂ ਦੇ ਵਿੱਚ, ਮੈਂ ਇਹਨੂੰ ਬਲੋ ਮਤਲਬ ਇਸ ਤੋਂ ਆਬਾਦੀ ਤੋਂ ਥੱਲੇ ਅਸੀਂ ਬੰਦ ਕੀਤੇ ਨੇ। ਉਹ ਇਹਨਾਂ ਕੋਲ ਕੋਈ ਡਾਟਾ ਨਹੀਂ ਹੈਗਾ। ਹੁਣ ਮੈਂ ਜਿੱਥੋਂ ਗੱਲ ਕਰਦਾ, ਮੇਰੇ ਪਿੰਡ ਦੀ ਗੱਲ, ਇੱਕ ਮਿੰਟ ਸਰ, ਸਵੈ ਸਾਹਿਬ ਇੱਕ ਮਿੰਟ ਗੱਲ ਸੁਣੋ ਜੀ, ਮੈਂ ਦੱਸਦਾ। ਮੇਰਾ ਪਿੰਡ ਹਥਨ ਪਿੰਡ ਮਲੇਰਕੋਟਲਾ ਤਹਿਸੀਲ ਦਾ ਪਿੰਡ ਹੈ। ਮਲੇਰਕੋਟਲਾ ਤਹਿਸੀਲ ਦਾ ਵੱਡਾ ਪਿੰਡ ਹੈ, 4500 ਉੱਥੇ ਵੋਟ ਆ, ਮੇਰੇ ਆਬਾਦੀ 10,000 ਤੋਂ ਉੱਪਰ। ਮਤਲਬ ਉਹ ਆਲੇ ਦੁਆਲੇ 10 ਪਿੰਡਾਂ ਨੂੰ ਜਿਹਦੇ ਚ ਧੂਰੀ ਤਹਿਸੀਲ ਦੇ ਪਿੰਡ ਵੀ ਸ਼ਾਮਲ ਹੁੰਦੇ ਆ ਤੇ ਮਲੇਰਕੋਟਲਾ ਤਹਿਸੀਲ ਦੇ ਪਿੰਡ ਵੀ ਨੇ ਉਹਦੇ ਚ। ਤੇ ਉੱਥੇ ਉਹ ਮੇਰੇ ਪਿੰਡ ਦਾ ਸੈਂਟਰ ਬੰਦ ਕਰਤਾ ਜੀ ਇਹਨਾਂ ਨੇ। ਤੁਸੀਂ ਦਿਖਾ ਦਿਓ ਉੱਥੇ ਵੀ ਕਿੰਨੇ 4500 ਸੀਗੇ। ਉੱਥੇ ਫੁੱਟਫਾਲ ਹੈ ਸੀ, ਉੱਥੇ ਪੂਰਾ ਆਲੇ ਦੁਆਲੇ ਦੇਖੋ, ਜਾਤੀ ਮੇਰਾ ਬਾਲਗੜ, ਬਮਾਲ, ਕਲੇਰਾ, ਮੁਬਾਰਕਪੁਰ, ਬੁਰਜ, ਨੌਤਰਾਣੀ ਸਾਰੇ ਜਿਹੜੇ ਹੁਣ ਕਹਿੰਦੇ ਜੀ ਮਲੇਰਕੋਟਲੇ ਜਾਣਾ ਪੈਣਾ। ਗਿਣਤੀ ਦਿਓ ਨਾ ਕਿੰਨੇ ਲੋਕ ਉੱਥੇ ਆਉਂਦੇ ਸੀਗੇ। ਦੇਖੋ ਡਾਟਾ ਤਾਂ ਕਲੈਕਟ ਕਰਨਾ ਤੁਹਾਡਾ ਪਿੰਡ ਤਾਂ ਸਾਰੇ ਪਾਸੇ ਹੈ। ਦੇਖੋ ਹੁਣ ਦੂਜੇ ਪਾਸੇ ਗੱਲ ਤਾਂ ਇਹ ਹੈ ਨਾ, ਕਿੰਨੇ ਲੋਕਾਂ ਨੇ ਸੇਵਾਵਾਂ ਵਰਤੀਆਂ। ਦੇਖੋ ਮੈਂ ਸਵੈ ਸਾਹਿਬ ਨੂੰ ਇਹ ਗੱਲ ਕਹਿ ਰਿਹਾ, ਸਾਡੀ ਦਿੱਲੀ ਦੀ ਸਰਕਾਰ 40 ਸਹੂਲਤਾਂ ਸੀ ਡੋਰ ਸਟੈਪ ਡਿਲੀਵਰੀ ਤੇ ਲੋਕਾਂ ਨੂੰ ਘਰੇ ਜਾ ਕੇ। ਮਤਲਬ ਐਲਜੀ ਸਾਹਿਬ ਨੇ ਪਹਿਲਾਂ ਜਿਹੜਾ ਉਹਨਾਂ ਨੇ ਫਾਈਲ ਰੋਕ ਲਈ ਸੀ, ਦੁਬਾਰਾ ਉਹਨਾਂ ਨੇ ਫਾਈਲ ਕਲੀਅਰ ਕਰਤੀ ਸੀ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਅਸੀਂ ਕਹਿ ਰਹੇ ਹਾਂ ਕਿ ਲੋਕਾਂ ਨੂੰ ਤੁਸੀਂ ਇਹ ਘਰੇ ਜਾ ਕੇ ਡਿਲੀਵਰੀ ਦਿਓ, ਤੁਹਾਡਾ ਬੰਦਾ ਘਰੇ ਜਾਵੇ, ਉਹਨਾਂ ਦੇ ਘਰੇ ਸਰਟੀਫਿਕੇਟ ਬਣਾਵੇ, ਘਰੇ ਜੋ ਹੈਗਾ ਉਹਨਾਂ ਦਾ ਲਾਇਸੈਂਸ ਬਣਾਵੇ। ਇਹ ਦਿੱਲੀ ਸਰਕਾਰ ਦੇ ਤਰਜ਼ ਹੋਣਾ ਚਾਹੀਦਾ। ਅਗਰ ਮੈਂ ਦੱਸ ਰਿਹਾ, ਅਗਰ ਇਹਦੇ 'ਚ ਕੋਈ ਕਮੀ ਸੀਗੀ, ਮੰਨ ਲਓ ਅਕਾਲੀ ਦਲ ਵੇਲੇ ਇਹਨਾਂ ਨੇ ਖੋਲੇ, ਉਹਦੇ 'ਚ ਕਮੀ ਇਹ ਸੀ, ਮੈਂ ਦੱਸ ਦਿੰਦਾ, ਕਿਉਂਕਿ ਅਗਰ ਇਹਨਾਂ ਦੀ ਭਾਵਨਾ ਅਗਰ ਪੂਰੀ ਸਟਰੋਂਗ ਹੁੰਦੀ, ਭਾਵਨਾ ਸਹੀ ਹੁੰਦੀ, ਤਾਂ ਇਹ ਮੁਲਾਜ਼ਮ ਜਿਹੜੇ ਸੀ ਇਹਨਾਂ ਨੇ ਆਊਟਸੋਰਸ ਕਰਤੇ। ਮੁਲਾਜ਼ਮ ਵੀ ਇਹ ਪੱਕੇ ਰੱਖਦੇ, ਕਨਫਰਮ ਰੱਖਦੇ, ਤਾਂ ਫਿਰ ਇਹਨਾਂ ਨੂੰ ਕੱਢਣੇ ਵੀ ਹੁਣ ਮੁਸ਼ਕਲ ਹੁੰਦੇ। ਤੇ ਜਿਹੜੀਆਂ ਇਹ ਕਮੀਆਂ ਸੀ ਇੰਪਰੂਵ ਕਰਦੇ, ਇੰਪਰੂਵ ਕਰਨ ਦੀ ਬਜਾਏ ਇਹਨਾਂ ਨੇ ਜਿਹੜਾ ਬੰਦ ਕਰਤਾ, ਇਹ ਬਹੁਤ ਮੰਦਭਾਗੀ ਗੱਲ ਹੈ। ਠੀਕ ਹੈ ਪ੍ਰੋਫੈਸਰ ਮਨਜੀਤ ਜੀ, ਮੈਂ ਤੁਹਾਡੇ ਤੋਂ ਇੱਕ ਗੱਲ ਜਾਣਨਾ ਚਾਹੁੰਦਾ। ਜਿਹੜੀ ਪਿਛਲੀ ਸਰਕਾਰ ਤਰਕ ਦਿੰਦੀ ਹੈ, ਅਕਾਲੀ ਦਲ ਤਰਕ ਦਿੰਦਾ ਕਿ ਭ੍ਰਿਸ਼ਟਾਚਾਰ ਖਤਮ ਕਰਨਾ, ਸਮਾਬੱਧ ਤਰੀਕੇ ਨਾਲ ਕੰਮ ਹੋਣਾ ਔਰ ਧੁੱਪੇ ਲੰਬੀਆਂ ਲਾਈਨਾਂ ਦੀ ਬਜਾਏ ਏਸੀ ਕਮਰਿਆਂ ਦੇ ਵਿੱਚ ਬਿਠਾ ਕੇ ਤੁਹਾਡਾ ਕੰਮ ਕਰਨਾ ਔਰ ਇੱਕੋ ਛੱਤ ਥੱਲੇ 78 ਤੋਂ ਵੱਧ ਸੇਵਾਵਾਂ ਦੇਣਾ, ਇਹ ਸਾਡਾ ਮਨੋਰਥ ਸੀਗਾ ਇਹ ਸੇਵਾ ਕੇਂਦਰ ਖੋਲ੍ਹਣ ਦਾ। ਔਰ ਹੁਣ ਸਰਕਾਰ ਕਹਿ ਰਹੀ ਹੈ ਕਿ ਚਿੱਟੇ ਹਾਥੀ। ਮੇਰਾ ਖਿਆਲ ਹੈ ਕਿ ਜਿਹੜੀ ਗਵਰਨੈਂਸ ਰਿਫਾਰਮ ਦਾ ਕਮਿਸ਼ਨ ਬਣਾਇਆ ਸੀਗਾ, ਉਹਦੀ ਇੱਕ ਸਭ ਤੋਂ ਵਧੀਆ ਜੇ ਕੋਈ ਰეკਮੈਂਡੇਸ਼ਨ ਸੀ ਉਹ ਇਹੀ ਸੀਗੀ ਕਿ ਜਿਹਦੇ ਵਿੱਚ ਬਹੁਤ ਮਤਲਬ ਜਿਹਨੂੰ ਫਲੈਗਸ਼ਿਪ ਰეკਮੈਂਡੇਸ਼ਨ ਕਹਿੰਦੇ ਔਰ ਜਿਹੜੀ ਲਾਗੂ ਵੀ ਹੋਈ ਔਰ ਜਿਹਦੇ 'ਚ ਮੇਰਾ ਖਿਆਲ 400 ਦੇ ਕਰੋੜ ਕਰੀਬ ਘੱਟੋ ਘੱਟ ਪੈਸਾ ਵੀ ਖਰਚਾ ਆਇਆ ਹੋਣਾ, ਸਾਰੀਆਂ ਬਿਲਡਿੰਗਾਂ ਬਣਾਉਣ ਦਾ, ਹੋਰ ਦਾ ਸਾਰਾ ਕੁਛ, ਤੇ ਉਹ ਸੋਹਣੇ ਬਣੇ ਵੀ ਹੈਗੇ। ਦਿੱਕਤ ਕੀ ਆਉਂਦੀ ਹੈ, ਇੱਕ ਤੇ ਜਿਹੜੀ ਮਿੱਤਲ ਨੇ ਪੁਆਇੰਟ ਆਊਟ ਕੀਤੀ ਹੈ ਕਿ ਉਹ ਠੇਕੇਦਾਰਾਂ ਨੂੰ ਦੇ ਦਿੱਤੇ ਸੀਗੇ ਤੇ ਉਹਨਾਂ ਦਾ ਆਪਣੇ ਤੌਰ ਤੇ ਉਹ ਪੈਸੇ ਇੰਨੇ ਘੱਟ ਇੰਪਲਾਈ ਨੂੰ ਦਿੰਦੇ ਆ, 7,500 7,000 8,000 ਔਰ ਕੰਮ ਵੀ 8.5 ਘੰਟੇ ਦੇ ਤਕਰੀਬਨ ਲੈਣਾ। ਤੇ ਉਹਦੇ 'ਚ ਦਿੱਕਤ ਇਹ ਆਉਂਦੀ ਹੈ ਕਿ ਜਿਹੜਾ ਬੈਸਟ ਟੈਕਨੀਕਲ ਮਾਈਂਡ ਹੈਗਾ, ਕੰਪਿਊਟਰ ਨੂੰ ਹੈਂਡਲ ਕਰਨਾ, ਇੰਟਰਨੈਟ ਨੂੰ ਹੈਂਡਲ ਕਰਨਾ, ਐਫੀਸ਼ੀਐਂਟ ਆਦਮੀ ਹੋਵੇ ਜਿਹਨੂੰ, ਉਹ ਉੱਥੇ ਬਹੁਤਾ ਟਿਕਦਾ ਨਹੀਂ, ਕੰਮ ਨਹੀਂ ਕਰਦਾ। ਉਹਦੇ ਨਾਲ ਦਿੱਕਤ ਤੇ ਦੇਖੋ ਇਹਦੇ 'ਚ ਕੋਈ ਨਹੀਂ ਹੈ ਕਿ ਦਿੱਕਤਾਂ ਨਹੀਂ ਆਈਆਂ, ਦਿੱਕਤਾਂ ਆਈਆਂ, ਖਾਸ ਕਰ ਜਿਹੜੇ ਪਿੰਡਾਂ ਦੇ ਵਿੱਚ ਸੀਗੇ ਉੱਥੇ ਤੁਸੀਂ ਜੀ ਫਾਰਮ ਫਲਾਨੀ ਜਗ੍ਹਾ ਲੈ ਆਓ, ਫਿਰ ਐਂ ਕਰਦੇ ਆ, ਲੋਕਾਂ ਨੂੰ ਇਹ ਨਹੀਂ ਪਤਾ ਕਿ ਡਾਕੂਮੈਂਟ ਕਿਹੜੇ ਨਾਲ ਲੈ ਕੇ ਜਾਣੇ ਆ, ਲੋਕਾਂ ਨੂੰ ਇਨਫੋਰਮੇਸ਼ਨ ਨਹੀਂ। ਉਸ ਨੂੰ ਲਾਗੂ ਕਰਨ ਦੇ ਵਿੱਚ ਰਿਮੋਟ ਏਰੀਏ ਵਿੱਚ ਬਾਕੀ ਇਨਫਰਾਸਟਰਕਚਰ ਜਿਸ ਤਰ੍ਹਾਂ ਬਿਜਲੀ ਨਹੀਂ, ਕੰਪਿਊਟਰ ਨਹੀਂ, ਇੰਟਰਨੈਟ ਨਹੀਂ ਹੋਇਆ, ਕਦੀ ਆਹ ਨਹੀਂ ਹੋਇਆ, ਲਾਈਨਾਂ ਲੰਮੀਆਂ ਲੱਗ ਗਈਆਂ, ਮੀਂਹ ਪੈ ਗਿਆ, ਉੱਥੇ ਕੋਈ ਸ਼ੈਲਟਰ ਕਈ ਜਗ੍ਹਾ ਨਹੀਂ ਸੀਗੇ, ਇਹੋ ਜਿਹੀਆਂ ਦਿੱਕਤਾਂ ਉਹਨੂੰ ਚਲਾਉਣ ਦੇ ਵਿੱਚ ਜ਼ਰੂਰ ਸੀਗੀਆਂ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀਆਂ। ਮੈਂ ਪੂਰਾ ਉਹਦੇ ਬਾਰੇ ਸਟੱਡੀ ਕਰਕੇ ਆਇਆ। ਪਰ ਇੱਕ ਜਿਹੜਾ ਮੇਰਾ ਸਵਾਲ ਹੁੰਦਾ ਕਿ
ਜਿਹੜਾ ਐਡਾ ਵੱਡਾ ਇੱਕ ਪ੍ਰੋਜੈਕਟ ਹੈ, ਮੇਰਾ ਖਿਆਲ ਹੈ ਠੀਕ ਹੈ ਇਹਨਾਂ ਨੇ ਡੀਸੀਆਂ ਤੋਂ ਰਿਪੋਰਟਾਂ ਲਈਆਂ, ਹੋਰ ਨਹੀਂ ਹੈ, ਇੱਕ ਬਿਲਕੁਲ ਨਿਊਟਰਲ ਏਜੰਸੀ ਤੋਂ ਜਿਹੜੀ ਸੋਸ਼ਲ ਵੈਲਫੇਅਰਿਜ਼ਮ ਦੇ ਹੱਕ ਵਿੱਚ ਹੋਵੇ ਉਹਨਾਂ ਤੋਂ ਰਿਪੋਰਟ ਕੋਈ ਸਰਵੇ ਕਰਵਾਉਣਾ ਚਾਹੀਦਾ ਸੀ। ਔਰ ਸਰਵੇ ਇਸ ਕਰਕੇ ਨਹੀਂ ਵੀ ਇਹਦੇ ਚੋਂ ਆਮਦਨ ਕਿੰਨੀ ਹੈ, ਨੁਕਸਾਨ ਕਿੰਨਾ, ਕਿ ਇਸ ਨੂੰ ਕਿਵੇਂ ਇੰਪਰੂਵ ਕਰਨ ਦੇ ਚਾਂਸ ਜਿਹੜੇ ਆ, ਕਿੱਥੇ ਕਿੱਥੇ ਲੈਕੂਨਾ ਕੀ ਆ, ਉਹਨੂੰ ਤੁਸੀਂ ਉਹਦੇ ਜਿਹੜੇ ਲੈਕੂਨੇ ਆ, ਜਿਹੜੀ ਉਹਦੀਆਂ ਕਮੀਆਂ ਉਹਨੂੰ ਦੂਰ ਕਰੋ। ਕੁਝ ਕਮੀਆਂ ਜਿਹੜਾ ਮੈਂ ਜਿਸ ਤਰ੍ਹਾਂ ਸੁਜੈਸਟ ਕਰਦਾ ਕਿ ਜਿਹੜੀ ਦੂਰ ਕੀਤੀ ਜਾ ਸਕਦੀ ਸੀ, ਲੋਕਾਂ ਨੂੰ ਵਾਈਡਲੀ ਐਡਵਰਟਾਈਜ਼ਮੈਂਟ ਹੀ ਨਹੀਂ। ਦੇਖੋ ਸਾਡੇ ਬੰਦੇ ਜਿਹੜੇ ਆ ਉਹ ਇੰਨੇ ਪੜ੍ਹੇ ਲਿਖੇ ਨਹੀਂ, 67 ਸੇਵਾਵਾਂ ਹੈ ਕਿ 80 ਸੇਵਾਵਾਂ ਆ, ਕਿੱਦਾਂ ਆ, ਕਿਹੜੀ ਮਿਲਣੀ, ਕਿਵੇਂ ਲੈਣੀ, ਲੋਕ ਅਜੇ ਵੀ ਵੱਡੀ ਗਿਣਤੀ 'ਚ ਸਾਡੇ ਅਨਪੜ੍ਹ ਹੈਗੇ ਆ, ਉਹਨਾਂ ਨੂੰ ਨਹੀਂ ਪਤਾ ਲੱਗਦਾ। ਤੇ ਜਿਹੜੇ ਬੰਦੇ ਠੇਕੇਦਾਰ ਆ ਉਹ ਥੋੜ੍ਹਾ ਜਿਹਾ ਗੁੱਡੀ ਘੁਮਾ ਵੀ ਦਿੰਦੇ ਆ ਵੀ ਆਹ ਕਰ, ਮਤਲਬ ਇਸ ਕਿਸਮ ਦਾ। ਪਰ ਮੇਰਾ ਖਿਆਲ ਹੈ ਕਿ ਜੇ ਪੰਚਾਇਤਾਂ ਨੂੰ ਇਨਵੋਲਵ ਕੀਤਾ ਜਾਂਦਾ, ਜਿਵੇਂ ਪੰਚਾਇਤਾਂ ਦੀ ਟ੍ਰੇਨਿੰਗ ਕਰਦੇ ਆ ਅਸੀਂ, ਲੋਕਾਂ ਦੇ ਵਿੱਚ ਬਿਲਕੁਲ ਵਾਈਡ ਪੱਧਰ ਤੇ ਉਹਦੀ ਇਨਫੋਰਮੇਸ਼ਨ ਲੋਕਾਂ ਨੂੰ ਦਿੰਦੇ। ਇੰਨੇ ਵੀ ਅਨਪੜ੍ਹ ਲੋਕ ਨਹੀਂ ਸਾਡੇ ਪੰਜਾਬ ਦੇ ਹੈਗੇ, ਘਰ 'ਚ ਇੱਕ ਦੋ ਨਿਆਣਾ ਪੜ੍ਹਿਆ ਲਿਖਿਆ, ਸਿੰਪਲ ਗੱਲਾਂ ਉਹਨਾਂ ਨੂੰ ਘਰੋਂ ਕਰੀ ਜਾ ਕੇ। ਮੇਰਾ ਖਿਆਲ ਇਹ ਬੜਾ ਈਜ਼ੀ ਹੁੰਦਾ ਕਿ ਘੱਟ ਬੰਦਾ ਸੌਦਾ, ਇਹਨੂੰ ਬੰਦ ਕਰਕੇ ਪਰਾਂ ਮਾਰੋ, ਇਹਦੇ ਜਗ੍ਹਾ ਕੋਈ ਤੁਸੀਂ ਹੋਰ ਕੋਈ ਹੈਲਥ ਸੈਂਟਰ ਖੋਲ ਦਿਓ ਜਾਂ ਕਿਸੇ ਹੋਰ ਮਹਿਕਮੇ ਨੂੰ ਦੇ ਦਿਓ ਜਾਂ ਉਹਨੂੰ ਦੇ ਦਿਓ। ਇਹ ਸਰਕਾਰਾਂ ਦੇ ਇੰਜ ਕੰਮ ਆ। ਮੇਰਾ ਖਿਆਲ ਇਹਦੇ ਤੇ ਹੋਰ ਜ਼ਿਆਦਾ ਪੂਰੇ ਐਫਰਟ ਕਰਨੇ ਚਾਹੀਦੇ ਸੀਗੇ। ਇਹਦੇ ਨਾਲ ਲੋਕਾਂ ਨੂੰ ਜਿਸ ਤਰ੍ਹਾਂ ਦਾ ਆਈਡੀਆ ਹੈਗਾ ਉਹਨੂੰ ਇੱਕਦਮ ਐਡੀ ਛੇਤੀ ਨਹੀਂ ਸੀ ਗਿਵ ਅਪ ਕਰ ਦੇਣਾ ਚਾਹੀਦਾ। ਇਹ ਜਿਹੜੀ ਐਮਪਲਾਇਮੈਂਟ ਦੀ ਤੇ ਗੱਲ ਛੱਡੇ ਦਿਓ, ਤੇ ਹੈ ਹੀ ਹੈ ਕਿ ਇੰਨੇ ਵੱਡੇ ਪੱਧਰ ਤੇ ਲੋਕ ਵੀ ਜਿਹੜੇ ਬੱਚੇ ਜਿਨ੍ਹਾਂ ਨੂੰ ਉੱਥੇ ਸਕੈਟਰਡ ਏਰੀਆ ਦੇ ਵਿੱਚ, ਰਿਮੋਟ ਏਰੀਆ ਦੇ ਵਿੱਚ ਕੰਮ ਮਿਲਿਆ ਸੀ, ਉਹ ਵੀ ਬੇਰੁਜ਼ਗਾਰ ਤੇ ਹੋਣਗੇ। ਪਰ ਫਿਰ ਵੀ ਮੇਰਾ ਖਿਆਲ ਕਿ ਇੱਕ ਇਸ ਕਰਕੇ ਹੀ ਕਈ ਵਾਰੀ ਹੋ ਜਾਂਦਾ, ਮੈਨੂੰ ਕਿੜ ਕੱਢਣ ਦੀ ਵੀ ਥੋੜੀ ਜਿਹੀ ਦਿੱਕਤ ਲੱਗਦੀ ਹੈ ਵੀ ਕਿਉਂਕਿ ਪਹਿਲੀ ਗਵਰਨਮੈਂਟ ਨੇ ਦਫਾ ਕਰੋ, ਇਹਨਾਂ ਦੀ ਜਗ੍ਹਾ ਕੋਈ ਹੋਰ ਕਰਦੇ ਆ, ਅਸੀਂ ਆਪਣੇ ਨਵੇਂ ਨੰਬਰ ਬਣਾਵਾਂਗੇ, ਜਿਹੜਾ ਉਹ ਸਾਡਾ ਹੋਵੇ। ਕਿਤੇ ਨਾ ਕਿਤੇ ਰਾਜਨੀਤੀ ਦੀ ਡਿਵੈਲਪਮੈਂਟਲ ਪ੍ਰੋਜੈਕਟ ਆ ਵੀ ਸ਼ਿਕਾਰ ਹੋ ਜਾਂਦੇ ਆ। ਹਾਲਾਂਕਿ ਇਹ ਸੱਚਾਈ ਹੈ, ਇਸ ਵਿੱਚ ਸੱਚਾਈ ਹੈ। ਸਾਹਿਬ ਨੇ ਕਿਹਾ ਕਿ ਪਬਲਿਸਿਟੀ ਹੋਣੀ ਚਾਹੀਦੀ। ਇਹ 7-8 ਮਹੀਨੇ ਪਬਲਿਸਿਟੀ ਹੁੰਦੀ ਰਹੀ ਹੈ। ਨਹੀਂ ਤੁਸੀਂ 7-8 ਮਹੀਨੇ ਤੁਸੀਂ ਦੱਸੋ ਕਿਹੜੇ ਨਿਊਜ਼ਪੇਪਰ ਤੁਸੀਂ ਐਡ ਲਗਾਈ, ਕਿਸੇ ਵੀ ਅਖਬਾਰ ਵਿੱਚ ਇਸ਼ਤਿਹਾਰ ਨਹੀਂ ਆਇਆ। ਉਹ ਜਿਹੜੀ ਉੱਥੇ ਨਾ ਜਿਹੜੀ ਲੋਕਾਂ ਦੀ ਆਮਦ ਵਧੀ ਨਹੀਂ ਹੈ, ਸਵੈ ਸਾਹਿਬ ਕਿਸੇ ਸਾਰੇ ਤਰ੍ਹਾਂ ਦਾ ਇੱਕਦਮ ਨਹੀਂ ਹੋਇਆ। ਸਾਡੇ ਲਈ ਫੈਸਲਾ ਸਵੈ ਸਾਹਿਬ ਗੱਲ ਹਰਪ੍ਰੀਤ ਜੀ ਗੱਲ ਆਮਦਨ ਤੇ ਟਿਕੀ ਹੋਈ ਹੈ। ਤੁਹਾਨੂੰ ਸੇਵਾਵਾਂ ਦੇਣ ਦੀ ਕੀ ਲੋੜ ਨਹੀਂ, ਸਿਰਫ ਆਮਦਨ ਤੁਸੀਂ ਵੇਖਣੀ ਕਿ ਸਰਕਾਰ ਦੀ ਆਮਦਨ ਕਿੰਨੀ ਹੋਵੇ। ਜਿੱਥੇ ਖਰਚਾ ਕਰਨ ਦਾ ਕੋਈ ਫਾਇਦਾ ਹੀ ਨਾ ਹੋਵੇ ਤੇ ਉਹ ਖਰਚਾ ਕਿਉਂ ਕੀਤਾ ਜਾਵੇ? ਫਿਰ ਤਾਂ ਤੁਸੀਂ ਹਸਪੀਟਲ ਵੀ ਬੰਦ ਕਰ ਦਿਓ, ਫਿਰ ਤੁਸੀਂ ਸਕੂਲ ਤਾਂ ਬੰਦ ਕਰ ਦਿਓ। ਲੋਕਾਂ ਦਾ ਫਾਇਦਾ ਹੋਵੇ ਨਾ। ਤੁਸੀਂ ਕਚਹਿਰੀਆਂ ਦੇਖੋ, ਕਚਹਿਰੀ ਦੇ ਵਿੱਚ ਸਭ ਤੋਂ ਵੱਡੀ ਕਚਹਿਰੀ ਸਰਕਾਰ ਨੂੰ ਕੋਈ ਇਨਕਮ ਨਹੀਂ ਹੈ, ਕਚਹਿਰੀ ਖਰਚਾ ਹੀ ਖਰਚਾ ਸਰਕਾਰ ਦਾ। ਤੁਸੀਂ ਕਚਹਿਰੀ ਬੰਦ ਕਰ ਦਿਓ, ਤੁਸੀਂ ਥਾਣੇ ਵੀ ਬੰਦ ਕਰ ਦਿਓ, ਫਿਰ ਸਾਰਾ ਕੁਝ ਤੁਸੀਂ ਬੰਦ ਕਰ ਦਿਓ, ਤੁਸੀਂ ਹਸਪੀਟਲ ਬੰਦ ਕਰ ਦਿਓ। ਫਿਰ ਤੁਸੀਂ ਬੰਦ ਕਰਨ ਵਾਸਤੇ ਤੁਹਾਨੂੰ ਨਹੀਂ ਸੁਣਿਆ। ਇਹਦਾ ਗੱਲ ਇਹ ਹੈ, ਹੁਣ ਮੈਨੂੰ ਬੋਲ ਲੈਣ ਦਿਓ, ਸਰਕਾਰ ਖਰਚਾ ਵੀ ਕਰੇ, ਉਹਦਾ ਲੋਕਾਂ ਨੂੰ ਤਾਂ ਫਾਇਦਾ ਹੋਵੇ ਨਾ। ਮੈਂ ਨਹੀਂ ਕਹਿੰਦਾ ਕਿ ਸਰਕਾਰ ਦੇ ਫਾਇਦੇ ਦੀ ਗੱਲ ਨਹੀਂ ਕਰ ਰਿਹਾ। ਸਰਕਾਰ ਖਰਚਾ ਕਰੇ, ਲੋਕਾਂ ਨੂੰ ਫਾਇਦਾ ਹੋਵੇ। ਲੋਕਾਂ ਨੂੰ ਫਾਇਦਾ ਨਾ ਕੋਈ ਹੋਵੇ, ਸੇਵਾਵਾਂ ਦਾ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ। ਲੋਕ ਸੇਵਾਵਾਂ ਜੋ ਲੈ ਹੀ ਨਹੀਂ, ਕੋਈ ਆਏ ਨਹੀਂ ਲੈਣ ਸੇਵਾਵਾਂ। ਨਹੀਂ, ਮੈਂ ਗਵਿੰਦਰ ਜੀ ਨੇ ਹੁਣੇ ਆਪਣੇ ਪਿੰਡ ਦੀ ਉਦਾਹਰਨ ਦਿੱਤੀ ਹੈ। 10,000 ਦੀ ਆਬਾਦੀ ਇਹਨਾਂ ਨੇ ਆਪਣੇ ਪਿੰਡ ਦੀ ਕਹੀ ਹੈ, 10 ਪਿੰਡਾਂ ਨੂੰ ਹੋਰ ਕੈਟਰ ਕਰਦਾ। ਮੈਂ ਇਹਨਾਂ ਨੂੰ ਪੁੱਛਦਾ ਸਵਾਚੀ ਨੂੰ ਵੀ ਜਿਹੜੇ ਤੁਸੀਂ ਇਹ ਦੱਸੋ ਵੀ ਉਹਨਾਂ ਪਿੰਡਾਂ 'ਚ ਸਕੂਲ ਦੇ ਵਿੱਚ ਹਰ ਸਾਲ ਬੱਚੇ ਕਾਲਜਾਂ 'ਚ ਦਾਖਲ ਹੁੰਦੇ, ਸਰਟੀਫਿਕੇਟਾਂ ਦੀ ਲੋੜ ਪੈਂਦੀ ਕਿ ਨਹੀਂ ਪੈਂਦੀ ਬੱਚਿਆਂ ਨੂੰ? ਮੈਂ ਮੇਰੇ ਪਿੰਡ ਸੀਨੀਅਰ ਸੈਕੰਡਰੀ ਹਵਾ 'ਚ ਨਾ ਗੱਲ ਕਰੋ, ਮੈਨੂੰ ਦੱਸੋ ਬਾਕੀ ਗੱਲ ਤਾਂ ਛੱਡੋ। ਲਿਆ ਕੇ ਦੇ ਦੇਣ ਇਹ ਬੱਚਿਆਂ ਨੇ ਜਿਨ੍ਹਾਂ ਨੇ ਦਾਖਲੇ ਲੈਣੇ ਦੇ ਵਿੱਚ ਉਹਨਾਂ ਇੰਨੇ ਐਪਲੀਕੈਂਟਸ ਆਏ, ਸਰਟੀਫਿਕੇਟ, ਬਾਰਡਰ ਏਰੀਆ ਸਰਟੀਫਿਕੇਟ, ਇਨਕਮ ਦੇ ਸਰਟੀਫਿਕੇਟ, ਲੋ ਇਨਕਮ ਦਾ ਜਿਹੜੇ ਡਰਾਈਵਿੰਗ ਦੇ ਲਾਇਸੈਂਸ ਬੱਚਿਆਂ ਦੇ ਰੀਨਿਊ ਹੋਣੇ, ਵੈਪਨ ਦੇ ਲਾਇਸੈਂਸ। ਇਹਦਾ ਮਤਲਬ ਇਹ ਹੈ, ਇਹ ਤਾਂ ਗੋਬਿੰਦਰ ਜੀ ਦੱਸ ਦੇਣਗੇ ਕਿ ਸਾਡੇ ਸੇਵਾ ਕੇਂਦਰ ਦੇ ਵਿੱਚ ਇੰਨੇ ਲੋਕੀ ਆਏ ਸੀਗੇ। ਮੈਂ ਤੁਹਾਨੂੰ ਸਿੰਪਲ ਜਿਹਾ ਹਵਾ ਦੀ ਗੱਲ ਕਰੋ। ਸਵੈਤ ਸਾਹਿਬ ਇੱਕ ਸਿੰਪਲ ਹਵਾ ਦੀ ਤੁਸੀਂ ਕਰ ਰਹੇ ਹੋ। ਸਵੈਤ ਸਾਹਿਬ ਇੱਕ ਸਿੰਪਲ ਜਿਹਾ ਤੁਸੀਂ ਦੱਸੋ ਬੱਚਿਆਂ ਨੂੰ ਸਰਟੀਫਿਕੇਟ ਦੀ ਲੋੜ ਪੈਂਦੀ ਕਿਹੜੇ ਡਾਟਾ ਦੱਸ ਦੇਣ। ਜਿੱਥੇ ਸੁਵਿਧਾ ਸੈਂਟਰ ਖੁੱਲੇ ਨੇ, ਸਵੈਤ ਸਾਹਿਬ ਇੱਕ ਸਿੰਪਲ ਜਿਹਾ ਸਵਾਲ ਦਾ ਜਵਾਬ ਦੇ ਦਿਓ, ਫਿਰ ਆਪਾਂ ਅੱਗੇ ਵਧਦੇ ਹਾਂ। ਜਿੱਥੇ ਸੁਵਿਧਾ ਸੈਂਟਰ ਖੁੱਲੇ ਨੇ, ਜਿਹੜੇ ਏਰੀਆ ਉਸ ਸੈਂਟਰ ਦੇ ਨਾਲ ਲੱਗਦੇ ਨੇ, ਤੁਹਾਨੂੰ ਲੱਗਦਾ ਹੈ ਕਿ ਉਸ ਏਰੀਆ ਦੇ ਵਿੱਚ ਕਿਸੇ ਤਰ੍ਹਾਂ ਦੀ ਇਹਨਾਂ ਚੀਜ਼ਾਂ ਦੀ ਲੋੜ ਹੀ ਨਹੀਂ ਪੈਂਦੀ? ਕਿਸੇ ਨੂੰ ਜਨਮ ਮਰਨ ਦੀ ਕੋਈ ਉੱਥੇ ਪੈਦਾ ਨਹੀਂ ਹੁੰਦਾ, ਕੋਈ ਉੱਥੇ ਮਰਦਾ ਨਹੀਂ, ਕਿਸੇ ਨੂੰ ਵਿਆਹ ਦੇ ਸਰਟੀਫਿਕੇਟ ਦੀ ਲੋੜ ਨਹੀਂ, ਲੋਕ ਭਲਾਈ ਸਕੀਮਾਂ ਦੀ ਲੋੜ ਨਹੀਂ, ਇਹਨਾਂ ਚੀਜ਼ਾਂ ਦੀ ਜ਼ਰੂਰਤ ਹੀ ਨਹੀਂ ਪੈਂਦੀ? ਜ਼ਰੂਰਤ ਪੈਂਦੀ ਹੈ, ਪਰ ਗੱਲ ਇਹ ਹੈ ਕਿ ਸੇਵਾ ਕੇਂਦਰਾਂ ਦੇ ਵਿੱਚ ਜਿਹੜੇ ਲੋਕ ਆਏ, ਅਸੀਂ ਉਹਦੀ ਗੱਲ ਕਰ ਰਹੇ ਹਾਂ, ਅਸੀਂ ਜੇ ਤੱਥਾਂ ਦੇ ਆਧਾਰ ਤੇ ਗੱਲ ਕਰ ਰਹੇ ਹਾਂ। ਪਿਛਲੇ 10 ਮਹੀਨਿਆਂ ਦੀ ਜਿਹੜੀ ਹੈਗੀ ਹੈ ਸੈਂਟਰ, ਉਹਦੇ ਅਸੀਂ ਸਾਰੀ ਰਿਪੋਰਟਾਂ ਨੇ, ਜੇ ਰਿਪੋਰਟਾਂ ਗਲਤ ਨੇ ਤੁਸੀਂ ਦੱਸ ਸਕਦੇ ਹੋ। ਵੱਖ ਪਿੰਡਾਂ ਦੇ ਨਾਲ ਜੁੜਿਆ ਹੋਇਆ ਹੈ, ਉਹਨਾਂ ਪਿੰਡਾਂ ਨੂੰ ਜਦੋਂ ਵੀ ਕਿਸੇ ਸਰਟੀਫਿਕੇਟ ਦੀ ਜ਼ਰੂਰਤ ਹੈ ਉਹ ਇਸ ਸੈਂਟਰ ਦੇ ਵਿੱਚ ਆਣਗੇ ਹੀ ਆਣਗੇ। ਇਹ ਤਾਂ ਨਹੀਂ ਨਾ ਸੀ ਵੀ ਸੈਂਟਰ ਤੋਂ ਬਿਨਾਂ ਕਿਤੇ ਹੋਰ ਮਿਲਦਾ ਨਹੀਂ ਨਾ ਸਰਟੀਫਿਕੇਟ, ਇਹ ਤਾਂ ਗੱਲ ਹੈ ਨਹੀਂ ਨਾ। ਇਹ ਤਾਂ ਐਡੀਸ਼ਨਲ ਜਿਹੜੀ ਫੈਸਿਲਿਟੀ ਸੀ ਨਾ, ਉਹਨੂੰ ਚੇਂਜ ਕਰੋ, ਫੈਸਿਲਿਟੀ ਹੈ, ਚੇਂਜ ਕਰੋ ਕਿ ਉੱਥੇ ਮਿਲੇਗਾ। ਫੈਸਿਲਿਟੀ ਹੈ, ਤੁਸੀਂ ਬਾਹਰ ਬੰਦ ਕਰ ਦਿਓਗੇ। ਸਵੈਤ ਜੀ ਮੇਰਾ ਮਤਲਬ ਕਰ ਰਹੇ ਹੋ, ਮੇਰਾ ਮਤਲਬ ਮੇਰਾ ਆਰਗੂਮੈਂਟ ਬੜਾ ਸਿੰਪਲ ਹੈਗਾ। ਸਕੂਲਾਂ ਦੇ ਵਿੱਚ ਜੇ ਪੜ੍ਹਾਈ ਨਹੀਂ ਹੁੰਦੀ ਤੇ ਲੋਕ ਬੱਚੇ ਵਿਦਡਰਾ ਕਰ ਜਾਂਦੇ ਆ, ਦੂਜੇ ਨਾਲ ਦੇ ਚ ਪ੍ਰਾਈਵੇਟ ਚ ਪਾਉਂਦੇ ਆ। ਫਿਰ ਸਾਡਾ ਸੈਕੰਡ ਆ ਜਾਂਦਾ ਜੀ ਇੱਥੇ ਤੇ ਬੱਚੇ ਨਹੀਂ ਆਉਂਦੇ, ਆਪਾਂ ਹੁਣ ਕੀ ਕਰੀਏ, ਇਹਨੂੰ ਬੰਦ ਕਰੋ ਜਾਂ ਇਹਨੂੰ ਮਰਜ ਕਰ ਦਿਓ। ਇਸ ਗੱਲ ਦੀ ਸਟੱਡੀ ਨਹੀਂ ਕਰਦੇ ਕਿ ਇਹਦੇ ਚ ਬੱਚੇ ਛੱਡੇ ਕਿਉਂ। ਬਿਲਕੁਲ
ਕਿ ਜਦੋਂ ਉੱਥੇ ਬੱਚੇ ਪੜ੍ਹਦੇ ਆ ਪਿੰਡ 'ਚ ਬੱਚੇ ਕਿਤੇ 'ਚ ਮਾਈਗ੍ਰੇਟ ਨਹੀਂ ਕਰ ਗਏ, ਚੰਗੀਆਂ ਤਨਖਾਹਾਂ, ਚੰਗੀਆਂ ਬਿਲਡਿੰਗਾਂ, ਬੱਚੇ ਕਿਉਂ ਛੱਡਦੇ ਗਵਰਨਮੈਂਟ ਸਕੂਲਾਂ 'ਚ? ਬਈ ਇਸ ਗਵਰਨਮੈਂਟ ਦੀ ਜ਼ਿੰਮੇਵਾਰੀ ਨਹੀਂ ਕੰਨ ਖਿੱਚ ਕੇ ਉੱਥੇ ਬੰਦੇ ਜਿਹੜੇ ਕੰਮ ਨਹੀਂ ਕਰਦੇ ਉਹਨਾਂ ਤੋਂ ਕੰਮ ਲੈਣ। ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਨਹੀਂ ਕਿ ਪਹਿਲਾਂ ਤਾਂ ਤੁਸੀਂ ਮਰੀਜ਼ ਨੂੰ, ਬੰਦੇ ਨੂੰ ਮਰੀਜ਼ ਬਣਾ ਦਿਓ, ਫਿਰ ਕੋਈ ਯਾਰ ਇਹਨੇ ਬਚਣਾ ਤੇ ਹੈ ਨਹੀਂ, ਇਹਨੂੰ ਤਾਂ ਜਾਣ ਦਿਓ। ਇਸ ਤਰ੍ਹਾਂ ਨਾ ਕਰੋ। ਉਸ ਦਾ ਇਹਦੇ ਕੋਸ਼ਿਸ਼ ਪੂਰੀ ਕਰਨੀ ਚਾਹੀਦੀ ਹੈ ਕਿ ਉਹਨਾਂ ਦੀ ਐਫੀਸ਼ੀਐਂਸੀ ਨੂੰ ਕਿਵੇਂ ਵਧਾਇਆ ਜਾਏ। ਹਾਂਜੀ, ਇੱਕ ਹੋਰ ਸਵਾਲ ਹੈ। ਇੱਕ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਕੁਝ ਲੋਕਾਂ ਵੱਲੋਂ ਵੀ ਇਹ ਗੱਲ ਕੀਤੀ ਜਾ ਰਹੀ ਹੈ, ਸਵੈਤ ਸਾਹਿਬ, ਇਸ ਪਿੱਛੇ ਕੀ ਤਰਕ ਹੈਗਾ ਕੁਝ ਕਿ ਕਮਿਸ਼ਨ ਏਜੰਟਾਂ ਦਾ ਧੰਦਾ ਬੰਦ ਹੋ ਗਿਆ ਸੀਗਾ, ਇੱਕ ਭ੍ਰਿਸ਼ਟ ਕਰਮਚਾਰੀਆਂ ਦੀ ਲੌਬੀ ਹੈ ਜਿਹੜੀ ਚਾਹੁੰਦੀ ਹੈ ਕਿ ਇਹ ਸੇਵਾ ਕੇਂਦਰ ਬੰਦ ਹੋ ਜਾਣ, ਮੁੜ ਕੇ ਰੋਜ਼ਗਾਰ ਉਹਨਾਂ ਦਾ ਚੱਲ ਜਾਏ। ਨਹੀਂ, ਦੇਖੋ ਇਹ ਇਲਜ਼ਾਮ ਲਾਉਣਾ ਕਿ ਸਰਕਾਰ ਨੇ ਕਿਸੇ ਕਮਿਸ਼ਨ ਏਜੰਟ ਦੇ ਕਹਿਣ ਤੇ ਕੀਤਾ ਹੈ। ਨਹੀਂ, ਇਹ ਗੱਲ ਮੰਨਦੇ ਹੋ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਹਾਲੇ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ? ਦੇਖੋ, ਜੇਕਰ ਇਹ ਸੇਵਾਵਾਂ ਤੁਸੀਂ ਮੁੜ ਕੇ ਇਹਨਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਸ਼ੁਰੂ ਕਰ ਦੋਗੇ, ਲੋਕਾਂ ਦੀ ਖੱਜਲ ਖੁਆਰੀ, ਟਾਈਮ ਬੰਦ, ਸਮਾਂ ਬੰਦ ਤੇ ਜਿਹੜੀ ਸੇਵਾਵਾਂ ਮਿਲਦੀਆਂ ਔਰ ਕਮਿਸ਼ਨ ਏਜੰਟ ਮੁੜ ਤੋਂ ਜਾਗਰਤ ਨਹੀਂ ਹੋਣਗੇ। ਨਹੀਂ ਹਰਪ੍ਰੀਤ, ਸਰਕਾਰ ਤੇ ਇਹ ਇਲਜ਼ਾਮ ਲਾਉਣਾ ਕਿ ਕਿਸੇ ਕਮਿਸ਼ਨ ਏਜੰਟ ਦੇ ਕਹਿਣ ਤੇ ਜਾਂ ਕਿ ਅਸੀਂ ਸਰਕਾਰ ਨੇ ਕਰਪਸ਼ਨ ਨੂੰ ਪ੍ਰਮੋਟ ਕਰਨ ਵਾਸਤੇ ਕੀਤਾ ਹੈ, ਨਹੀਂ, ਇਦਾਂ ਦੇ ਇਲਜ਼ਾਮ ਨਾ ਲਾਓ। ਨਹੀਂ ਸਵੈਤ ਸਾਹਿਬ, ਮੈਂ ਇਹ ਕਹਿ ਰਿਹਾ ਕਿ ਵਧਣਗੇ ਕਿ ਨਹੀਂ ਵਧਣਗੇ, ਵਧਣਗੇ ਕਿ ਨਹੀਂ ਵਧਣਗੇ। ਸਰਕਾਰ ਦਾ ਟੀਚਾ ਹੈ ਕਿ ਤੁਸੀਂ ਮੇਰਾ ਸਵਾਲ ਨਹੀਂ ਸਮਝ ਜ਼ੀਰੋ ਕਰਪਸ਼ਨ ਜਿਹੜੀ ਹੈਗੀ, ਜ਼ੀਰੋ ਟੋਲਰੈਂਸ। ਸਵੈਤ ਸਾਹਿਬ, ਮੈਨੂੰ ਇਹ ਸਮਝਾਓ ਨਾ ਫਿਰ ਤੁਸੀਂ, ਜ਼ੀਰੋ ਟੋਲਰੈਂਸ ਕਿਵੇਂ ਹੋਏਗੀ? ਨਹੀਂ, ਅਸੀਂ ਨੇ ਉੱਥੇ ਇਹ ਕਰਪਸ਼ਨ ਦਾ ਕਿਵੇਂ ਕਰਦੇ ਹਾਂ ਲਾਓ ਅਸੀਂ ਕਿਸੇ ਨੂੰ? ਇਹ ਨਹੀਂ ਹੈ, ਇਹ ਤੁਸੀਂ ਇਹ ਨਾਲ ਇਲਜ਼ਾਮ ਲਾਓਗੇ। ਤੁਸੀਂ ਇੱਕ ਗੱਲ ਦਾ ਜਵਾਬ ਦਿਓ। ਇਸ ਇਹਨਾਂ ਸੈਂਟਰਾਂ ਨੂੰ ਅਲੱਗ ਕਰਨ ਦਾ ਸਭ ਤੋਂ ਵੱਡਾ ਕਾਰਨ ਤੇ ਮੰਤਵ ਇਹ ਸੀ ਕਿ ਭ੍ਰਿਸ਼ਟਾਚਾਰ ਤੇ ਨਕੇਲ ਕੱਸੀ ਜਾਵੇ, ਕਿ ਜਿਹੜੇ ਸਰਕਾਰੀ ਮੁਲਾਜ਼ਮ ਟਾਈਮ ਸਿਰ ਕੰਮ ਨਹੀਂ ਕਰਦੇ ਉਹਨਾਂ ਦੀਆਂ ਜੇਬਾਂ ਗਰਮ ਕਰੋ ਤਾਂ ਤੁਹਾਡਾ ਟਾਈਮ ਸਿਰ ਕੰਮ ਵੀ ਹੋ ਜਾਊਗਾ। ਉਹਨਾਂ ਚੀਜ਼ਾਂ ਨੂੰ ਹਟਾਉਣ ਦੇ ਲਈ ਇਹ ਸੇਵਾ ਕੇਂਦਰ ਖੋਲੇਗੇ। ਹੁਣ ਜਦੋਂ ਇਹ ਸੇਵਾ ਕੇਂਦਰ ਬੰਦ ਕੀਤੇ ਜਾਣਗੇ ਫਿਰ ਉਹ ਗੱਲ ਹੋਵੇਗੀ ਜਾਂ ਨਹੀਂ ਹੋਵੇਗੀ? ਦੇਖੋ ਹਰਪ੍ਰੀਤ ਜੀ, ਜਿਹੜੇ ਇਹਨਾਂ ਸੈਂਟਰਸ ਤੇ ਸੇਵਾ ਕੇਂਦਰ ਤੇ ਲੋਕ ਘੱਟ ਆ ਰਹੇ ਨੇ, ਲੋਕ ਡਾਇਰੈਕਟ ਸੇਵਾਵਾਂ ਲੈ ਰਹੇ ਨੇ ਜਿੱਥੇ ਸੋਰਸ ਤੋਂ ਲੈ ਰਹੇ ਨੇ, ਜਿਹੜੇ ਤੁਸੀਂ ਕਹਿ ਰਹੇ ਹੋ ਸਰਟੀਫਿਕੇਟ ਸਕੂਲਾਂ ਤੋਂ ਲੈ ਰਹੇ ਨੇ, ਔਰ ਦੈਟ ਮੀਨਸ ਕਿ ਉੱਥੇ ਕਰਪਸ਼ਨ ਚੱਲ ਰਹੀ ਹੈ। ਇਹਦਾ ਇਹ ਨਹੀਂ ਹੈ, ਇੱਕ ਬਿਲਕੁਲ ਨਹੀਂ ਹੈਗਾ। ਜਿਹੜੇ ਲੋਕ ਘੱਟ ਆ ਰਹੇ ਸੇਵਾ ਕੇਂਦਰ ਤੋਂ, ਇਹਦਾ ਮਤਲਬ ਇਹ ਨਹੀਂ ਹੈਗਾ ਤੁਸੀਂ ਜੋ ਕਹਿ ਰਹੇ ਹੋ। ਦੇਖੋ ਗੱਲ ਇਹ ਹੈ, ਤੁਸੀਂ ਗੱਲ ਨੂੰ ਨਾ ਫੋਲੋ ਨਹੀਂ ਕਰਦੇ, ਤੁਸੀਂ ਗੱਲ ਨੂੰ ਹੋਰ ਪਾਸੇ ਲੈ ਜਾਂਦੇ ਹੋ। ਮੇਰਾ ਸਵਾਲ ਬੜਾ ਸਿੰਪਲ ਜਿਹਾ ਸੀ, ਤੁਸੀਂ ਉਹਦਾ ਜਵਾਬ ਹੀ ਨਹੀਂ ਦਿੱਤਾ। ਸਰਕਾਰ ਤੇ ਇਲਜ਼ਾਮ ਲਾ ਰਹੇ ਨਾ ਕਿ ਤੁਸੀਂ ਕਰਪਸ਼ਨ ਨੂੰ ਪ੍ਰਮੋਟ ਕਰਨ ਵਾਸਤੇ ਤੁਸੀਂ ਕਰ ਰਹੇ ਹੋ। ਮੈਂ ਤੁਹਾਡੀ ਸਰਕਾਰ ਤੇ ਇਲਜ਼ਾਮ ਨਹੀਂ ਲਾ ਰਿਹਾ, ਮੈਂ ਸਿਰਫ ਇਹ ਕਹਿ ਰਿਹਾ ਕਿ ਸਰਕਾਰੀ ਵਿਭਾਗਾਂ ਦੇ ਵਿੱਚੋਂ ਕਰਪਸ਼ਨ ਖਤਮ ਕਰਨ ਲਈ ਜਾਂ ਘੱਟ ਕਰਨ ਦੇ ਲਈ ਇਹਨਾਂ ਸੇਵਾ ਕੇਂਦਰਾਂ ਦਾ ਨਿਰਮਾਣ ਹੋਇਆ। ਹੁਣ ਇਹਨਾਂ ਸੇਵਾ ਕੇਂਦਰਾਂ ਨੂੰ ਜਦੋਂ ਤੁਸੀਂ ਖਤਮ ਕਰੋਗੇ, ਮੁੜ ਕੇ ਕਰਪਸ਼ਨ ਵਧੇਗੀ ਜਾਂ ਨਹੀਂ ਵਧੇਗੀ? ਸਵੈਤ ਜੀ ਕੋਲ ਇਹ ਪੁੱਛੋ। ਨਹੀਂ ਸਵੈਤ ਜੀ ਫੁੱਟਫਾਲ ਘਟਿਆ, ਤੁਹਾਡੀ ਗੱਲ ਮੰਨ ਲਈ, ਤੁਹਾਡੇ ਕਹਿਣ ਤੇ ਅਸੀਂ ਮੰਨ ਲੈਂਦੇ ਆ। ਕਿਉਂ ਲੋਕ ਨਹੀਂ ਆਉਂਦੇ ਪਈ, ਇਹਦਾ ਪਤਾ ਲਾਇਆ? ਇਹ ਤਾਂ ਅਕਾਲੀ ਦਲ ਨੂੰ ਪੁੱਛੋ, ਜਿਹਨਾਂ ਸ਼ੁਰੂ ਕੀਤੇ ਸੀ ਉਹ ਮੈਨ ਪਾਵਰ ਘੱਟ ਹੋਵੇ। ਅਕਾਲੀ ਦਲ ਸ਼ੁਰੂ ਕੀਤੇ ਸੀ ਉਹਨਾਂ ਨੇ। ਇੱਕ ਮਿੰਟ, ਲੋਕਾਂ ਨੂੰ ਪੁੱਛ ਲਓ ਕਿਉਂ ਨਹੀਂ ਜਾਂਦੇ? ਨਹੀਂ, ਮੇਰਾ ਵੀਰ ਗੱਲ ਸੁਣ ਲੈ, ਲੋਕਾਂ ਦੇ ਮਸਲੇ ਦੇ ਹੈਗੇ ਆ ਨਾ। ਜਿਹੜੇ ਤੁਸੀਂ ਹਰਪ੍ਰੀਤ ਜੀ ਤੁਸੀਂ ਕਰ ਰਹੇ ਹੋ ਗੱਲ ਕਰਪਸ਼ਨ ਦੀ, ਜੇ ਲੋਕ ਡਾਇਰੈਕਟਰੀ ਸਰਵਿਸ ਲੈ ਰਹੇ ਨੇ, ਉੱਥੇ ਫੈਸਿਲਿਟੀ ਮਹਿਕਮੇ ਤੋਂ ਲੈ ਰਹੇ ਨੇ, ਉੱਥੇ ਨਹੀਂ ਆ ਰਹੇ, ਦੈਟ ਮੇਰੀ ਗੱਲ ਸੁਣ ਲਓ। ਮੇਰੀ ਤੇ ਇੰਨੀ ਗੱਲ ਹੈ ਯਾਰ, ਜੇ ਲੋਕ ਉੱਥੇ ਨਹੀਂ ਆਉਂਦੇ ਉਹਦਾ ਕਾਰਨ ਲੱਭੋ ਵੀ ਲੋਕ ਕਿਉਂ ਨਹੀਂ ਆ ਰਹੇ। ਲੋਕਾਂ ਦੀਆਂ ਮੁਸੀਬਤਾਂ ਤੇ ਹੈਗੀਆਂ, ਇਸ ਕਰਕੇ ਗੱਲ ਕੀਤੀ ਹੈ ਪ੍ਰੋਫੈਸਰ ਸਾਹਿਬ ਨੇ, ਜਿਹੜੀ ਗੱਲ ਉਸ ਗੱਲ ਤੋਂ ਸ਼ੰਕਾ ਜ਼ਰੂਰ ਪੈਦਾ ਹੁੰਦਾ ਕਿ ਕੋਈ ਨਾ ਕੋਈ ਇਹੋ ਜਿਹੀ ਲੌਬੀ ਜ਼ਰੂਰ ਹੈ ਜਿਹੜੀ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰ ਰਹੀ ਹੈ। ਕਿਉਂਕਿ ਜਿਵੇਂ ਇਹਨਾਂ ਨੇ ਕਿਹਾ ਕਿ ਤੁਹਾਡੀਆਂ ਦਿਮਾਗ ਦੀਆਂ ਤੁਹਾਡੀਆਂ ਕੈਸ ਰਹੀਆਂ ਨੇ, ਡੀਸੀ ਸਾਹਿਬ ਤੋਂ ਰਿਪੋਰਟਾਂ ਲਾਈਆਂ ਨੇ। ਬਿਊਰੋਕ੍ਰੇਸੀ ਦੇਖੋ, ਸਾਰੀ ਬਿਊਰੋਕ੍ਰੇਸੀ ਕਿਵੇਂ ਨਾ ਕਿਵੇਂ ਕੰਮ ਕਰਦੀ ਹੈ, ਤੁਹਾਨੂੰ ਪਤਾ ਹੀ ਹੈ। ਪਹਿਲਾਂ ਜਦੋਂ ਟਰੱਕ ਯੂਨੀਅਨ ਬੰਦ ਕਰਨ ਦਾ ਮਾਮਲਾ ਆਇਆ ਸੀ, ਉਦੋਂ ਵੀ ਇਹ ਸੀ ਕਿ ਸ਼ੈਲਰ ਮਾਲਕਾਂ ਦੇ ਪ੍ਰੈਸ਼ਰ ਦੇ ਵਿੱਚ ਸਰਕਾਰ ਨੇ ਟਰੱਕ ਯੂਨੀਅਨ ਬੰਦ ਕਰਨ ਦਾ ਫੈਸਲਾ ਲਿਆ। ਇਸ ਕਰਕੇ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਕਿ ਤੁਸੀਂ ਇਸ ਗੱਲ ਦੀ ਪਤਾ ਕਿਉਂ ਨਹੀਂ ਕੀਤਾ ਕਿ ਅਗਰ ਲੋਕ ਕਿਉਂ ਨਹੀਂ ਆਉਂਦੇ ਤਾਂ ਲੋਕਾਂ ਹੁਣ ਇਹਨਾਂ ਨੇ ਕਿਹਾ ਕਿ ਅਸੀਂ ਐਡਵਰਟਾਈਜ਼ਮੈਂਟ ਕੀਤੀ। ਤੁਸੀਂ ਦੱਸੋ ਕਿਹੜੇ ਐਸਡੀਐਮ ਦਫ਼ਤਰਾਂ ਦੇ ਵਿੱਚ ਤੁਸੀਂ ਬੋਰਡ ਲਾਏ ਕਿ ਫਲਾਣੇ ਪਿੰਡ ਦੇ ਵਿੱਚ ਇੰਨੇ ਕਿਲੋਮੀਟਰ ਦੀ ਦੂਰੀ ਦੇ ਉੱਤੇ ਆ ਸੈਂਟਰ ਖੁੱਲੇ ਹੋਏ ਨੇ? ਤੁਸੀਂ ਕਿਹੜੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ? ਤੁਸੀਂ ਕਿਵੇਂ ਜਾ ਕੇ ਪਿੰਡਾਂ ਦੇ ਵਿੱਚ ਸੈਮੀਨਾਰ ਲਾਏ? ਤੁਸੀਂ ਕਿਵੇਂ ਕੈਂਪ ਲਾਏ? ਕੋਈ ਸੈਮੀਨਾਰ ਨਹੀਂ ਲੱਗਿਆ। ਮੈਂ ਦੱਸ ਦਿੰਦਾ ਵੀ ਗੱਲ ਤੇ ਹੈ ਕਿ ਫੀਲਡ ਵਾਲੇ ਤੇ ਦਫ਼ਤਰ ਬੰਦ ਹੋਣੇ ਹੀ ਹੈ ਜਦੋਂ ਸੈਕਟਰੀਏਟ ਸਾਡਾ ਬੰਦ ਹੋ ਗਿਆ, ਕਿਉਂਕਿ ਇੱਕ ਇਹਨਾਂ ਨੇ ਰੁਜ਼ਗਾਰ ਵਾਸਤੇ ਕੋਈ ਐਪਲੀਕੇਸ਼ਨ ਲੋਕਾਂ ਕੋਲ ਨਹੀਂ ਮੰਗੀ। ਇਹ ਕਲਰਕ ਦੀਆਂ ਪੋਸਟਾਂ ਕੱਢ ਕੇ ਦੇਖ ਲੈਣ, 5 ਲੱਖ ਐਪਲੀਕੇਸ਼ਨ ਆ ਜਾਂਦੀ, ਸਾਰਿਆਂ ਨੂੰ ਸਰਟੀਫਿਕੇਟਾਂ ਦੀ ਲੋੜ ਪੈਂਦੀ। ਇਹ ਸਾਰੇ ਸੈਂਟਰ ਚੱਲ ਪਣਗੇ। ਜਦੋਂ ਤੁਸੀਂ ਸਟੇਟ ਦਾ ਹੀ ਦਰਵਾਜ਼ਾ ਬੰਦ ਕਰ ਦਿੱਤਾ, ਇਹ ਜਿਹੜੇ ਬੰਦ, ਬਾਕੀ ਸਾਰਾ ਸੁਵਿਧਾ ਬੰਦ, ਡਿਵੈਲਪਮੈਂਟ ਬੰਦ, ਸਕੂਲ ਬੰਦ, ਠੀਕ ਹੈ ਨਾ, ਤੇ ਲੋੜ ਕਾਹਦੀ ਲੈਣੀ ਸਰਟੀਫਿਕੇਟ? ਲੋਕਾਂ ਨੂੰ ਵਿਚਾਰੇ ਪਛਾਣ ਬੈਠੇ। ਤੁਸੀਂ ਇੱਕ ਨੌਕਰੀ ਕੱਢ ਕੇ ਦੇਖੋ, ਫਿਰ ਪਤਾ ਲੱਗਦਾ ਵੀ ਹਰ ਪਿੰਡ ਚੋਂ ਕਿੰਨੇ ਬੱਚੇ ਪੜ੍ਹੇ ਲਿਖੇ ਆ ਤੇ ਕਿੰਨੇ ਸਰਟੀਫਿਕੇਟ ਨੂੰ ਲੋੜ ਪੈਂਦੀ। ਸਰਟੀਫਿਕੇਟ ਕਾਹਦੇ ਵਾਸਤੇ ਮੰਗਦੇ ਸੀ? ਸਾਡੇ ਸਮੇਂ ਦੇ ਵੀ, ਸਾਡੇ ਵੇਲੇ ਕਿਉਂ ਚੱਲਦੇ ਸੀ? ਇਸੇ ਕਰਕੇ ਚੱਲਦੇ ਸੀ, ਕੰਮ ਚੱਲਦੇ ਸੀ। ਤੁਹਾਡੇ ਸਮੇਂ ਦੇ ਵੀ ਫਿਕਰ ਨਹੀਂ। ਇੱਕ ਬ੍ਰੇਕ ਲੈ ਲਈਏ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਜਲਦ ਤੋਂ ਵੱਧ ਨਹੀਂ ਸੀ ਕੋਈ ਵਿਚਾਰ ਚਰਚਾ ਜਾਰੀ ਰੱਖਾਂਗੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ। ਸੇਵਾ ਕੇਂਦਰ ਜਿਹੜੇ ਬੰਦ ਹੋ ਰਹੇ ਨੇ ਉਹਨਾਂ ਦੇ ਪਿੱਛੇ ਸਰਕਾਰ ਦਾ ਜੋ ਤਰਕ ਹੈ ਔਰ ਜਿਹੜੀ ਪਹਿਲਾਂ ਸਰਕਾਰ ਰਹੀ ਹੈ ਜਿਸ ਪਾਰਟੀ ਦੀ, ਉਸ ਦਾ ਕੀ ਤਰਕ ਹੈ, ਉਸੇ ਤੇ ਵਿਚਾਰ ਚਰਚਾ ਹੋ ਰਹੀ ਹੈ। ਸ਼ਾਇਦ ਸਾਹਿਬ ਇੱਕ ਸਵਾਲ ਹੋਰ ਹੈਗਾ
ਕਿ ਜਿਸ ਤਰ੍ਹਾਂ ਚੀਮਾ ਸਾਹਿਬ ਨੇ ਕਿਹਾ ਕਿ ਆਲੀਸ਼ਾਨ ਬਿਲਡਿੰਗਾਂ ਬਣਾਈਆਂ ਗਈਆਂ, ਇਨਫਰਾਸਟ੍ਰਕਚਰ ਹਰ ਤਰ੍ਹਾਂ ਦਾ ਦਿੱਤਾ ਗਿਆ, ਇੰਟਰਨੈਟ, ਬਿਜਲੀ, 에ਅਰ ਕੰਡੀਸ਼ਨ ਸਭ ਕੁਝ ਦਿੱਤਾ ਗਿਆ, ਔਰ ਵੱਡੀ ਗੱਲ ਇਹ ਸੀ ਕਿ ਉਸ ਨੂੰ ਇੱਕ ਅਜਿਹੀ ਥਾਂ ਤੇ ਬਣਾਇਆ ਗਿਆ ਜਿੱਥੇ ਇੱਕ ਤਾਂ ਪਾਰਕਿੰਗ ਖੁੱਲੀ ਡੁੱਲੀ ਸੀ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ, ਔਰ ਸੰਪਰਕ ਏਰੀਆ ਬੜਾ ਵਧੀਆ ਸੀਗਾ ਵੀ ਸੜਕਾਂ ਜਿਹੜੀਆਂ ਸਿੱਧੀਆਂ ਲੱਗਦੀਆਂ ਸੀ। ਹੁਣ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਬੜੀਆਂ ਥਾਵਾਂ ਤੇ ਜਿਹੜੇ ਦਫ਼ਤਰ ਨੇ ਉਹ ਬੜੇ ਐਸੀਆਂ ਥਾਵਾਂ ਤੇ ਨੇ ਜਿੱਥੇ ਪਾਰਕਿੰਗ ਨਹੀਂ ਹੋ ਪਾਉਂਦੀ, ਜਿੱਥੇ ਗੱਡੀਆਂ ਨਹੀਂ ਲੱਗ ਪਾਉਂਦੀਆਂ। ਉਹਦਾ ਇੱਕ ਕਾਰਨ ਇਹ ਵੀ ਸੀਗਾ। ਹੁਣ ਮੈਨੂੰ ਇਹ ਦੱਸੋ ਤੁਸੀਂ ਇਹਨਾਂ ਬਿਲਡਿੰਗਾਂ ਦਾ ਕਰੋਗੇ ਕਿ ਜਦੋਂ ਤੁਸੀਂ ਖਾਲੀ ਕਰਾਂਗੇ? ਦੇਖੋ ਇਹਦੀ ਜਿਹੜੀ ਵਿਚਾਰ ਹੈ ਬਿਲਡਿੰਗ ਵਰਤਣ ਦੀ, ਇਹਦੇ ਕਈ ਤਰ੍ਹਾਂ ਦੇ, ਕੋਈ ਆਂਗਨਵਾੜੀ ਸੈਂਟਰ ਵੀ ਹੋਰ ਖੁੱਲੇ, ਆਂਗਨਵਾੜੀ ਤੁਸੀਂ ਪਹਿਲੇ ਬੰਦ ਕੀਤੇ ਪਏ, ਕਿੱਥੇ ਬੰਦ ਕੀਤੇ ਹੈ? ਆਂਗਨਵਾੜੀ ਤੁਸੀਂ ਬੰਦ ਨਹੀਂ ਕੀਤੇ, ਕੋਈ ਦੱਸੋ, ਕੋਈ ਇੱਕ ਬੰਦ ਕੀਤਾ ਸੀ? ਸਕੂਲਾਂ, ਡਿਸਪੈਂਸਰੀ ਨੇ, ਧਰਮਸ਼ਾਲਾ ਵਾਸਤੇ, ਹੋਰ ਕਾਫੀ ਲੋਕ ਮਤਲਬ ਹਰ ਬਿਲਡਿੰਗ ਦਾ ਕੋਈ ਨਕਸ਼ਾ ਵੀ ਹੁੰਦਾ ਕਿ ਨਹੀਂ ਹੁੰਦਾ? ਹੁਣ ਇਹ ਬਿਲਡਿੰਗ ਆਫੀਸ਼ੀਅਲ ਬਿਲਡਿੰਗ ਹੈ, ਹੁਣ ਤੁਸੀਂ ਧਰਮਸ਼ਾਲਾ ਬਣਾ ਦੋਗੇ, ਕੈਬਿਨ ਬਣਾਉਣਾ, ਕੈਬਿਨ ਚ ਲੋਕਾਂ ਨੂੰ ਸਵਾਓਗੇ, ਐਕਚੁਅਲੀ ਨਾ ਰੁਜ਼ਗਾਰ ਨਾ ਕੁਛ, ਤਾਸ਼ ਕੇਂਦਰ ਬਣਾ ਦੇਣਗੇ ਵੀ ਉੱਥੇ ਤਾਸ਼ ਖੇਡਣ ਕਈ ਤਰ੍ਹਾਂ ਨਾਲ ਜਿਹੜੇ ਬਿਲਡਿੰਗਸ ਨੇ, ਇੱਕ ਤਾਸ਼ ਦੇ ਦਿਓ ਲੋਕਾਂ ਨੂੰ, ਹੁਣ ਵੀ ਸਾਰਾ ਕੁਝ ਅਲੱਗ ਦੇਖਿਆ ਜਾਊਗਾ। ਸਾਰੀਆਂ ਬਿਲਡਿੰਗਾਂ ਨੇ ਕਿਸ ਕੰਮ ਵਾਸਤੇ ਵਰਤੋਂ ਹੋ ਸਕਦੀ ਹੈ? ਮੈਂ ਸਾਰੀਆਂ ਗੱਲਾਂ ਲੱਗ ਰਹੀਆਂ ਵੀ ਤੁਸੀਂ ਹਰ ਚੀਜ਼ ਨੂੰ ਇਹ ਨਾ ਕਹੋ ਕਿ ਦੇਖੀ ਜਾਏਗੀ। ਘੱਟੋ ਘੱਟ ਕੋਈ ਵੀ ਨੀਤੀ ਲਾਉਣ ਤੋਂ ਪਹਿਲਾਂ ਬੰਦਾ ਦੇਖਦਾ ਵੀ ਤਾਂ ਕਰਾਂਗੇ ਕੀ। ਤੁਸੀਂ ਫੈਸਲਾ ਕਰਨ ਤੋਂ ਬਾਅਦ ਹੁਣ ਕਹਿ ਰਹੇ ਹੋ ਕਿ ਦੇਖਾਂਗੇ ਉਹਦਾ ਕੀ ਕਰਨਾ ਹੈ, ਉਹਦਾ ਸੋਚਾਂਗੇ ਕੀ ਕਰਨਾ ਹੈ। ਪਹਿਲੀ ਗੱਲ ਤਾਂ ਇਹ ਹੈ ਬੰਦ ਕਰਨ ਦੀ ਕਿ ਅਸੀਂ ਚਿੱਟੇ ਹਾਥੀ ਨਹੀਂ ਪਾਲ ਸਕਦੇ। ਚਿੱਟਾ ਹਾਥੀ ਕਿਉਂ ਹੈ? ਦੇਖੋ ਹਰਪ੍ਰੀਤ ਗੱਲ, ਲੋਕਾਂ ਨੂੰ ਸੇਵਾ ਦੇਣ, ਜਿਹੜੀ ਪ੍ਰੋਪਰ ਵਰਤੋਂ, ਸੇਵਾ ਦੇਣ ਲੋਕਾਂ ਨੂੰ ਸੇਵਾ ਦੇਣ ਦੇ ਕੇਂਦਰ ਚਿੱਟੇ ਹਾਥੀ ਹੋ ਗਏ। ਲੋਕਾਂ ਨੂੰ ਸੇਵਾ ਜਿਹੜੀ ਹੈਗੀ ਆ ਉਹ ਅਸੀਂ ਦੇ ਰਹੇ ਹਾਂ, ਦਵਾਂਗੇ। ਲੋਕਾਂ ਨੂੰ ਸੇਵਾ ਦੀ ਗੱਲ ਨਹੀਂ ਹੈਗੀ ਇਹ, ਲੇਕਿਨ ਲੋਕਾਂ ਨੂੰ ਫਾਇਦਾ ਵੀ ਹੋਵੇ ਨਾ। ਲੋਕ ਜਿਹੜੇ ਫਾਇਦਾ ਉਠਾ ਰਹੇ ਨੇ ਉਹੀ ਕੰਮ ਕਰਨਾ ਨਾ ਸਰਕਾਰ ਨੇ। ਲੋਕ ਫਾਇਦਾ ਵੀ ਨਾ ਉਠਾ ਸਕਣ, ਸਰਕਾਰ ਖਰਚਾ ਵੀ ਚੱਲੀ ਜਾਵੇ। ਫਿਰ 500 ਇਦਾਂ ਨਹੀਂ ਹੋ ਸਕਦਾ ਜੀ। ਇਹ ਵੀ ਬੰਦ ਕਰੋ, ਕਿਉਂਕਿ ਉੱਥੇ ਜ਼ਿਆਦਾ ਆ ਰਹੇ ਲੋਕ ਵੱਡੇ ਸ਼ਹਿਰਾਂ ਦੇ ਵਿੱਚ ਨੇ। ਦੇਖੋ ਹਰਪ੍ਰੀਤ ਜੀ ਗੱਲ, ਦੇਖੋ ਆਪਣੀ ਗੱਲ, ਪਿੰਡਾਂ ਨੂੰ ਕੋਈ ਚੀਜ਼ ਨਹੀਂ ਲੈ ਕੇ ਜਾਣੀ, ਪਿੰਡਾਂ 'ਚ ਬਣਾਇਆ, ਪਿੰਡਾਂ ਨੂੰ ਬੰਦ ਕਰੋ, ਸ਼ਹਿਰਾਂ 'ਚ ਜਾਓ। ਇਹ 500 ਸੈਂਟਰ ਤੁਸੀਂ ਸ਼ਹਿਰਾਂ 'ਚ ਰੱਖੇ ਪਏ, ਪਿੰਡਾਂ ਦਾ ਕੋਈ ਹੱਕ ਨਹੀਂ। ਬਲਾਕ ਲੈਵਲ ਤੇ ਵੀ ਰੱਖੇ ਜੀ, ਬਲਾਕ ਲੈਵਲ ਤੇ ਵੀ ਰੱਖੇ। ਦੇਖੋ ਗੱਲ ਇਹ ਹੈ, ਬਲਾਕ ਲੈਵਲ ਤੇ ਵੀ ਜਿਵੇਂ ਹੁਣ ਇਹਨਾਂ ਨੇ ਆਪ ਹੀ ਕਹਿਤਾ ਕਿ 500 ਸਾਡੇ ਕੋਲ ਉੱਥੇ ਬਲਾਕ ਲੈਵਲ ਤੇ ਵੀ ਰੱਖੇ, ਸਾਡੇ ਕੋਲ ਉੱਥੇ ਮਤਲਬ ਉੱਥੇ ਬਿਲਡਿੰਗਾਂ ਦੇ ਰਹੇ ਆ ਕਿ ਉੱਥੇ ਬੰਦੇ ਆ ਰਹੇ ਨੇ, ਮਤਲਬ ਜਿਹੜੇ ਲੋਕ ਨੇ ਉਹ ਆ ਰਹੇ ਨੇ। ਮਿੱਤਲ ਜਾਓ, ਕਿਸੇ ਨੂੰ ਗਲਤ ਕਰ ਲੈਣ ਦਿਓ। ਸਰ ਤੁਸੀਂ, ਤੁਹਾਡੀ ਗੱਲ ਹੋ ਚੁੱਕੀ ਆ, ਮੈਂ ਫਿਰ ਹਾਂਜੀ ਮਿੱਤਲ ਸਾਹਿਬ, ਮੈਂ ਇਹ ਗੱਲ ਕਹਿ ਰਿਹਾ ਕਿ ਜਿਵੇਂ ਇਹਨਾਂ ਨੇ ਆਪ ਹੀ ਕਹਤਾ ਕਿ 500 ਜਿਹੜਾ ਸੈਂਟਰ ਸੀ ਇਸ ਕਰਕੇ ਰੱਖਿਆ ਕਿ ਉੱਥੇ ਜਿਹੜੀ ਸਾਡੀ ਹੈਗੀ ਮਤਲਬ ਲੋਕ ਆ ਰਹੇ ਨੇ। ਇਹਦਾ ਮਤਲਬ ਇਹਨਾਂ ਕੋਲ ਡਾਟਾ ਹੈਗਾ ਤਿੰਨ ਤਰ੍ਹਾਂ ਦੇ ਨੇ, ਟਾਈਪ 1, ਟਾਈਪ 2, ਟਾਈਪ 3। ਮੈਂ ਦੇਖੋ ਸਾਰੇ ਟਾਈਪ 3 ਬੰਦ ਹੋ ਰਹੇ ਨੇ। ਗੱਲ ਦਾ ਸੁਣੋ ਨਾ, ਜਦੋਂ ਤੁਸੀਂ ਡਾਟਾ ਕਲੈਕਟ ਕਰ ਲਿਆ ਕਿ ਕਿਹੜੇ ਤੁਹਾਡੇ ਸੈਂਟਰ ਪੂਅਰ ਨੇ, ਤੁਸੀਂ ਉਹਨਾਂ ਨੂੰ ਬੰਦ ਕਰਨ ਤੋਂ ਪਹਿਲਾਂ ਉੱਥੇ ਐਡਵਰਟਾਈਜ਼ ਕਰਦੇ ਕਿ ਆ ਸੈਂਟਰ ਤੁਹਾਡੇ ਪੂਅਰ ਨੇ, ਆ ਵੀਕ ਨੇ, ਇੱਥੇ ਨਹੀਂ, ਅਸੀਂ ਇਹਨਾਂ ਨੂੰ ਇਹਨੇ ਦਿਨਾਂ ਵਿੱਚ ਬੰਦ ਕਰ ਦਾਂਗੇ, ਨਹੀਂ ਉੱਥੇ ਐਸਡੀਐਮ ਜਾਂ ਡਿਪਟੀ ਦੀ ਕਿਸੇ ਦੀ ਡਿਊਟੀ ਲਾਉਂਦੇ ਕਿ ਇਹਨੂੰ ਅਪਲਿਫਟ ਕਰੋ। ਉਹ ਤੁਸੀਂ ਕੀਤਾ ਹੈ ਨਹੀਂ, ਤੁਹਾਡੇ ਕੋਲ ਡਾਟਾ ਵੀ ਹੈਗਾ, ਤੁਸੀਂ ਸਿੱਧੇ ਉਹਨਾਂ ਨੂੰ ਬੰਦ ਕਰਤਾ। ਇਹ ਤਾਂ ਮਤਲਬ ਇਹ ਬਹੁਤ ਮੰਦਭਾਗੀ ਗੱਲ ਹੈ। ਪੂਰੀ ਹੋਈ ਹੈ, ਐਡਵਰਟਾਈਜ਼ਮੈਂਟ ਹੋਈ ਹੈ, ਪਹਿਲਾਂ ਕਾਲੀ ਸਰਕਾਰ ਨੇ ਵੀ ਕੀਤੀ ਹੈ, ਅਸੀਂ ਵੀ ਕੀਤੀ ਹੈ। ਐਡਵਰਟਾਈਜ਼ਮੈਂਟ ਕਿਤੇ ਵੀ ਦਿਖਾ ਦਿਓ, ਕੋਈ ਐਡਵਰਟਾਈਜ਼ਮੈਂਟ ਨਹੀਂ ਹੋਈ ਸਰ। ਦੇਖੋ ਹੁਣ ਬਿਲਡਿੰਗਾਂ ਦਾ ਸਵਾਲ ਹੈ, ਬਿਲਡਿੰਗਾਂ ਦੇ ਵਿੱਚ ਬਿਜਲੀ ਕਨੈਕਸ਼ਨ ਲੋਕਾਂ ਨੂੰ ਸਭ ਨੂੰ ਪਤਾ ਹੈ ਸੇਵਾ ਕੇਂਦਰਾਂ ਦਾ, ਸਭ ਲੋਕਾਂ ਨੂੰ ਪਤਾ ਹੈ ਵੀ ਖੁੱਲੇ ਹੋਏ ਨੇ। ਲੱਗਿਆ ਇਹਨਾਂ ਕੋਲੇ, ਇਹ ਕਹਿਣਾ ਕਿ ਲੋਕਾਂ ਨੂੰ ਪਤਾ ਨਹੀਂ ਹੈਗਾ, ਕੋਈ ਪਲਾਨਿੰਗ ਨਹੀਂ ਕੀਤੀ ਇਹਨਾਂ ਨੇ। ਹੁਣ ਇਹ ਆਪ ਹੀ ਕਹਿ ਰਹੇ ਨੇ ਅਸੀਂ ਦੇਖਾਂਗੇ, ਕੋਈ ਪਲਾਨਿੰਗ ਨਹੀਂ ਕਿ ਅਸੀਂ ਜਿਹੜਾ ਉੱਥੇ ਪੈਸਾ ਖਰਚ ਲੱਗਿਆ ਲੋਕਾਂ ਦਾ, ਪੰਜਾਬ ਦੇ ਲੋਕਾਂ ਦਾ ਜਿਹੜਾ ਪੈਸਾ ਉੱਥੇ ਹੋਇਆ ਇਨਵੈਸਟ, ਉਹਦਾ ਅਸੀਂ ਕੀ ਕਰਨਾ। ਇਹਨਾਂ ਕੋਲੇ ਬਿਨਾ ਮਤਲਬ ਇਹ ਨਹੀਂ ਹੈ ਤੁਸੀਂ ਹੋਰ ਗਾਂਗਾ ਹੋਰ ਖਰਚ ਕਰੀ ਜਾਓ। ਤੁਸੀਂ ਕੋਈ ਲੌਜਿਕ ਤਾਂ ਦਿਓ ਨਾ। ਤੁਸੀਂ ਅੱਛਾ ਤੁਸੀਂ ਮੈਨੂੰ ਗੱਲ ਦੱਸ ਦਿਓ, ਤੁਹਾਡੇ ਮਨਪ੍ਰੀਤ ਬਾਦਲ ਜੀ ਕਹਿੰਦੇ ਸੀਗੇ ਲੌਜਿਕ ਦਿਓ, ਲੌਜਿਕ ਬਠਿੰਡੇ ਥਰਮਲ ਪਲਾਂਟ ਜਦੋਂ ਗੱਲ ਚੱਲੀ, ਹੁਣ ਸਿੰਪਲੀ ਇੱਕ ਹੁਣ ਗੱਲ ਤਾਂ ਤੁਸੀਂ ਕਰੋਗੇ ਸਾਰਾ ਈਗੋ ਕਰਕੇ ਕਿ ਮੇਰੇ ਪ੍ਰੋਜੈਕਟ ਨੇ ਕਿਉਂ ਬੰਦ ਹੋ ਰਹੇ ਨੇ। ਤੁਸੀਂ ਚਿੱਟਾ ਹਾਥੀ ਦੱਸਦੇ ਹੋ, ਪਹਿਲਾਂ ਤੁਹਾਡੇ ਮੰਤਰੀ ਵਿਰਾਸਤ ਖਾਲਸਾ ਨੂੰ ਚਿੱਟਾ ਹਾਥੀ ਦੱਸਦੇ ਸੀ, ਤੁਹਾਡੇ ਮਨਪ੍ਰੀਤ ਬਾਦਲ ਕਹਿੰਦੇ ਸੀ ਬਠਿੰਡੇ ਦੇ ਥਰਮਲ ਪਲਾਂਟ ਦੇ ਉਦਾਸ ਪਈਆਂ ਚਿਮੜੀਆਂ ਨੂੰ ਮੈਂ ਮਤਲਬ ਧੂਆਂ ਪੈਦਾ ਕਰ ਸਕਦਾ। ਸਿੱਧੂ ਸਾਹਿਬ ਨੇ ਚਿੱਟਾ ਹਾਥੀ ਕਿਹਾ, ਹੁਣ ਚਿਮੜੀਆਂ ਉਦਾਸ ਉਹਨਾਂ ਨੇ ਕਰਤੀਆਂ। ਹਾਂਜੀ ਸਾਡੀ ਪਾਰਟੀ ਨੇ ਕਿਸੇ ਨੇ ਕਿਹਾ ਹੈਗਾ। ਸਵੈ ਸਾਹਿਬ ਨੂੰ ਬੇਨਤੀ ਕਰਦਾ, ਮੈਂ ਸਵੈ ਸਾਹਿਬ ਨੂੰ ਬੇਨਤੀ ਕਰਦਾ ਕਿ ਵਾਰ-ਵਾਰ ਤੁਸੀਂ ਕਹੀ ਜਾਂਦੇ ਹੋ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਸ ਕਰਕੇ ਮਹਿਸੂਸ ਹੁੰਦਾ, ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਸ ਕਰਕੇ ਨਹੀਂ ਮਹਿਸੂਸ ਹੁੰਦਾ, ਇਸ ਕਰਕੇ ਮਹਿਸੂਸ ਹੁੰਦਾ ਕਿ ਤੁਸੀਂ ਜਿਹੜਾ ਗਰੀਬਾਂ ਨੂੰ ਉਹਨਾਂ ਦੇ ਘਰ ਦੇ ਉੱਤੇ, ਦਰਵਾਜ਼ੇ ਦੇ ਉੱਤੇ ਜਿਹੜੀ ਸਹੂਲਤ ਮਿਲਦੀ ਆ ਉਹ ਬੰਦ ਹੋ ਰਹੀ ਹੈ, ਇਸ ਕਰਕੇ ਦਰਦ ਹੁੰਦਾ। ਜੇ ਚੀਮਾ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਪਿਆਰ ਹੈਗਾ ਤਾਂ ਉਹ ਦਿੱਲੀ ਜਾਣ। ਮੇਰੀ ਗੱਲ ਸੁਣੋ ਜੀ, ਬਜਟ ਆ ਰਿਹਾ ਹੈ, ਮੇਰੀ ਗੱਲ ਸੁਣੋ, ਗਵਰਨਮੈਂਟ ਦਾ ਬਜਟ ਆ ਰਿਹਾ ਹੈ, ਮੇਰੀ ਗੱਲ ਪੰਜਾਬ ਵਾਸਤੇ ਪੈਸੇ ਰਖਾਉਣ, ਕਿਸਾਨਾਂ ਵਾਸਤੇ ਪੈਸੇ ਰਖਾਉਣ। ਜਿਹੜੇ ਕਹਿੰਦੇ ਟਰੱਕ ਨੋਟ ਆਉਣਗੇ, ਟਰੱਕ ਨੋਟ ਆਉਣਗੇ, ਉਹ ਟਰੱਕ ਲੈ ਕੇ ਆਉਣ ਨੋਟਾਂ ਦੇ ਹੁਣ ਪੰਜਾਬ ਵਾਸਤੇ। ਮੈਨੂੰ ਗੱਲ ਕੰਪਲੀਟ ਕਰਨਾ ਦਿਓ ਜੀ। ਸਪੈਸ਼ਲ ਤੁਸੀਂ ਦੇਖੋ ਬਾਰਡਰ ਸਟੇਟ ਵਾਸਤੇ ਲੈ ਕੇ ਜਦੋਂ ਇਹਦੀ ਪਲੈਨਿੰਗ ਹੋਈ ਸੀ, ਪਲੈਨਿੰਗ ਇਸੇ ਹਿਸਾਬ ਨਾਲ ਹੋਈ ਸੀ ਕਿਉਂਕਿ ਅਸੀਂ ਹਰ ਕੰਮ ਜਿਹੜਾ ਕੀਤਾ ਸੀ ਸਟੱਡੀ ਕਰਕੇ ਕੀਤਾ ਸੀ। ਇਹਨਾਂ ਨੇ ਕੰਮ ਕੀਤਾ ਅੰਨ੍ਹੇਵਾਹ। ਇਹ ਜਿਹੜੇ ਵੱਡੇ ਬਣੇ ਸੀ ਇਸੇ ਕਰਕੇ ਵੱਡੀ ਆਬਾਦੀ 'ਚ ਬਣੇ ਸੀ, ਉਸ ਤੋਂ ਜਿਹੜੇ ਸੈਕੰਡ ਡਿਗਰੀ ਤੇ ਛੋਟੀਆਂ ਆਬਾਦੀਆਂ 'ਚ ਬਣੇ ਸੀ ਜਿਹੜੇ ਕਸਬੇ ਆ, ਔਰ ਪਿੰਡਾਂ ਦੇ ਵਿੱਚ 10-10 ਸੈਂਟਰਾਂ ਦਾ ਜਿੱਥੇ ਬਣਿਆ ਸੀ ਉਹ ਕਲਾਸ ਜਿਹੜੀ ਤੀਜੀ ਕੈਟਾਗਰੀ ਹੈ, ਕੈਟਾਗਰੀ 3 ਉਹ ਬਣੇ ਸੀ, ਉੱਥੇ ਇੱਕੋ ਹੀ ਸਟਾਫ ਮੈਂਬਰ ਹੈ। ਸਾਨੂੰ ਵੀ ਪਤਾ ਵੀ ਉੱਥੇ ਜਿੰਨਾ ਵੱਡੇ ਸ਼ਹਿਰ ਦੇ ਵਿੱਚ ਕੰਮ ਹੈ ਉੱਥੇ 12 ਮੁਲਾਜ਼ਮ ਹੈ, ਜਿੱਥੇ ਪਿੰਡ 'ਚ ਬਣਿਆ ਉੱਥੇ 1 ਮੁਲਾਜ਼ਮ ਹੈ। ਹੁਣ ਦੱਸੋ ਜੇ ਤੁਸੀਂ 10 ਪਿੰਡਾਂ ਦੀ ਸਹੂਲਤ ਵਾਸਤੇ 78 ਸੇਵਾਵਾਂ ਵਾਸਤੇ ਇੱਕ ਮੁਲਾਜ਼ਮ ਦੀ ਹੁਣ ਤੁਸੀਂ ਤਨਖਾਹ ਦੇਣੀ ਹੈ, ਬਿਲਡਿੰਗ ਅਸੀਂ ਬਣਾਤੀ, ਸਾਰਾ ਇਕਵਿਪਮੈਂਟ ਉੱਥੇ ਫਿੱਟ ਕਰ ਦਿੱਤਾ,
ਹਰ ਚੀਜ਼ A ਕਲਾਸ ਬਣੀ ਹੋਈ ਹੈ ਦੁਨੀਆ ਦੇ ਵਿੱਚ, ਜਿਵੇਂ ਵਧੀਆ ਚੀਜ਼ਾਂ ਬਣਦੀਆਂ ਉਸ ਪੱਧਰ ਦੀ, ਵਿਸ਼ਵ ਪੱਧਰ ਦੀ ਚੀਜ਼ ਬਣੀ ਹੋਈ ਹੈ। ਹੁਣ ਤੁਸੀਂ 78 ਸੇਵਾਵਾਂ ਜਿਹੜੀਆਂ 10 ਪਿੰਡਾਂ ਨੂੰ ਦੇਣ ਵਾਸਤੇ ਤੁਸੀਂ ਇਹ ਕਹੀ ਜਾਂਦੇ ਹੋ ਕਿ ਨਹੀਂ ਜੀ ਉੱਥੇ ਲੋੜ ਨਹੀਂ ਹੈਗੀ। ਇਸੇ ਕਰਕੇ ਉੱਥੇ ਇੱਕ ਸਟਾਫ, ਹੁਣ ਇੱਕ ਤੋਂ ਘੱਟ ਕੀ ਹੌਸਲਾ ਦੱਸੋ ਚੀਮਾ ਸਾਹਿਬ, ਔਰ ਤੁਸੀਂ ਉਹਨੂੰ ਪੰਚਾਇਤਾਂ ਨੂੰ ਮੋਟੀਵੇਟ ਕਰੋ, ਪੰਚਾਇਤਾਂ ਨੂੰ ਕੰਮ ਲੈਣ ਵਾਸਤੇ ਰੱਖੀਦਾ ਹੁੰਦਾ, ਪਿੰਡਾਂ ਦਾ ਕੋਈ ਹੱਕ ਹੀ ਨਹੀਂ ਹੈਗਾ ਹਰ ਚੀਜ਼ ਦਾ। ਇੱਕ ਮਿੰਟ, ਇੱਕ ਸਰਕਾਰ ਨੇ ਫੈਸਲਾ ਕਰ ਲਿਆ ਬਣਾਉਣ ਦਾ, ਉਹ ਕਹਿੰਦੇ ਅਸੀਂ ਸਰਵੇ ਕੀਤਾ, ਜੋ ਵੀ ਕੀਤਾ ਭਾਵੇਂ ਟਾਪ ਡਾਊਨ ਹੀ ਹੋਵੇ, ਮੰਨ ਲਓ ਇਹ ਟਾਪ ਡਾਊਨ ਹੈ, ਉੱਪਰ ਸਰਕਾਰ ਨੂੰ ਲੱਗਾ ਕਿ ਅਸੀਂ ਇੰਜ ਕਰ ਸਕਦੇ ਹਾਂ, ਕੋਈ ਸਰਵੇ ਵੀ ਕੀਤਾ ਹੋਊਗਾ, ਕਿਉਂਕਿ ਡਾਕਟਰ ਪ੍ਰਮੋਦ ਇੰਜ ਗਵਰਨੈਂਸ ਰਿਫਾਰਮ ਕਮਿਸ਼ਨ ਦਾ ਫੈਸਲਾ ਤੁਸੀਂ ਆਪ ਦੱਸਿਆ ਇੰਜ ਕਰਨ ਵਾਲੇ ਹੈ ਨਹੀਂ, ਉਹਨਾਂ ਨੇ ਜ਼ਰੂਰ ਕੋਈ ਨਾ ਕੋਈ ਫੀਲਡ ਵਰਕ ਵੀ ਉਹਦੇ ਤੇ ਕੀਤਾ ਹੋਊਗਾ। ਹੁਣ ਸਵਾਲ ਹੈ ਕਿ ਇੱਕ ਪ੍ਰੋਜੈਕਟ ਆ ਗਿਆ, ਪਹਿਲਾਂ ਵੀ ਲੋਕਾਂ ਨੂੰ ਨਹੀਂ ਪੁੱਛ ਕੇ ਤੁਸੀਂ ਉਸ ਤਰੀਕੇ ਨਾਲ ਵੀ ਆਇਆ ਦਿੱਕਤਾਂ ਕਿੱਦਾਂ ਆ, ਤੁਹਾਡੇ ਤੱਕ ਕਿਵੇਂ ਪਹੁੰਚੂਗਾ, ਜੇ ਅਸੀਂ ਜੇ ਹੁਣ ਉਹ ਹੋ ਗਿਆ ਤਾਂ ਘੱਟੋ ਘੱਟ ਹੁਣ ਬੰਦ ਕਰ ਦੋ ਪਹਿਲਾਂ ਸਵੈਜ ਜੀ, ਲੋਕਾਂ ਦਾ ਸਰਵੇ ਕਰ ਲਓ, ਪੰਚਾਇਤਾਂ ਨੇ ਕੀਤਾ ਜੀ, ਇੱਕ ਮਿੰਟ ਯਾਰ, ਇੱਕ ਮਿੰਟ, ਤੁਹਾਡਾ ਸਰਵੇ ਕੀ ਆ? ਤੁਹਾਡਾ ਸਰਵੇ ਉਹੀ ਹੈ ਜਿਹੜਾ ਤੁਸੀਂ ਕਹਿ ਰਹੇ ਆ। ਇੱਕ ਮਿੰਟ ਮੈਨੂੰ ਵਿੱਚ ਨਾ ਬੋਲੋ, ਤੁਹਾਡਾ ਸਰਵੇ ਇਹ ਹੈ ਕਿ ਉੱਥੇ ਨਹੀਂ ਯਾਰ ਸੁਣ ਲੈ, ਤੁਹਾਡਾ ਯਾਰ ਤੁਸੀਂ ਗੱਲ ਨਹੀਂ ਕਰਨ ਦਿੰਦੇ, ਰੌਲਾ ਪਾਇਆ ਸੱਚ ਹੋ ਜਾਊਗਾ 100 ਵਾਰ ਨਾ। ਤੁਹਾਡਾ ਸਰਵੇ ਇਹੀ ਹੈ ਕਿ ਉੱਥੇ ਬੰਦੇ ਨਹੀਂ ਆਉਂਦੇ, ਮੰਨ ਲਿਆ ਉਹ ਡੀਸੀਆਂ ਨੇ ਰਿਪੋਰਟ ਕਰਤੀ, ਤੁਹਾਡੇ ਕੋਲ ਅੰਕੜੇ ਆ ਗਏ ਕਿ ਇਹਦੇ ਚ ਬੰਦੇ ਘੱਟ ਆਉਂਦੇ, ਜਿਵੇਂ ਕਿ ਕਈ ਸਕੂਲਾਂ ਦੇ ਵਿੱਚ ਬੱਚੇ ਘੱਟ ਆਉਂਦੇ ਆ ਕਿਉਂਕਿ ਉਹ 'ਚ 20 ਬੱਚੇ ਆਉਂਦੇ ਆ ਜੀ, ਐਫੀਸ਼ੀਐਂਟ ਨਹੀਂ ਹੈ, ਇਸ ਕਰਕੇ ਇਹਨੂੰ ਪਰਾਂ ਸੁੱਟੋ ਤਾਂ ਕਿ ਹੋਰ ਖੁੱਲਾ ਕੰਮ ਦੂਜੇ ਪਾਸੇ ਨੂੰ ਚੱਲ ਪਏ। ਸਵਾਲ ਇਹੀ ਸੀ ਕਿ ਲੋਕਾਂ ਨੂੰ ਪੁੱਛਦੇ ਕਿ ਤੁਹਾਡੀ ਤਕਲੀਫ ਕਿਉਂ ਨਹੀਂ ਜਾਂਦੇ ਬਈ, ਤੁਸੀਂ ਤੁਹਾਨੂੰ ਆ ਸੇਵਾ ਕੇਂਦਰ ਖੋਲ ਕੇ ਦਿੱਤਾ, ਉਹ ਕਹਿੰਦੇ ਜੀ ਤੇ ਸਾਡਾ ਜੀ ਟਾਈਮ ਜ਼ਿਆਦਾ ਲੱਗ ਜਾਂਦਾ, ਸਾਡੀ ਖੱਜਲ ਖੁਆਰੀ ਜ਼ਿਆਦਾ ਆ, ਸਾਡੇ ਕੋਲ ਇੱਥੇ ਬੰਦੇ ਘੱਟ ਆ, ਤੁਸੀਂ ਉੱਥੇ 2 ਬੰਦੇ ਲਾਉਂਦੇ, ਤੁਸੀਂ ਉੱਥੇ 3 ਬੰਦੇ ਲਾਉਂਦੇ, ਜਿਹੜੀ ਵੀ ਉਹਨਾਂ ਦੀ ਦਿੱਕਤ ਦੂਰ ਕਰਨ ਦੀ ਜਗ੍ਹਾ ਉਹ ਕਹਿੰਦੇ ਅੰਗਰੇਜ਼ੀ ਜਿਹੜਾ ਕਹਿੰਦੇ ਆ ਥਰੋਇੰਗ ਬੇਬੀ ਵਿਦ ਦਾ ਬਾਥ ਵਾਟਰ, ਵੀ ਤੁਸੀਂ ਉਹਨੂੰ ਬੱਚੇ ਨੂੰ ਪਰ ਨਾਲ ਹੀ ਸੁੱਟ ਦਿਓ ਬਾਥ ਵਾਟਰ ਦੇ, ਇਹ ਠੀਕ ਨਹੀਂ ਹੈਗਾ। ਉਸ ਨੂੰ ਇਹੋ ਜਿਹੇ ਵੱਡੇ ਪ੍ਰੋਜੈਕਟ ਨੂੰ ਜਿਹੜਾ ਇੱਕ ਵਿਜ਼ਨਰੀ ਪ੍ਰੋਜੈਕਟ ਹੈ ਵੈਸੇ ਇਹ ਦੇਖਿਆ ਜਾਏ, ਜਿਹੜੀਆਂ ਉਹਦੇ 'ਚ ਦਿੱਕਤਾਂ ਆਈਆਂ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ। ਇੱਕ ਇਹਦੇ 'ਚ ਇੱਕ ਹਰਪ੍ਰੀਤ ਇੱਕ ਗੱਲ ਹੋ ਰਹੀ ਹੈ, ਹੁਣ ਤੁਸੀਂ ਦੇਖੋ ਅਗਰ ਇੱਕ ਪਿੰਡ ਦੀ ਕੁੜੀ ਉਹਨੇ ਰੈਜ਼ੀਡੈਂਸ਼ੀਅਲ ਸਰਟੀਫਿਕੇਟ ਬਣਾਉਣਾ ਤਾਂ ਉਹਨੂੰ ਕਿਹਦੇ ਨਾਲ ਜਾਣਾ ਪੈਂਦਾ? ਪਹਿਲਾਂ ਤਾਂ ਉਹਦਾ ਫਾਦਰ ਉਹਨੂੰ ਨਾਲ ਲੈ ਕੇ ਜਾਂਦਾ ਸ਼ਹਿਰ, ਫਿਰ ਪਿੰਡ ਦਾ ਚੌਕੀਦਾਰ ਚਾਹੀਦਾ ਉੱਥੇ, ਫਿਰ ਪਿੰਡ ਦਾ ਸਰਪੰਚ ਜਿਹੜਾ ਲਿਖ ਕੇ ਦਊ ਕਿ ਇੰਨੇ ਸਾਲ ਤੋਂ ਸਾਡੇ ਪਿੰਡ ਰਹਿੰਦੀ ਹੈ ਇਹ, ਠੀਕ ਹੈ ਜੀ, ਫਿਰ ਪਟਵਾਰੀ ਦੀ ਰਿਪੋਰਟ, ਇਹ ਸਾਰੀਆਂ ਚੀਜ਼ਾਂ ਉਹਨੂੰ ਕਿਸੇ ਡੋਰ ਸਟੈਪ ਤੇ ਉਹਦੇ ਅਵੇਲੇਬਲ ਸੀਗੀਆਂ ਕਿ ਉਹ ਆਉਂਦੀ ਪਟਵਾਰੀ ਤੋਂ ਰਿਪੋਰਟ ਵੀ ਕਰਾਉਂਦੀ, ਉਸ ਤੋਂ ਸਰਪੰਚ ਦੀ ਮੋਹਰ ਵੀ ਲਵਾਉਂਦੀ, ਚੌਕੀਦਾਰ ਆ ਕੇ ਉਹਨੂੰ ਗਵਾਹੀ ਪਾਉਂਦਾ, ਨੰਬਰਦਾਰ ਉਹਨੂੰ ਤਸਦੀਕ ਕਰਦਾ, ਇਹ ਸਾਰਾ ਕੁਝ ਉਹਦੇ ਕੋਲ ਅਵੇਲੇਬਲ ਸੀ। ਹੁਣ ਤੁਸੀਂ ਇਹ ਬੰਦ ਕਰਕੇ ਇੱਕ ਕੁੜੀ ਜਿਹੜੀ ਜਾਊਗੀ, ਦੇਖੋ ਪਿੰਡ ਤੇ ਜਾਊ, ਪਿੰਡੋਂ ਸ਼ਹਿਰ 'ਚ ਜਾਊਗੀ ਜਾਂ ਸ਼ਹਿਰ ਤੋਂ ਜ਼ਿਲ੍ਹੇ 'ਚ ਜਾਊਗੀ, ਕਿੰਨਾ ਉਹਦਾ ਟਾਈਮ ਵੇਸਟ ਹੋਊਗਾ, ਕਿੰਨਾ ਉਹਦਾ ਪੈਸਾ ਵੇਸਟ ਹੋਊਗਾ, ਕਿੰਨੇ ਉਹਦੇ ਦਿਮਾਗ ਤੇ ਇੱਕ ਸਾਈਕੋਲੋਜੀਕਲੀ ਰਹਿੰਦਾ ਕਿ ਮੈਂ ਮਤਲਬ ਕਿੰਨਾ ਮਤਲਬ ਇੱਕ ਹਵਾ ਹੁੰਦਾ ਹੈ ਸਰਕਾਰੀ ਦਫ਼ਤਰ ਦਾ, ਫਿਰ ਟਾਈਮ ਕਿਲੋ ਉੱਥੇ ਗੇੜੇ, ਤੇ ਫਿਰ ਉਹਦਾ ਜਿਹੜਾ ਜਿਸ ਪਰਪਸ ਲਈ ਉਹਨੇ ਲਿਆ ਅਗਰ ਉਹ ਟਾਈਮ ਹੀ ਲੰਘ ਗਿਆ ਤਾਂ ਉਹਦਾ ਪਰਪਸ ਬਣਾਉਣ ਦਾ ਹੀ ਫੋਰਫੀਟ ਹੋ ਗਿਆ। ਇਸ ਕਰਕੇ ਇੱਕ ਬਹੁਤ ਇਹ ਮਤਲਬ ਜਿਹੜਾ ਤੁਹਾਡਾ ਹੈਗਾ ਗਲਤ ਸਟੈਪ ਹੈ, ਇਹਨੂੰ ਦੁਬਾਰੇ ਮੈਂ ਤਾਂ ਕਹਿੰਦਾ ਵਿਚਾਰਨ ਦੀ ਲੋੜ ਹੈ। ਦੇਖੋ ਇਹਨਾਂ ਸੈਂਟਰਾਂ ਦਾ ਜਿਹੜਾ ਅਸਲੀ ਮਕਸਦ ਸੀ ਨਾ ਵੀ ਇੱਕ ਤਾਂ ਇਹ ਹੈ ਕਿ ਜਦੋਂ ਸੈਂਟਰ ਤੇ ਐਪਲੀਕੇਸ਼ਨ ਆ ਜਾਂਦੀ ਹੈ ਉਹ ਕੰਪਿਊਟਰ ਤੇ ਫਾਰਵਰਡ ਹੁੰਦੀ ਹੈ ਡਿਪਟੀ ਕਮਿਸ਼ਨਰ ਦੇ ਜਾਂ ਐਸਡੀਐਮ ਦੇ ਦਫ਼ਤਰ ਨੂੰ, ਜਿੱਥੋਂ ਉਹਨੂੰ ਸਾਰਾ ਬੈਕਅਪ ਦੇ ਉੱਤੇ ਉਹ ਸਰਟੀਫਿਕੇਟ ਤਿਆਰ ਹੋ ਕੇ ਮਿਲਣਾ। ਇੱਕ ਬੰਦਾ ਜਦੋਂ ਸਿੱਧਾ ਡੀਸੀ ਦਫ਼ਤਰ ਦੇ ਉੱਤੇ ਜਾ ਕੇ ਜੇ ਉਹਨੂੰ ਨਹੀਂ ਵੀ ਮਿਲਦਾ ਤਾਂ ਉਹਦੀ ਸੁਣਵਾਈ ਕਿਤੇ ਨਹੀਂ ਹੁੰਦੀ, ਲੇਕਿਨ ਹਰ ਸੈਂਟਰ ਦੀ ਲਗਾਤਾਰ ਮੋਨੀਟਰਿੰਗ ਹੁੰਦੀ ਹੈ ਉੱਤੇ ਚੰਡੀਗੜ੍ਹ ਦੇ ਵਿੱਚ ਕਿ ਤੁਹਾਡੀਆਂ ਕਿੰਨੀਆਂ ਐਪਲੀਕੇਸ਼ਨਾਂ ਕਿੰਨੀ ਡੇਟ ਨੂੰ ਗਈਆਂ ਸੀ ਔਰ ਉਹਦਾ ਵਾਪਸ ਜਿਹੜਾ ਸਰਟੀਫਿਕੇਟ ਕਿੰਨੀ ਤਰੀਕ ਨੂੰ ਇਸ਼ੂ ਹੋਇਆ। ਇਹਦੇ 'ਚ ਕਿਸੇ ਨੂੰ ਕੰਪਲੇਂਟ ਕਰਨ ਦੀ ਲੋੜ ਨਹੀਂ ਸੀ, ਆਪਣੇ ਆਪ ਰਾਈਟ ਟੂ ਸਰਵਿਸ ਐਕਟ ਜਿਹੜਾ ਲਾਗੂ ਹੁੰਦਾ ਸੀ ਕਿਉਂਕਿ ਸੈਂਟਰ ਵਾਲਾ ਜਵਾਬਦੇਹ ਆ, ਉਹ ਕਾਨੂੰਨ ਦੇ ਵਿੱਚ ਫਸਿਆ ਹੋਇਆ, ਜੋ ਕੁਝ ਉਹਦੇ ਕੰਪਿਊਟਰ ਦੇ ਵਿੱਚ ਐਂਟਰ ਹੁੰਦਾ ਉਹ ਚੰਡੀਗੜ੍ਹ ਜਿਹੜੀ ਬੈਠੀ ਟੀਮ ਹੈ ਉਹ ਸਾਰਾ ਦਾ ਸਾਰਾ ਦੇਖਦੀ ਹੈ ਕਿ ਇੰਨੀ ਤਰੀਕ ਨੂੰ ਨੇ ਭੇਜਿਆ ਸੀ, ਡੀਸੀ ਦਫ਼ਤਰ ਨੇ ਜਵਾਬ ਦਿੱਤਾ ਕਿ ਨਹੀਂ ਦਿੱਤਾ। ਲੋਕੀ ਹਰ ਗੱਲ ਦੀ ਕੱਲੀ ਕੰਪਲੇਂਟ ਨਹੀਂ ਸੀ ਕਰ ਸਕਦੇ। ਇਸ ਕਰਕੇ ਜਿਹੜੀ ਕਰਪਸ਼ਨ ਦੀ ਤੁਸੀਂ ਗੱਲ ਕੀਤੀ ਸੀ, ਅਸੀਂ ਜਦੋਂ ਰਿਪੋਰਟ ਲਈ ਸੀ ਤਾਂ ਅਸੀਂ ਅਫਸਰਾਂ ਤੋਂ ਨਹੀਂ ਸੀ ਲਈ ਕਿਉਂਕਿ ਸਾਨੂੰ ਪਤਾ ਕਿ ਇਹ ਜਿਹੜੀ ਹੈ ਬਹੁਤ ਵੱਡੀ ਕਰਪਸ਼ਨ ਜਿਹੜੀ ਹੈ ਇਹਨਾਂ ਗੱਲਾਂ ਦੇ ਵਿੱਚ ਸਰਟੀਫਿਕੇਟ ਇਸ਼ੂ ਕਰਨ ਦੇ ਵਿੱਚ ਹੁੰਦੀ ਸੀ। ਉਦੋਂ ਪ੍ਰਾਈਵੇਟ ਟੀਮਾਂ ਜਾ ਕੇ ਕਚਹਿਰੀਆਂ 'ਚ ਬੈਠ ਕੇ ਲੋਕਾਂ ਨੂੰ ਮਿਲ ਕੇ ਕਿ ਤੁਸੀਂ ਕੀ ਹਾਲ ਹੈ, ਕਿਸ ਤਰ੍ਹਾਂ ਮਿਲਦੀਆਂ, ਇੱਥੇ ਕਈ ਦਿਨ ਡਿਸਕਸ਼ਨ ਹੁੰਦੀ ਰਹੀ ਵੀ ਲੋਕੀ ਇੱਕ ਸਰਟੀਫਿਕੇਟ ਵਾਸਤੇ ਕਿੰਨੇ ਧੱਕੇ ਖਾਂਦੇ ਆ ਔਰ ਬਾਅਦ ਦੇ ਵਿੱਚ ਜਾ ਕੇ ਫੈਸਲਾ ਹੋਇਆ। ਇਸ ਕਰਕੇ ਜਦੋਂ ਤੁਸੀਂ ਹੁਣ ਅਫਸਰਾਂ ਤੋਂ ਰਿਪੋਰਟ ਲਓਗੇ ਤੇ ਉਹ ਜਿਹੜੀ ਮੰਡੀ ਬੰਦ ਹੋਈ ਹੈ, ਜਿਹੜੀ ਵੱਡੀ ਆਮਦਨ ਦਾ ਸਾਧਨ ਬਣਿਆ ਹੋਇਆ ਸੀ ਕਿ ਉੱਥੇ ਏਜੰਟ ਜਾਂਦਾ ਤੇ ਜਾ ਕੇ ਐਪਲੀਕੇਸ਼ਨਾਂ ਲੈ ਜਾਂਦਾ ਇਕੱਠੀਆਂ ਤੇ ਉੱਥੇ ਜਾ ਕੇ ਪੈਸੇ ਇੰਨੇ ਨਾਲ ਦਿਓ ਐਡੀਸ਼ਨਲ ਤੇ ਤੁਸੀਂ ਇੰਨੇ ਦਿਨਾਂ ਬਾਅਦ ਸਰਟੀਫਿਕੇਟ ਲੈ ਲਓ, ਉਹ ਚੀਜ਼ਾਂ ਬੰਦ ਹੋਈਆਂ। ਇਹਨਾਂ ਦੇ ਨਾਲ ਉਹ ਪ੍ਰੈਸ਼ਰ ਬੜੀ ਦੇਰ ਦਾ ਸਰਕਾਰ ਦੇ ਉੱਤੇ ਪੈਂਦਾ ਸੀ ਕਿ ਨਹੀਂ ਜੀ ਇਹਦਾ ਫਾਇਦਾ ਹੈ ਕਿ ਨਹੀਂ ਹੈ, ਲੇਕਿਨ ਰਿਐਲਿਟੀ ਹੈ ਜੇ ਸੈਂਟਰ ਕਿਤੇ ਹਾਲੇ ਐਪਲੀਕੇਸ਼ਨਾਂ ਘੱਟ ਸੀ ਉੱਥੇ ਪੰਚਾਇਤਾਂ ਨੂੰ ਬੁਲਾਉਣਾ ਬਣਦਾ ਸੀ, ਲੋਕਾਂ ਨੂੰ ਇਨਫੋਰਮੇਸ਼ਨ ਦੇਣੀ ਬਣਦੀ ਸੀ, ਸਕੂਲਾਂ 'ਚ ਬੱਚਿਆਂ ਨੂੰ ਇਨਫੋਰਮੇਸ਼ਨ ਦੇਣੀ ਬਣਦੀ ਹੈ ਕਿ ਤੁਹਾਨੂੰ ਸ਼ਹਿਰ ਜਾ ਕੇ ਅਪਲਾਈ ਕਰਨ ਦੀ ਲੋੜ ਨਹੀਂ, ਤੁਹਾਡਾ ਸੈਂਟਰ ਇੱਥੇ ਆ ਸਕਦਾ। ਤੁਸੀਂ 8 ਮਹੀਨੇ ਤੋਂ ਰੌਲਾ ਪਾਇਆ ਹੋਇਆ ਕਿ ਬੰਦ ਕਰਨੀ ਕੈਂਡ ਆਨ ਇਹ ਵੀ ਕਰਦੀ ਹੈ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਅਸੀਂ ਪਹਿਲਾਂ ਹੀ ਕਹਿੰਦੇ ਕਿ ਮੁਲਾਜ਼ਮ ਘੱਟ ਹੈ, ਕੰਮ ਜ਼ਿਆਦਾ ਹੈ। ਹੁਣ ਕੰਮ ਅਸੀਂ ਹੋਰ ਵਧਾ ਰਹੇ ਹਾਂ ਤੇ ਲੋਕਾਂ ਦਾ ਕੰਮ ਜੇ ਸਮਾਬੱਧ ਤਰੀਕੇ ਨਾਲ ਹੁੰਦਾ ਸੀ ਕਿ ਉਹ ਹੁਣ ਤੁਸੀਂ ਗਾਰੰਟੀ ਲੈਂਦੇ ਹੋ ਕਿ ਸਮਾਬੱਧ ਤਰੀਕੇ ਨਾਲ ਕੰਮ ਹੋਊਗਾ? ਬਿਲਕੁਲ ਹੋਇਆ, ਕਿਉਂ ਨਹੀਂ ਹੋਏਗਾ? ਰਾਈਟ ਟੂ ਸਰਵਿਸ ਐਕਟ ਦੀ ਗੱਲ ਜਿਹੜੀ ਕਰ ਰਹੇ ਨੇ
ਉਹ ਤਾਂ ਤੁਹਾਡੀ ਕੈਬਨਿਟ ਡਿਸਕਸ ਕਰ ਰਹੀ ਹੈ ਕਿ ਉਹ ਖਤਮ ਕਰਨਾ ਹੈ। ਨਹੀਂ, ਇਹਦੇ ਚ 4000 ਮੁਲਾਜ਼ਮ ਕੱਢਿਆ ਜਾਊਗਾ ਘੱਟੋ ਘੱਟ 4000 ਤੋਂ ਵੱਧ ਮੁਲਾਜ਼ਮ ਕੱਢਿਆ ਜਾਊਗਾ। 4000 ਮੁਲਾਜ਼ਮਾਂ ਉਹਦਾ ਕੰਮ ਕੌਣ ਕਰੂਗਾ? ਉਹਦਾ ਕੰਮ ਕੌਣ ਕਰੂਗਾ? ਇੱਕ ਜਿਹੜੀ ਨਾ ਕਿਵੇਂ ਹੋਏਗਾ ਕੰਮ ਸਰ ਸਾਹਿਬ? ਹੁਣ ਮੈਂ ਚਲੋ 4 ਬੰਦੇ ਆਪਾਂ ਬੈਠੇ ਆ, 4000 ਏਜੰਟ ਹੋਊਗਾ। ਹੁਣ 4 ਦਾ ਕੰਮ ਤੁਸੀਂ ਮੇਰੇ ਉੱਤੇ ਪਾ ਦਵੋ ਤਾਂ ਮੈਂ ਤਾਂ ਸਮਾਂ ਉਨਾ ਹੀ ਲਾਵਾਂਗਾ ਨਾ, ਬੰਦਾ ਤਾਂ ਮੈਂ ਇਕੱਲਾ ਹੀ ਹਾਂ। EMPLOYEES ਪਹਿਲੇ ਬਹੁਤ ਨੇ ਜੀ। ਇੱਕ ਜਿਹੜੀ ਛੋਟੀ ਜੀ ਕਮੀ ਪਿਛਲੀ ਉਹ ਵੀ ਕੱਢੋ, ਜਿਹੜੇ ਬਹੁਤ ਹੈ ਨਾ ਉਹ ਵੀ ਕੱਢੋ। ਕਮੀ ਇਹ ਰਹਿ ਗਈ ਕਿ ਜੇ ਕੰਮ ਲੇਟ ਹੋ ਗਿਆ। ਇੱਕ ਮਿੰਟ, ਇੱਕ ਕੰਮ ਚੀਮਾ ਸਾਹਿਬ, ਜੇ ਠੇਕੇਦਾਰਾਂ ਨੂੰ ਨਾ ਦੇ ਕੇ ਜੇ ਕਿਤੇ ਕੋਈ ਰੈਗੂਲਰ EMPLOYEE ਰੱਖੇ ਹੁੰਦੇ ਕਿਸੇ ਵੀ ਭਾਵੇਂ ਵੇਜ ਦੇ ਵਿੱਚ ਕਿਸੇ ਵੀ ਸਕੇਲ 'ਚ ਮਿਨੀਮਮ ਵੇਜ ਹੀ ਰੱਖੇ ਹੁੰਦੇ, ਫਿਰ ਕੀ ਹੋਣਾ ਸੀਗਾ ਕਿ ਇੱਕ ਤੇ ਉਹਦੇ ਵਿੱਚ ਅਕਾਊਂਟੇਬਿਲਟੀ ਜ਼ਿਆਦਾ ਵਧਣੀ ਸੀ। ਇਹ ਜਿਹੜੇ ਨਾ ਠੇਕੇਦਾਰਾਂ ਦਾ ਕੰਮ ਆ ਉਹਨਾਂ ਦੇ ਵਿੱਚ ਵੀ ਕਮੀਆਂ ਹੁੰਦੀਆਂ, ਇਨਐਫੀਸ਼ੀਐਂਸੀ ਆਉਂਦੀ ਆ, ਟਾਲ ਮਟੋਲਾ ਵੀ ਹੁੰਦਾ। ਇੱਕ ਜਿਹੜੀ ਸਾਡੀ ਦਿੱਕਤ ਕੀ ਆ, ਇਹ ਜਿਹੜੇ ਐਡਵਾਂਸ ਟੈਕਨੋਲੋਜੀ ਦੇ ਇਹੋ ਜਿਹੇ ਪ੍ਰੋਜੈਕਟ ਹੈਗੇ ਆ ਨਾ, ਸਾਡੀ ਬਹੁਤੀ ਜਨਤਾ ਅਜੇ ਸਿੱਧੀ ਹੈਗੀ, ਆਪਾਂ ਮੰਨ ਲਈਏ, ਉਹਨਾਂ ਨੂੰ ਉਹ ਗੁੱਡੀ ਘੁਮਾ ਦਿੰਦੇ ਜਿਹੜੇ ਅੰਦਰ ਬੰਦੇ ਬੈਠੇ, ਕਿਉਂਕਿ ਉਹ ਘੱਟ ਪੇਡ ਆ, ਉਹਨਾਂ ਦੀਆਂ ਕੋਈ ਬਹੁਤੀਆਂ ਸਟੇਕਸ ਵੀ ਨਹੀਂ ਹੁੰਦੀਆਂ, ਉਹਨਾਂ ਨੂੰ ਕਿਹੜਾ ਨੌਕਰੀ ਦਾ ਕੋਈ ਬਹੁਤਾ ਖਤਰਾ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਦੇਖੋ ਗੱਲ ਇਹ ਹੈ ਕਿ ਨਵਾਂ ਤਜਰਬਾ 3 ਸਾਲ ਹੋ ਗਏ ਲਗਾਤਾਰ ਸਟੱਡੀ ਕਰਕੇ ਸਾਰੇ ਸਿਸਟਮ ਨੂੰ ਇਹਨੂੰ ਕਾਇਮ ਕੀਤਾ। ਹਾਂਜੀ, ਮੁਲਾਜ਼ਮ ਜਿਹੜੇ ਆ ਰੱਖੇ, ਪ੍ਰੋਪਰ ਟ੍ਰੇਨਿੰਗ ਦੇ ਨਾਲ ਰੱਖੇ ਗਏ। ਇਹ ਜ਼ਰੂਰ ਹੈ ਕਿ ਆਊਟਸੋਰਸ ਕੀਤੇ ਗਏ, ਲੇਕਿਨ ਸਰਕਾਰ 'ਚ ਪਹਿਲੀ ਵਾਰੀ ਨਹੀਂ, ਹਮੇਸ਼ਾ ਜਿਹੜੇ ਰੈਗੂਲਰ ਦੀ ਥਾਂ ਤੇ ਦੂਜੇ ਮੁਲਾਜ਼ਮ ਹੁੰਦੇ ਆ ਬਾਅਦ 'ਚ ਰੈਗੂਲਰ ਹੋ ਜਾਂਦੇ ਆ। ਅਸੀਂ ਆਪ 30,000 ਨੂੰ ਰੈਗੂਲਰ ਕਰਨ ਦਾ ਐਕਟ ਬਣਾ ਕੇ ਜਿਹੜਾ ਅਸੈਂਬਲੀ ਦੇ ਵਿੱਚੋਂ ਪਾਸ ਕਰਵਾਇਆ ਸੀ। ਇਸ ਕਰਕੇ ਜਦੋਂ ਸਕੀਮ ਨਵੀਂ ਚੱਲਦੀ ਹੈ ਇਮੀਡੀਏਟਲੀ, ਕਿਉਂਕਿ ਟਾਈਮ ਬਹੁਤ ਲੱਗਦਾ ਹੈ, ਰਿਕਰੂਟਮੈਂਟ ਨੂੰ ਹੋਰ ਬੜੇ ਲੰਬੇ ਪ੍ਰੋਸੀਜਰ ਹੈ, ਇੱਕ ਵਾਰੀ ਸ਼ੁਰੂ ਹੋ ਗਈ, ਬੜੀ ਅੱਛੇ ਪੱਧਰ ਤੇ ਸ਼ੁਰੂ ਹੋਈ। ਕਿਸੇ ਤਰ੍ਹਾਂ ਦੀ ਵੀ ਰਾਦਰ ਮੈਂ ਕਹਿ ਰਿਹਾ ਕਿ ਆਊਟਸੋਰਸ ਕਰਕੇ ਤੇ ਜਿਹੜੇ ਮੁਲਾਜ਼ਮ ਸੀ ਉੱਥੇ ਇੰਨੀ ਮਿਹਨਤ ਨਾਲ ਕੰਮ ਕਰ ਰਹੇ ਸੀ, ਕਿਉਂਕਿ ਉਹਨਾਂ ਨੂੰ ਜ਼ਿਆਦਾ ਡਰ ਰਹਿੰਦਾ, ਕਿਉਂਕਿ ਜਦੋਂ ਠੇਕੇਦਾਰ ਕੰਮ ਲੈਂਦਾ ਜਾਂ ਦੂਜਾ ਲੈਂਦਾ ਤੇ ਹਮੇਸ਼ਾ ਹੀ ਉਹਨੂੰ ਇਸ ਗੱਲ ਦੀ ਤਲਵਾਰ ਲਟਕਦੀ ਹੈ ਕਿ ਮੇਰੀ ਜਿਹੜੀ ਹੈ ਉਹ ACR ਨਾਲ ਦੀ ਨਾਲ ਉਹਨੇ ਦੇਖਣੀ ਹੈ, ਜੇ ਕੰਮ ਠੀਕ ਨਾ ਹੋਇਆ ਤੇ ਦੂਜੇ ਨੂੰ ਰੱਖ ਲੂਗਾ। ਪਰ ਇਹ ਗਵਰਨਮੈਂਟ ਜਦੋਂ ਲੰਬਾ ਸਮਾਂ ਚੱਲਣਾ ਸੀ ਤੇ ਕੁਦਰਤੀ ਗੱਲ ਹੈ, ਉਦੋਂ ਇਹ EMPLOYEE ਲੈ ਜਾਂਦੇ ਆ। ਚਲੋ ਇੱਕ ਗੱਲ ਮੰਨ ਲਓ ਇਹ ਸਕੀਮ ਤੁਹਾਡੀ ਫੇਲ ਹੋਈ ਹੈ, ਮੰਨ ਲਓ ਤੁਸੀਂ। ਇਹ ਕਿਉਂ ਫੇਲ ਕਿਉਂ ਹੋਈ ਜੀ ਦੱਸੋ? ਤੁਸੀਂ 500 ਕਿਉਂ ਰੱਖਿਆ? ਫੇਲ ਹੋ ਜਾਂਦੀਆਂ ਨੇ, ਕੋਈ ਗੱਲ ਸਕੀਮ 500 ਵੀ ਕਿਉਂ ਰੱਖਿਆ? ਸਾਰੇ ਪ੍ਰੋਜੈਕਟ ਕਾਮਯਾਬ ਨਹੀਂ ਹੁੰਦੇ। ਨਹੀਂ 500 ਵੀ ਕਿਉਂ ਰੱਖਿਆ? ਤੁਸੀਂ ਆਪਣਾ ਇਕੋਸਿਸਟਮ ਨਾ ਬਣਾਓ। ਸਾਹਿਬ ਜਵਾਬ ਤਾਂ ਦੋ ਕੀ ਕਹਿ ਰਹੇ ਨੇ, ਉਹ ਕਹਿੰਦੇ 500 ਕਿਉਂ ਰੱਖਿਆ? ਜੇ ਫੇਲ ਹੈ ਤੇ 500 ਕਿਉਂ ਪਾਲ ਰਹੇ ਹੋ? ਚਿੱਟੇ ਚੱਲ ਰਹੇ ਚਲਾ ਰਹੇ ਸੀ, 500 ਚੱਲ ਰਿਹਾ। ਇਹਦਾ ਮਤਲਬ ਕਮਾਈ ਵਾਲਾ ਚਲਾਉਣਾ, ਜੇ ਕਿਤੇ ਪੈਸੇ 4 ਦੇਣੇ ਪਏ ਤੇ ਕਮਾਈ ਵਾਲੀ ਗੱਲ ਨਹੀਂ ਹੈ। ਇਹੀ ਮਤਲਬ ਹੈ, ਲੋਕ ਤਾਂ ਆਉਣ ਨਾ ਸਰਵਿਸ ਲੈਣ ਵਾਸਤੇ। ਜੇ ਸਰਕਾਰ 2 ਪੈਸੇ ਨਹੀਂ ਖਰਚ ਸਕਦੀ ਤਾਂ ਲੋਕਾਂ ਦਾ ਖਰਚਾ ਨਹੀਂ ਹੋਊਗਾ। ਲੋਕਾਂ ਨੂੰ ਫਾਇਦਾ ਤਾਂ ਹੋਵੇ ਨਾ ਜੀ, ਜਿਹੜਾ ਲੋਕਾਂ ਦਾ ਫਾਇਦਾ ਵੀ ਨਾ ਹੋਵੇ। ਇੱਕ ਕਿਸਾਨ ਹੁਣ ਇੱਕ ਬੰਦੇ ਨੇ 2 ਕਿਲੋਮੀਟਰ ਜਾਣਾ ਹੈ ਜਾਂ ਇੱਕ ਬੰਦੇ ਨੇ 50 ਕਿਲੋਮੀਟਰ ਜਾਣਾ, 50 ਕਿਲੋਮੀਟਰ ਦਾ ਤਾਂ ਖਰਚਾ ਵੱਧ ਗਿਆ ਬੰਦੇ ਦਾ। ਤੇਲ ਖਰਚ ਹੁੰਦਾ, ਸਮਾਂ ਖਰਚ ਹੁੰਦਾ। ਤੁਸੀਂ ਇਹ ਜਿਹਾ ਕ੍ਰਾਈਟੇਰੀਆ ਕੋਈ ਫਿਕਸ ਕੀਤਾ ਵੀ 100 ਸਰਟੀਫਿਕੇਟ ਡੇਲੀ ਇਸ਼ੂ ਕਰਨਾ ਜਾਂ 200 ਕਰਨਾ, ਉਸ ਤੋਂ ਘੱਟ ਹੋ ਗਿਆ ਅਸੀਂ ਬੰਦ ਕਰ ਦਾਂਗੇ। ਕਿ ਤੁਹਾਡੇ ਸਮੇਂ ਵੀ ਇਹਨਾਂ ਕੇਂਦਰਾਂ ਦੇ ਵਿੱਚ ਫੁੱਟਬਾਲ ਹੈ ਨਹੀਂ ਸੀ, ਤੁਸੀਂ ਵੀ ਅਸੀਂ ਤਾਂ ਹਮੇ ਸ਼ੁਰੂ ਹੀ ਕੀਤੇ ਆ। ਦੇਖੋ ਕਾਮਯਾਬ ਨਹੀਂ ਹੋਈ, ਛੋਟੇ ਲੈਵਲ ਤੇ ਹੇਠਲੇ ਲੈਵਲ ਤੇ ਕਾਮਯਾਬ ਨਹੀਂ ਹੋਈ ਨਾ, ਤਾਂ ਸਾਲ ਗਾਹਕ ਦੀ ਤੁਸੀਂ ਕਿਉਂ ਨਹੀਂ ਡੋਰ ਸਟੈਪ ਡਿਲੀਵਰੀ ਕਰਦਾ? ਦਿੱਲੀ ਸਰਕਾਰ ਦੀ ਉਹੀ ਕਰ ਦਿਓ, ਤੁਸੀਂ ਸਾਲ ਨਹੀਂ ਹੋਇਆ। ਤੁਸੀਂ ਡੋਰ ਸਟੈਪ ਡਿਲੀਵਰੀ ਕਰ ਦਿਓ। ਤੁਸੀਂ ਤੁਹਾਡਾ ਬਲਾਕ ਤੋਂ ਬੰਦਾ ਜਾਵੇ, ਤਹਿਸੀਲ ਚੋਂ ਬੰਦਾ ਜਾਵੇ, ਲੋਕਾਂ ਦੇ ਘਰੇ ਜਾ ਕੇ ਮਤਲਬ ਸਰਟੀਫਿਕੇਟ ਇਸ਼ੂ ਕਰੇ। ਇਹ ਗੱਲ ਤਾਂ ਲੋਕਾਂ ਨੂੰ ਫਾਇਦਾ ਹੀ ਨਾ ਕੋਈ ਹੋਵੇ। ਸਵੈਤ ਸਾਹਿਬ ਇੱਕ ਸੈਕਿੰਡ, ਖਰਚ ਕਰਨ ਦਾ ਫਾਇਦਾ ਕੋਈ ਹੈ ਨਹੀਂ। ਇੱਕ ਹੋਰ ਮੁੱਦਾ ਜਿਹੜਾ ਬਠਿੰਡਾ ਦੇ ਵਿੱਚ ਏਮਸ ਪ੍ਰੋਜੈਕਟ ਲਟਕਿਆ ਹੋਇਆ ਨਜ਼ਰ ਆ ਰਿਹਾ, ਕਿਉਂਕਿ ਵਿੱਤ ਮੰਤਰੀ ਹੋਰੀ ਕਹਿੰਦੇ ਨੇ ਕਿ ਸਾਡੇ ਕੋਲ 206 ਕਰੋੜ ਰੁਪਈਆ ਨਹੀਂ ਹੈ ਆਪਣੇ ਹਿੱਸੇ ਦੇ ਪਾਣ ਵਾਲਾ, ਇਸ ਕਰਕੇ 925 ਕਰੋੜ ਰੁਪਈਆ ਕੇਂਦਰ ਦਾ ਰੁਕਿਆ ਹੋਇਆ। ਇਸ ਦਾ ਜਵਾਬ ਦਿਓ। ਕੇਂਦਰ ਸਰਕਾਰ ਸਾਡੇ ਫੰਡ ਰਿਲੀਜ਼ ਕਰ ਦੇਵੇ ਜਿਹੜੇ ਹੈਗੇ। ਅਸੀਂ ਵੀ ਚਾਹੁੰਦੇ ਹਾਂ ਕਿ ਇੱਥੇ ਏਮਸ ਹੈਗਾ, ਵਧੀਆ ਹਸਪੀਟਲ ਬਣੇ, ਉੱਥੇ ਇੰਸਟੀਚਿਊਟ ਬਣੇ ਉੱਥੇ, ਠੀਕ ਹੈ ਨਾ ਜੀ। ਕੇਂਦਰ ਸਰਕਾਰ ਸਾਡੇ ਪੈਸੇ ਨਹੀਂ ਦੇ ਰਿਹਾ, ਸਾਡਾ GST ਨਹੀਂ ਦੇ ਰਿਹਾ, ਸਾਡਾ ਜਿਹੜਾ ਕੰਪਨਸੇਸ਼ਨ ਹੈ ਉਹ ਨਹੀਂ ਦੇ ਰਿਹਾ, ਸਾਡੇ ਜਿਹੜੀਆਂ ਹਰ ਮਹੀਨੇ ਪੈਸੇ ਆਉਣੇ ਹੁੰਦੇ ਨੇ ਉਹ ਨਹੀਂ ਆ ਰਹੇ, 3-3 ਮਹੀਨੇ ਪੈਸੇ ਨਹੀਂ ਆ ਰਹੇ ਤੇ ਸਾਡੇ ਸਾਰੇ ਪੈਸੇ। ਮੈਂ ਤਾਂ ਚੀਮਾ ਸਾਨੂੰ ਕਹਿੰਦਾ ਬੇਨਤੀ ਕਰੇ, ਇਹਨਾਂ ਦੇ ਭਾਈਵਾਲ ਹੈਗੀ ਕੇਂਦਰ ਸਰਕਾਰ BJP। ਅੱਛਾ, ਤੁਹਾਡੇ ਕਹਿਣ ਦਾ ਮਤਲਬ ਹੈ ਹੁਣ ਬਜਟ ਆ ਰਿਹਾ, ਉੱਥੇ ਬਜਟ ਆ ਕੇ ਜਿਹੜੇ ਕਹਿੰਦੇ ਸੀ ਪੰਜਾਬ ਦੇ ਬਜਟ ਤੇ ਆਪਾਂ ਬਾਅਦ ਚੱਲਦੇ ਟਰੱਕ ਜਿਹੜੇ ਆਉਣਗੇ ਨੋਟਾਂ ਦੇ ਬਾਦਲ ਸਾਹਿਬ ਕਹਿੰਦੇ ਸੀਗੇ, ਲੈ ਕੇ ਆਉਣ ਹੁਣ। ਜਿਹੜਾ ਤੁਹਾਡੇ ਮੁੱਦੇ ਦੀ ਗੱਲ ਹੈ ਉਸ ਤੇ ਤਾਂ ਗੱਲ ਕਰ ਰਹੀ ਹੈ, ਬਜਟ ਤੇ ਵੀ ਆ ਜਾਵਾਂਗੇ, ਬਜਟ ਤੇ ਵੀ ਆ ਜਾਵਾਂਗੇ। ਤੁਸੀਂ ਆਪਣਾ ਸ਼ੇਅਰ 206 ਕਰੋੜ ਰੁਪਈਆ ਨਹੀਂ ਪਾ ਰਹੇ, ਉਹਦਾ ਤਰਕ ਤੁਸੀਂ ਦੱਸ ਰਹੇ ਹੋ ਕਿ ਕੇਂਦਰ ਸਰਕਾਰ ਪੈਸਾ ਨਹੀਂ ਦੇ ਰਹੀ। ਹਾਂਜੀ ਚੀਮਾ ਸਾਹਿਬ, ਦੇਖੋ ਗੱਲ ਇਹ ਹੈ ਕਿ ਇਹਨਾਂ ਨੇ ਕਿਸੇ ਵੀ ਹਾਲਤ ਦੇ ਵਿੱਚ ਉਹ ਪ੍ਰੋਜੈਕਟ ਚੱਲਣ ਨਹੀਂ ਦੇਣਾ। ਉਹਦਾ ਕਾਰਨ ਉਹਦੇ ਤੇ ਮੋਹਰ ਲੱਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਬੀਬਾ ਹਰਸਿਮਰਤ ਕੌਰ ਬਾਦਲ ਦੀ। ਇਹ ਇਹਨਾਂ ਨੂੰ ਜਿਹੜੇ ਵਿੱਤ ਮੰਤਰੀ ਸਾਹਿਬ ਸਾਡੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਬਠਿੰਡੇ ਨੂੰ ਬਿਲੋਂਗ ਕਰਦੇ ਆ, ਉਹ ਹਜਮ ਨਹੀਂ ਕਰ ਪਾ ਰਹੇ ਕਿ ਇਹ ਐਡਾ ਵੱਡਾ ਪ੍ਰੋਜੈਕਟ ਜੇ ਖੜਾ ਹੋ ਗਿਆ ਤੇ ਲੋਕੀ ਯਾਦ ਕਰਨਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ, ਸਰਦਾਰ ਸੁਖਬੀਰ ਸਿੰਘ ਬਾਦਲ ਨੂੰ, ਬੀਬਾ ਹਰਸਿਮਰਤ ਕੌਰ ਬਾਦਲ ਨੂੰ, ਜਿਸ ਈਰਖਾ ਦੇ ਨਾਲ ਵਿੱਤ ਮੰਤਰੀ ਸਾਡੇ ਕੰਮ ਕਰ ਰਹੇ ਉਹ ਸਾਫ਼ ਨਜ਼ਰ ਆਉਂਦੀ ਤੁਹਾਨੂੰ। ਭਾਵੇਂ ਸਰਵਿਸ ਸੈਂਟਰ ਹੈ, ਭਾਵੇਂ ਬਿਜਲੀ ਦੇ ਬਿੱਲਾਂ ਵਾਲਾ ਵੀ ਕੰਮ ਤੁਹਾਡੇ ਸਾਹਮਣੇ ਸ਼ੁਰੂ ਹੋ ਗਿਆ ਕਿ ਉਹ ਵੀ ਮੀਟਰ ਜਿਹੜੇ ਆ ਕਹਿੰਦੇ ਸੀ। ਅੱਜ ਮੈਂ ਕਿਤੇ ਦੇਖ ਰਿਹਾ ਸੀ ਫੇਸਬੁੱਕ ਤੇ ਕਿਸੇ ਨੇ ਫੋਟੋ ਪਾਈ ਹੋਈ ਸੀ ਵੀ ਲਓ ਭਾਈ ਸਮਾਰਟਫੋਨ ਤਾਂ ਹਲੇ ਖਰੀਦੇ ਨਹੀਂ ਗਏ ਆ, ਮੀਟਰ ਲੈ ਲਓ।
ਇਸ ਕਰਕੇ ਇਹਨਾਂ ਨੇ ਉਹ ਕੰਮ ਕਰਨੇ ਆ ਜਿਹੜੇ ਵੀ ਕੰਮ ਦੇ ਉੱਤੇ ਉਹਨਾਂ ਦੀ ਮੋਹਰ ਲੱਗੀ ਆ। ਇਹ ਇੰਨੀ ਈਰਖਾ ਮੈਂ ਰਾਜਨੀਤੀ 'ਚ ਪਹਿਲੀ ਵਾਰ ਚੀਮਾ ਸਾਹਿਬ 2016 ਦੇ ਵਿੱਚ ਮੈਨੂੰ ਗੱਲ ਤੁਸੀਂ ਗੱਲ ਹੋਰ ਪਾਸੇ ਲੈ ਕੇ ਜਾ ਰਹੇ ਹੋ, ਤੁਸੀਂ ਗੱਲ ਹੋਰ ਪਾਸੇ ਲੈ ਕੇ ਜਾ ਰਹੇ ਹੋ। ਅੱਛਾ ਮਤਲਬ ਤੁਸੀਂ ਸਰਕਾਰ ਹੋ, ਜਿਆਦਾ ਅਸਤੀਫਾ ਦਿਓ। ਚੀਮਾ ਸਾਹਿਬ ਤੁਸੀਂ ਸਾਨੂੰ ਕਹਿੰਦੇ ਹੋ ਅਸਤੀਫਾ ਦਿਓ, ਤੁਸੀਂ ਨਵੰਬਰ ਜਾਂ ਸਾਨੂੰ ਕਹੋ ਅਫੀਸ਼ੀਅਲੀ ਤੁਸੀਂ ਕਿ ਅਸੀਂ ਤੁਹਾਡੇ ਨਾਲ ਚੱਲਦੇ ਹਾਂ, ਜਿੱਥੇ ਲੋੜ ਅਸੀਂ ਜਾਣ ਨੂੰ ਤਿਆਰ ਹਾਂ। ਸਾਡੇ ਐਮਪੀ ਸਾਰੇ ਤੁਹਾਡੇ ਨਾਲ ਜਾਣ ਨੂੰ ਤਿਆਰ। ਤੁਸੀਂ ਕੀਤੀ ਕਦੀ ਰਿਕੁਐਸਟ ਆਪੋਜੀਸ਼ਨ ਨੂੰ? ਨਵੰਬਰ 2016 ਦੇ ਕਦੀ ਤੁਸੀਂ ਰਿਕੁਐਸਟ ਕੀਤੀ? ਬਾਅਦ ਉੱਥੇ ਇੱਕ ਲੈਂਡ ਡਿਸਪਿਊਟ ਵੀ ਆਇਆ। ਸਰਵੈਸਾ ਗੱਲ ਦਾ ਜਵਾਬ ਦਿਓ। ਮੈਂ ਜਵਾਬ ਦੇ ਰਿਹਾ, ਤੁਸੀਂ ਗੱਲ ਹੋਰ ਪਾਸੇ ਲੈ ਕੇ ਜਾ ਰਹੇ ਹੋ। ਮੈਂ ਸਹੀ ਪਾਸੇ ਲੈ ਕੇ ਜਾ ਰਿਹਾ। ਤੁਸੀਂ ਜਿਹੜੀ ਕਹਿ ਰਹੇ ਹੋ ਤੁਸੀਂ ਇੱਕ ਦਿਨ ਵੀ ਸਰਕਾਰ ਪੈਸਾ ਨਹੀਂ ਰਿਲੀਜ਼ ਕਰ ਰਹੀ, ਉਹ ਇਹ ਕਹਿ ਰਹੇ ਨੇ ਕਿ ਬਿਲਕੁਲ ਨਹੀਂ ਕਰ ਰਹੀ, ਬਿਲਕੁਲ ਨਹੀਂ ਕਰ ਰਹੀ, ਤਾਂ ਤੁਸੀਂ ਆਪੋਜੀਸ਼ਨ ਨੂੰ ਨਾਲ ਲੈ ਕੇ ਜਾਓ। ਤੁਸੀਂ ਮੁੱਖ ਮੰਤਰੀ ਸਾਹਿਬ ਨੇ ਕਦੀ ਐਮਪੀਆਂ ਨੂੰ ਲਿਖਿਆ ਆਪਣੇ ਨੂੰ ਸੂਬੇ ਦੇ ਨੂੰ ਕਿਸ ਗੱਲ ਤੇ ਇਕੱਠੇ ਹੋ? ਹਰ ਬਾਰ ਜਾਂਦੇ ਉੱਥੇ ਜਾਂਦੇ ਅਸੀਂ ਸਭ ਤੋਂ ਬੜੀ ਹੋ ਗਏ। ਅਸੀਂ ਤੁਸੀਂ ਇਹ ਤੇ ਕਹਿਤਾ ਟੀਵੀ ਦੇ ਉੱਤੇ ਕਿ ਸਾਡਾ ਸਾਥ ਦੇਣ, ਸਾਡੇ ਨਾਲ ਚੱਲਣ। ਉਹ ਕਹਿ ਰਹੇ ਹੁਣ ਉਹਦਾ ਜਵਾਬ ਦਿਓ ਕਿ ਤੁਸੀਂ ਸਾਨੂੰ ਕਦੀ ਨਾਲ ਕਿਉਂ ਲੈ ਕੇ ਜਾਈਏ? ਤੁਸੀਂ ਕਦੀ ਕਿਹਾ ਫਿਰ ਉਹੀ ਈਰਖਾ। ਮੈਂ ਕਹਿੰਦਾ ਇਹ ਕਹਿਣਾ ਇਹ ਹੈ ਕਿ ਅਸੀਂ ਨਹੀਂ ਲੈ ਕੇ ਜਾਣਾ। ਤੁਸੀਂ ਤੁਹਾਡੇ ਭਾਈਵਾਲ ਨੇ ਉਹ ਤੁਹਾਡੇ ਜਿਹੜੇ ਹਰਸਿਮਰਤ ਬਾਦਲ ਜੀ ਨੇ, ਉੱਥੇ ਮੰਤਰੀ ਨੇ, ਉੱਥੇ ਮੰਤਰੀ ਨੇ, ਤੁਸੀਂ ਆਪਣੇ ਲੈਵਲ ਤੇ ਆਪਣੇ ਲੈਵਲ ਤੇ ਕੀ ਕੀਤਾ? 925 ਕਰੋੜ ਉਹਦਾ 925 ਕਰੋੜ ਲੈ ਆਏ। ਜਿਹੜਾ ਲੋ ਸਾਡੇ ਤੋਂ 925 ਜਿਹੜਾ ਨਿਯਮ ਹੈ, ਜਿਹੜਾ ਨਿਯਮ ਹੈ ਕਿ ਸਟੇਟ ਨੇ ਆਪਣਾ ਸ਼ੇਅਰ ਇਹ ਇਲਜ਼ਾਮ ਲਾਉਣਾ ਕਿ ਅਸੀਂ ਪਿੰਡ ਦੇ ਵਿੱਚ ਇਹ ਇੰਸਟੀਚਿਊਟ ਜਿਹੜਾ ਨਹੀਂ ਬਣਾਉਣਾ ਚਾਹੁੰਦੇ ਜਾਂ ਕੋਈ ਇਦਾਂ ਦੀ ਗੱਲ ਹੈ। ਅੱਛਾ ਇਦਾਂ ਦੀ ਗੱਲ ਮਿੱਤਲ ਸਾਹਿਬ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ। ਕੁਝ ਵਿਰੋਧੀ ਧਿਰਾਂ ਵੀ ਕਹਿ ਰਹੀਆਂ ਕਿ ਸਰਕਾਰ ਦੀ ਮਨਸ਼ਾ ਹੀ ਨਹੀਂ ਹੈਗੀ ਇਹ ਪ੍ਰੋਜੈਕਟ ਲੈ ਕੇ ਆਇਆ ਜਾਵੇ, ਕਿਉਂਕਿ ਇਸ ਦੇ ਨਾਲ ਪ੍ਰਾਈਵੇਟ ਸੈਕਟਰ ਦੇ ਜਿਹੜੇ ਵੱਡੇ ਹਸਪਤਾਲ ਨੇ ਉਹਨਾਂ ਦਾ ਧੰਦਾ ਚੌਪਟ ਹੋ ਜਾਏਗਾ। ਦੇਖੋ ਗੱਲ ਇਹ ਆ, ਮੈਂ ਤੁਹਾਨੂੰ ਦੱਸਿਆ ਜਦੋਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹਦਾ ਨਵੰਬਰ 2016 ਦੇ ਵਿੱਚ ਏਮਸ ਦਾ ਉਦਘਾਟਨ ਕੀਤਾ ਸੀ, ਇਹ ਉਦੋਂ ਹੀ ਗੱਲ ਕਲੀਅਰ ਹੋ ਗਈ ਸੀ ਕਿ ਪ੍ਰੋਜੈਕਟ ਨੇ ਸਿਰੇ ਨਹੀਂ ਚੜਨਾ, ਕਿਉਂਕਿ ਉਹਨਾਂ ਨੇ ਕਿਹਾ ਸੀ 2020 ਤੱਕ ਅਸੀਂ ਇਹਨੂੰ ਕੰਪਲੀਟ ਕਰਾਂਗੇ। ਤੁਸੀਂ ਦੇਖੋ ਕਿ ਉਦੋਂ ਨਵੰਬਰ 2016 ਮੀਨਸ ਕਿ ਇਲੈਕਸ਼ਨ ਡਿਊ ਆ, ਕੋਡ ਆਫ ਕੰਡਕਟ ਲੱਗਣ ਵਾਲਾ 1 ਮਹੀਨਾ ਬਾਅਦ ਤੁਸੀਂ ਲਿਆ ਕੇ ਉਹਨਾਂ ਨੂੰ ਉਦਘਾਟਨ ਕਰਾ ਰਹੇ ਹੋ। ਇਹਦਾ ਮਤਲਬ ਤੁਹਾਡੀ ਵੀ ਜਿਹੜੀ ਮਨਸ਼ਾ ਕਿਤੇ ਸਹੀ ਨਹੀਂ ਹੈਗੀ। ਉਹਦੇ ਨਾਲ ਦੇ ਪ੍ਰੋਜੈਕਟ ਮੈਂ ਦੱਸ ਦਿੰਦਾ, ਪਟਨਾ, ਠੀਕ ਹੈ ਜੀ, ਰਿਸ਼ੀਕੇਸ਼, ਬਰੇਲੀ, ਸਟੇਟ ਗਵਰਨਮੈਂਟ ਆਪਣਾ ਹਿੱਸਾ ਪਾ ਰਹੀ ਹੈ। ਸਾਹਿਬ 1 ਮਿੰਟ ਮੈਨੂੰ ਕੰਪਲੀਟ ਕਰ ਲੈਣ ਦਿਓ। ਮੈਨੂੰ ਕੰਪਲੀਟ, ਤੁਸੀਂ ਜ਼ਮੀਨ ਦੇ ਦਿੱਤੀ, ਸਾਰਾ ਕੁਝ ਠੀਕ ਹੈ, ਉਹ ਸਾਰੇ ਪ੍ਰੋਜੈਕਟ ਚੱਲ ਰਹੇ ਆ, ਉੱਥੇ ਕੰਮ ਹੋ ਰਿਹਾ। ਇੱਥੇ ਕਿਉਂ ਨਹੀਂ ਕੰਮ ਹੋ ਰਿਹਾ? ਇੱਥੇ ਅੱਜ ਦੇਖਿਆ 4 ਏਕੜ ਜ਼ਮੀਨ ਦੇ ਉੱਤੇ ਬਾਉਂਡਰੀ ਵਾਲ ਹੋ ਰਹੀ ਹੈ। 170 ਏਕੜ ਦਾ ਪ੍ਰੋਜੈਕਟ ਹੈ, 1000 ਕਰੋੜ ਦਾ ਪ੍ਰੋਜੈਕਟ ਹੈ, ਜਿਹਦੇ 'ਚ 100 MBBS ਦੀਆਂ ਸੀਟਾਂ ਨੇਗੀਆਂ ਤੇ 1000 ਬੈੱਡਡ ਹਸਪੀਟਲ ਆ। ਤੁਸੀਂ ਦੇਖੋ ਅੱਜ ਕੈਂਸਰ ਫੈਲ ਰਿਹਾ, ਹੈਪੇਟਾਈਟਸ B ਫੈਲ ਰਿਹਾ। ਮੇਰਾ ਏਰੀਆ ਮਲੇਰਕੋਲਾ, ਧੂਰੀ, ਸੰਗਰੂਰ, ਬਰਨਾਲਾ ਜਿਹੜੀ ਬੈਲਟ ਆ, ਸਾਰੇ ਮਾਲਵੇ ਦੇ ਸਾਰਾ ਏਰੀਆ ਨੂੰ ਫਾਇਦਾ ਹੋਣਾ। ਪਰ ਜਿੱਥੋਂ ਦੀ ਕੇਂਦਰ ਸਰਕਾਰ ਜਿਵੇਂ ਧੱਕਾ ਕਰ ਰਹੀ ਹੈ ਪੰਜਾਬ ਨਾਲ, ਤੇ ਪੰਜਾਬ ਵਾਲੇ ਤਾਂ ਹੈ ਹੀ ਨਹੀਂ ਸੰਜੀਦਾ। ਪੰਜਾਬ ਵਾਲੇ 200 ਕਰੋੜ ਰੁਪਏ ਕਿੰਨੀ ਵੱਡੀ ਗੱਲ ਆ। ਤੁਸੀਂ ਮੈਨੂੰ ਦੱਸੋ, ਮਨਪ੍ਰੀਤ ਬਾਦਲ ਜੀ ਕੀ ਕਹਿੰਦੇ ਸੀ ਕਿ 1300 ਕਰੋੜ ਰੁਪਏ ਥਰਮਲ ਨੂੰ ਬੰਦ ਕਰਕੇ ਅਸੀਂ ਬਚਾਵਾਂਗੇ। ਤੁਸੀਂ ਪਹਿਲੇ 3 ਮਹੀਨੇ 1300 ਚੋਂ ਕੱਢ ਕੇ 206 ਦੇ 1300 ਤੋਂ 3 ਮਹੀਨੇ ਦਾ ਪਹਿਲਾਂ 3900 ਕਰੋੜ ਰੁਪਏ ਪਹਿਲੀ ਤਿਮਾਹੀ ਦਾ। ਤੁਸੀਂ ਦੱਸੋ ਕਿੱਥੇ 200 ਕਰੋੜ ਰੁਪਏ ਨਹੀਂ ਤੁਸੀਂ ਕੱਢ ਕੇ ਦੇ ਸਕਦੇ ਲੋਕਾਂ ਦੀ ਸਹੂਲਤ ਵਾਸਤੇ? ਇਹ ਸਾਡੀ ਤਰਾਸਦੀ ਆ। ਜਦੋਂ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਦਾ ਬਲੱਡ ਪ੍ਰੈਸ਼ਰ ਫੋਰਟਿਸ ਹਸਪੀਟਲ ਚੈੱਕ ਕਰਾਉਂਦੇ ਆ, ਤਾਂ ਫਿਰ ਉਹ ਮਤਲਬ ਲੋਕਾਂ ਨੂੰ ਕਿੱਥੋਂ ਸਹੂਲਤ ਦੇਣਗੇ? ਇਹ ਸਹੂਲਤ ਨਹੀਂ ਬਰਦਾਸ਼ਤ ਕਰਦੇ। ਨਰਿੰਦਰ ਮੋਦੀ ਜਦੋਂ ਮੁਕੇਸ਼ ਅੰਬਾਨੀ ਦੇ ਹਸਪਤਾਲ ਦਾ ਉਦਘਾਟਨ ਕਰਨ ਜਾਂਦੇ ਆ ਬੰਬੇ, ਤਾਂ ਉਹ ਨਹੀਂ ਲੋਕਾਂ ਦੀਆਂ ਸਹੂਲਤਾਂ ਨੂੰ ਅਪਗ੍ਰੇਡ ਕਰ ਸਕਦੇ। ਸਰਕਾਰੀ ਸਿਸਟਮ ਨੂੰ ਨਹੀਂ ਅਪਗ੍ਰੇਡ ਕੀਤਾ ਜਾ ਸਕਦਾ। ਮੈਂ ਜਵਾਬ ਦੇ ਲਾ ਹੁਣ। ਹਾਂਜੀ ਹਾਂਜੀ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ, ਸਾਡੀ ਸਰਕਾਰ ਦੀ ਜਿਹੜੀ ਇਹ ਕਹਿੰਦੇ ਨੇ ਮਨਸ਼ਾ ਤੇ ਸ਼ੱਕ ਕਰਦੇ ਨੇ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਤੁਸੀਂ 1300 ਕਰੋੜ ਤੇ 200 ਕਰੋੜ ਕਰ ਲਓ, 206 ਕਰੋੜ ਰੁਪਏ ਤੁਹਾਡਾ ਬਣਦਾ। 4 ਏਕੜ ਤੇ ਹਜੇ ਬਾਉਂਡਰੀ ਵਾਲ ਹੋਈ ਆ। ਤੁਸੀਂ ਉੱਥੇ ਨਾਲੇ ਇੱਕ ਨਾਲੇ ਦਾ ਉੱਥੇ ਇਸ਼ੂ ਆ, ਉਹ ਤੁਸੀਂ ਸੋਲਵ ਨਹੀਂ ਕੀਤਾ। ਬ੍ਰਹਮਿੰਦਰਾ ਜੀ ਦੇ ਦਫ਼ਤਰ ਵਿੱਚ ਫਾਈਲ ਪਈ ਆ। ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ ਲੋਕਾਂ ਨੂੰ? ਤੁਸੀਂ ਟੀਵੀ ਦੇ ਜਿਹੜੇ ਬੇਵਕੂਫ ਥੋੜੀ ਸਮਝਦੇ ਲੋਕ ਵੀ ਪੰਜਾਬ ਦੀ ਜਨਤਾ ਜਾਣਦੀ ਆ। ਜਿਹੜੇ ਦੇਖੋ, ਮੈਨੂੰ ਫੈਕਟਸ ਕਲੀਅਰ ਕਰ ਲੈਣ ਦਿਓ, ਤੁਸੀਂ ਐਵੇਂ ਹਵਾ 'ਚ ਗੱਲਾਂ ਨਾ ਕਰਿਆ ਕਰੋ। ਮੈਂ ਤੁਹਾਨੂੰ ਦੱਸ ਦੇਣਾ, ਦੱਸੋ ਕਰੋ, ਦੱਸੋ ਕੀ ਗੱਲ ਇਹ ਹੈ ਕਿ ਜਿਹੜੀ ਇਹ ਇਲਜ਼ਾਮ ਲਾਉਣਾ ਕਿ ਸਾਡੀ ਸਰਕਾਰ ਜਿਹੜੀ ਹੈਗੀ ਹੈ ਇਹ ਇੰਸਟੀਚਿਊਟ ਦੇ ਵਿੱਚ ਰੋੜੇ ਅਟਕਾ ਰਹੀ ਹੈ, ਕੋਈ ਨਹੀਂ ਗਿਆ, ਕੋਈ ਮਨਸ਼ਾ ਗਲਤ ਹੈ, ਇਹ ਇਲਜ਼ਾਮ ਸਿਰੇ ਤੋਂ ਗਲਤ ਹੈ। ਉਹ ਕਹਿੰਦੇ 200 ਕਰੋੜ ਦੇ ਦਿਓ, ਫਿਰ ਉਹ ਵੀ ਦੇ ਦਾਂਗੇ, 200 ਕਰੋੜ ਦੇ ਦਾਂਗੇ ਅਸੀਂ। ਹੁਣ ਤਾਂ ਤੁਸੀਂ ਸਕੂਲ ਬੰਦ ਕਰ ਲਏ, ਆਂਗਣਵਾੜੀ ਬੰਦ ਕਰ ਲਏ, ਤੁਸੀਂ ਸੁਵਿਧਾ ਸੈਂਟਰ ਬੰਦ ਕਰ ਲਏ, ਟੈਂਪਲ ਬੰਦ ਕਰ ਲਏ। ਸਰਕਾਰ ਵੱਲੋਂ ਜਵਾਬ ਤੁਸੀਂ ਦੇ ਦਿਓ। ਸਰਕਾਰ ਵੱਲੋਂ ਜਵਾਬ ਤੁਸੀਂ ਦੇ ਦਿਓ ਜਲਦੀ, ਮੇਰੇ ਕੋਲ ਟਾਈਮ ਘੱਟ ਹੈ। ਪ੍ਰੋਫੈਸਰ ਸਾਹਿਬ ਤੋਂ ਵੀ ਰਿਪਲਾਈ ਲੈਣਾ ਆਖਰੀ। ਦੇਖੋ, ਇਹ ਜਿਹੜਾ ਇੰਸਟੀਚਿਊਟ ਹੈਗਾ, ਇਹਦੇ ਵਾਸਤੇ ਅਸੀਂ ਬਹੁਤ ਹੀ ਅਸੀਂ ਖੁਦ ਇਹ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਇੰਸਟੀਚਿਊਟ ਬਣੇ। ਇਹਦੇ ਵਿੱਚ ਥੋੜਾ ਜਿਹਾ ਕਿਤੇ ਲੈਂਡ ਡਿਸਪਿਊਟ ਸੀ, ਪਹਿਲਾਂ ਉੱਥੇ ਇੱਕ ਕਨਾਲ ਨੂੰ ਡਾਇਵਰਟ ਕਰਨਾ ਸੀ, ਪਾਣੀ ਦਾ ਡਿਸਪਿਊਟ ਸੀ ਉੱਥੇ। ਚਲੋ ਤਾਂ ਖਤਮ ਹੋ ਗਿਆ ਨਾ, ਹੁਣ ਨਿਬੜ ਚੁੱਕਾ ਸਾਰਾ। ਤੇ ਹੁਣ ਜਿਹੜਾ ਹੈਗਾ ਫਾਈਲ ਜਿਹੜੀ ਹੈਗੀ ਹੈ ਆਪਣੇ ਸਾਡੇ ਮੰਤਰੀ ਜੀ ਕੋਲ, ਬਰਮਿੰਦਰ ਜੀ ਕੋਲ ਅਜੇ ਪਿੱਛੇ ਆਈ ਸੀਗੀ। ਅਸੀਂ ਸੈਂਟਰ ਸਰਕਾਰ ਤੋਂ ਜਿਹੜੇ ਹੈਗੇ ਉਹਨਾਂ ਦਾ ਜਿਹੜਾ ਪੈਸਾ, ਜਿੰਨਾ ਸਾਡਾ ਸ਼ੇਅਰ ਹੈ, ਅਸੀਂ ਸਾਨੂੰ ਆਪਣਾ ਸ਼ੇਅਰ ਪਾਉਣ ਦੇ ਵਿੱਚ ਕੋਈ ਉਹ ਨਹੀਂ ਹੈਗਾ। ਅਸੀਂ ਜਲਦੀ ਜਿਹੜਾ ਸ਼ੇਅਰ ਪਾ ਕੇ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਪ੍ਰੋਜੈਕਟ ਹੈ, ਅਸੀਂ ਹਰ ਕੋਸ਼ਿਸ਼ ਕਰਾਂਗੇ। ਜਨਾਬ ਤੁਹਾਡੇ ਵਿੱਤ ਮੰਤਰੀ ਦੀ ਸਟੇਟਮੈਂਟ ਪੜ੍ਹ ਦੇਣਾ ਇਸ ਤੇ, ਸਾਡੇ ਕੋਲ 206 ਕਰੋੜ ਰੁਪਈਆ ਦੇਣ ਲਈ ਨਹੀਂ ਹੈ। ਆ ਜਾਏਗਾ, ਹੁਣ ਦੇ ਦਿਆਂਗੇ, ਕੋਈ ਗੱਲ ਨਹੀਂ, ਦੇ ਦਿਆਂਗੇ। ਸਤੰਬਰ 2017 ਪ੍ਰੋਜੈਕਟ ਸਿਰਫ ਇਸ ਲਈ ਲਟਕਿਆ ਹੋਇਆ ਹੈ ਕਿ ਸਟੇਟ ਗਵਰਨਮੈਂਟ ਆਪਣਾ 206 ਕਰੋੜ ਰੁਪਈਆ ਨਹੀਂ ਪਾ ਰਹੀ। ਤੁਸੀਂ ਹਲਕੇ ਦੇ ਵਿੱਚ ਕਹਿ ਰਹੇ ਹੋ ਕੋਈ ਗੱਲ ਨਹੀਂ, ਦੇ ਦੇਾਂਗੇ। ਨਹੀਂ, ਮੈਂ ਜਲਦੀ ਦਵਾਂਗੇ। ਆਪ ਚਾਹੁੰਦੇ ਪ੍ਰੋਜੈਕਟ ਜਲਦੀ ਕੰਪਲੀਟ ਕਰ ਦੇਣਗੇ।
ਸਾਡਾ ਵੀ ਸਾਰੇ ਕੰਮ ਐਡਾ ਵੱਡਾ ਪ੍ਰੋਜੈਕਟ, ਸਾਰੇ ਕੰਮ ਛੱਡ ਕੇ ਤੁਹਾਨੂੰ ਇਹ ਪ੍ਰੋਜੈਕਟ ਦੀ ਸ਼ੁਰੂਆਤ ਕਰਾਂਗੇ, ਪੂਰਾ ਕਰਾਂਗੇ ਅਸੀਂ, ਪਰਾਂ ਕਰਾਂਗੇ, ਕਿਉਂ ਨਹੀਂ ਕਰਾਂਗੇ? ਮੰਤਰੀ ਸਾਹਿਬ ਕਰਨੇ ਕਿ ਅਸੀਂ ਨਹੀਂ ਦੇ ਸਕਦੇ। ਸਤੰਬਰ 2017 ਦੀ ਫਾਈਲ ਸਤੰਬਰ 2017 ਦੀ ਫਾਈਲ ਬ੍ਰਹਮ ਮਹਿੰਦਰਾ ਜੀ ਦੇ ਆਫਿਸ 'ਚ ਪਈ ਹੈ। ਅਸੀਂ ਅੱਜ ਦੀ ਨਹੀਂ ਪਈ, ਚਾਹੁੰਦੇ ਹਾਂ 2020 ਤੱਕ ਜਿਹੜਾ ਜੀ ਹਾਂ ਮੈਨੂੰ ਤੇ ਇੱਕ ਲੱਗਦਾ ਕਿ ਪੰਜਾਬ ਦੇ ਲੋਕ ਬਚਾਉਣ ਨਾਲੋਂ ਜ਼ਿਆਦਾ ਸਾਡੇ ਜਿਹੜੇ ਵਿੱਤ ਮੰਤਰੀ ਆ ਉਹਨਾਂ ਨੂੰ ਪੈਸੇ ਬਚਾਉਣ ਦਾ ਗੋਲਕ ਦਾ ਬਹੁਤ ਚਿੰਤਾ ਰਹਿੰਦੀ ਹੈ। ਉਹ ਮਨੀਮ ਨੇ ਜੀ, ਮੈਂ ਪਹਿਲਾਂ ਕਿਹਾ ਉਹ ਮਨੀਮ ਦਾ ਕੰਮ ਕਰਦੇ ਨੇ, ਟ੍ਰੇਡਿੰਗ ਕੰਪਨੀ ਚੱਲਦੀ ਹੈ, ਇਹ ਉਹਨਾਂ ਦੀ ਬਿਰਤੀ ਦਾ ਹਿੱਸਾ ਆ। ਮੇਰਾ ਖਿਆਲ ਹੈ ਕਿ ਉਹ ਥੋੜਾ ਜਿਹਾ, ਕਿਉਂਕਿ ਉਹ ਰਾਜਨੀਤਿਕ ਪਾਰਟੀ ਦਾ ਹਿੱਸਾ ਹੈ, ਤੇ ਥੋੜਾ ਰਾਜਨੀਤਿਕ ਤੌਰ ਤੇ ਵੀ ਸੋਚ ਲਿਆ ਕਰਨ। ਉਹ ਨਾ ਤੇ ਰਾਜਨੀਤਿਕ ਤੌਰ ਤੇ, ਨਾ ਵਿਕਾਸ ਦੇ ਤੌਰ ਤੇ, ਨਾ ਪੰਜਾਬ ਦੇ ਤੌਰ ਤੇ ਘੱਟ ਸੋਚਦੇ ਆ। ਸਰਕਾਰ ਨਹੀਂ ਚੱਲਣੀ ਜੀ, ਪੈਸਾ ਕਿੱਥੇ ਲੈ ਕੇ ਜਾਣਾ ਜਦ ਲੋਕ ਹੀ ਡੁੱਬ ਗਏ ਤੇ। ਇਸ ਕਰਕੇ ਇਹ ਥੋੜਾ ਜਿਹਾ ਇੱਕ ਉਹਨਾਂ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਆ। ਦੂਸਰਾ ਪੁੱਛ ਲਓ ਕਿੱਥੇ ਗਿਆ ਪੈਸਾ। ਸਰਕਾਰ ਨਹੀਂ ਚੱਲਦੀ ਜੀ, ਮੇਰੇ ਦੱਸਣ ਦੀ ਗੱਲ ਨਹੀਂ, ਸਵੈਚ ਸਾਰਿਆਂ ਨੂੰ ਪਤਾ ਇਸ ਗੱਲ ਦਾ, ਮੇਰੇ ਕਹਿਣ ਦੀ ਗੱਲ ਨਹੀਂ ਹੈ। ਸਭ ਕੁਝ ਖਾਲੀ ਕਰਕੇ ਚਲੇ ਗਏ। ਦੂਸਰੀ ਗੱਲ ਹੈ ਪਕੜੋ ਇਹਨਾਂ ਨੂੰ, ਸਾਨੂੰ ਦੇ ਗਏ ਫਿਰ ਸਾਹਿਬ, ਪਕੜਦੇ ਕਿਉਂ ਨਹੀਂ? ਮਿਸ ਵੈਚ ਯਾਰ ਵਿੱਚ ਨਾ ਬੋਲਿਆ ਕਰੋ, ਐਂ ਤੇ ਕਿੜਕਿੜ ਹੋ ਜਾਂਦੀ ਹੈ। ਮੇਰੀ ਦੂਸਰੀ ਗੱਲ ਇੰਨੀ ਨਿੱਕੀ ਕਹਿਣੀ ਆ ਕਿ ਲੋਕ ਸਭ ਤੋਂ ਪ੍ਰਾਇੋਰਟੀ ਤੇ ਹੋਣੇ ਚਾਹੀਦੇ, ਰਾਜਨੀਤੀ ਨਹੀਂ। ਪਰ ਇਹ ਹੁੰਦਾ ਇਸ ਤਰ੍ਹਾਂ ਕਿ ਬਹੁਤ ਸਾਰੇ ਵਿਕਾਸ ਦੇ ਪ੍ਰੋਜੈਕਟ ਉਹ ਰਾਜਨੀਤਿਕ ਸਾਡੀ ਹਉਮੈ ਦੇ ਰਾਜਨੀਤਿਕ ਰੋਟੀਆਂ ਸੇਕਣ ਦੀ ਭੇਟ ਚੜ੍ਹਦੇ ਆ। ਮੇਰਾ ਖਿਆਲ ਹੈ ਜਿੰਨਾ ਛੇਤੀ ਇਹ ਬੰਦ ਹੋ ਜਾਊਗਾ ਉਨਾ ਹੀ ਅਸੀਂ ਘੱਟ એનર્ਜੀ ਨਾਲ ਲੋਕਾਂ ਦਾ ਜ਼ਿਆਦਾ ਭਲਾ ਕਰ ਪਾਵਾਂਗੇ। ਚਲੋ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਇਸ ਹਿਸਾਬ ਨਾਲ ਤਾਂ 2020 ਤੱਕ ਹੀ 10 ਸਾਲ ਤੱਕ ਏਮਸ ਦਾ ਜਿਹੜਾ ਪ੍ਰੋਜੈਕਟ ਕੰਪਲੀਟ ਨਹੀਂ ਹੋਣਾ, ਜਿਸ ਹਿਸਾਬ ਨਾਲ ਸਰਕਾਰਾਂ ਸੈਂਟਰ ਦੀ ਵੀ ਤੇ ਪੰਜਾਬ ਦੀ ਜਿਸ ਤਰ੍ਹਾਂ ਕੰਮ ਕਰ ਰਹੀਆਂ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ। ਅਸੀਂ ਉਮੀਦ ਇਹੀ ਕਰਦੇ ਹਾਂ ਕਿ ਐਡਾ ਵੱਡਾ ਪ੍ਰੋਜੈਕਟ ਹੈ ਜਿਹੜਾ ਇਹ ਜਲਦੀ ਤੋਂ ਜਲਦੀ ਪੰਜਾਬ ਦੇ ਵਿੱਚ ਆਵੇ। ਬਾਕੀ ਗੱਲਾਂ ਦੇ ਵਿੱਚ ਸ਼ਾਇਦ ਅਸੀਂ ਢਿਲਮਟ ਬਰਦਾਸ਼ਤ ਕਰ ਸਕਦੇ ਹਾਂ, ਘੱਟੋ ਘੱਟ ਇਸ ਐਡੇ ਵੱਡੇ ਸੈਂਟਰ ਦੀ ਢਿਲਮਟ ਬਰਦਾਸ਼ਤ ਨਹੀਂ ਹੋ ਸਕਦੀ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।